ਤੁਹਾਡੇ ਰੂਬਰੂ ਕਰ ਰਹੇ ਹਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਬਲਜਿੰਦਰ ਨਸਰਾਲੀ ਜੀ ਨੂੰ। ਸਤਿ ਸ਼੍ਰੀ ਅਕਾਲ ਡਾਕਟਰ ਬਲਜਿੰਦਰ ਨਸਰਾਲੀ ਜੀ। ਸਰ ਆਪਣਾ ਅਨਮਿਊਟ ਕਰ ਲਓ ਸਰ, ਤੁਹਾਡਾ ਮੈਕ ਹਜੇ ਮਿਊਟ ਆ। ਹਾਂਜੀ, ਪ੍ਰਗਟ ਸਿੰਘ ਜੀ ਤੇ ਬਲਵਿੰਦਰ ਜੀ ਤੇ ਤੁਹਾਡੀ ਸਮੁੱਚੀ ਟੀਮ, ਕਾਫਲਾ ਦੀ ਸਮੁੱਚੀ ਟੀਮ ਅਤੇ ਨੌਜਵਾਨ ਸਹਿਤ ਸਭਾ ਬਠਿੰਡਾ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮੰਚ ਤੋਂ ਬੋਲਣ ਦਾ ਮੌਕਾ ਦਿੱਤਾ। ਮੈਨੂੰ ਖੁਸ਼ੀ ਹੈ ਕਿ ਮੇਰਾ ਵਿਦਿਆਰਥੀ ਪ੍ਰਗਟ ਸਿੰਘ ਇਸ ਕਾਫਲਾ ਟੀਮ ਦੇ ਵਿੱਚ ਕੰਮ ਕਰ ਰਿਹਾ ਤੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਸਰੋਤਿਆਂ ਦੇ ਵਿੱਚ ਮੇਰੇ ਵਿਦਿਆਰਥੀ ਜੰਮੂ ਤੋਂ, ਪੰਜਾਬ ਤੋਂ ਤੇ ਦਿੱਲੀ ਤੋਂ ਸ਼ਾਮਲ ਨੇ। ਕਾਫੀ ਸਾਰੇ ਪਾਠਕ ਜਿਹੜਾ ਨਾ ਗਾਇਕ ਗੱਲ ਹੁੰਦੀ ਰਹਿੰਦੀ ਆ, ਉਹ ਵੀ ਇਸ ਪ੍ਰੋਗਰਾਮ ਸ਼ਾਮਲ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਜੀ ਸਰ ਜੀ, ਸ਼ੁਕਰੀਆ। ਤਾਂ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਡਾਕਟਰ ਬਲਜਿੰਦਰ ਨਸਰਾਲੀ ਨੂੰ ਪਹਿਲਾ ਸਵਾਲ ਆਪਣਾ ਰੱਖਣਾ ਚਾਹੂੰਗਾ। ਸਭ ਤੋਂ ਪਹਿਲੀ ਗੱਲ ਕਰੀਏ, ਕਿਉਂਕਿ ਅਸੀਂ ਕਹਾਣੀਕਾਰਾਂ ਦਾ ਪ੍ਰੋਗਰਾਮ ਕਰ ਰਹੇ ਹਾਂ, ਤਾਂ ਤੁਸੀਂ ਕਹਾਣੀ ਕਿਵੇਂ ਲਿਖਦੇ ਹੋ ਜਾਂ ਕਿਉਂ ਲਿਖਦੇ ਆ, ਇਹਦੇ ਬਾਰੇ ਤੁਸੀਂ ਸਾਨੂੰ ਦੱਸੋ। ਹਾਂਜੀ, ਕਈ ਲੇਖਕ ਆਮ ਤੌਰ ਤੇ ਕਹਿਣਗੇ ਕਿ ਮੈਂ ਇਸ ਲਈ ਲਿਖਦਾ ਕਿ ਮੈਂ ਆਪਣੀ ਮਾਂ ਬੋਲੀ ਦੀ ਸੇਵਾ ਕਰ ਸਕਾਂ ਜਾਂ ਮੈਂ ਆਪਣੇ ਲੋਕਾਂ ਦੀ ਸੇਵਾ ਕਰ ਸਕਾਂ। ਤਾਂ ਮੈਨੂੰ ਜਦੋਂ ਮੈਂ ਆਪਣੇ ਬਚਪਨ ਵੱਲ ਝਾਤੀ ਮਾਰਦਾ ਤਾਂ ਮੇਰਾ ਮਨ ਕਰਦਾ ਹੁੰਦਾ ਸੀ ਕਿ ਮੇਰੀ ਜਿਹੜੀ ਮੇਰੀ ਜਗ੍ਹਾ ਹੈ, ਮੇਰੀ ਥਾਂ ਹੈ, ਮੇਰੀ ਸਪੇਸ ਹੈ, ਉਹ ਕੁਝ ਵਧੀਆ ਹੋਣੀ ਚਾਹੀਦੀ ਹੈ। ਮੈਂ ਮੇਰੇ ਹੋਰ ਜਿਹੜੇ ਭੈਣ ਭਰਾ ਨੇ, ਦੋਸਤ ਨੇ, ਆਂਢੀ ਗੁਆਂਢੀ ਨੇ ਜਾਂ ਮੇਰੇ ਕਲਾਸ ਫੈਲੋ ਨੇ, ਉਹਨਾਂ ਨੂੰ ਕੁਝ ਵੱਖਰੀ ਸਪੇਸ ਬਣਾਵਾਂਗਾ। ਉਹਦੇ ਲਈ ਕਈ ਵਾਰ ਮਨ ਚ ਆਉਂਦਾ ਹੁੰਦਾ ਸੀ ਕਿ ਮੈਂ ਵੱਡਾ ਕੋਈ ਸਾਧੂ ਬਣੂੰਗਾ, ਸਾਧੂ ਮਹਾਤਮਾ ਸੰਤ ਕੋਈ ਵੱਡਾ ਬਣਾਂਗਾ, ਕਿਸੇ ਪਾਸੇ ਜਾ ਕੇ ਮੈਂ ਭਗਤੀ ਕਰੂੰਗਾ। ਇਸ ਤਰ੍ਹਾਂ ਦੀਆਂ ਗੱਲਾਂ ਬਚਪਨ ਚ ਆਉਂਦੀਆਂ ਸੀ। ਫਿਰ ਥੋੜ੍ਹੇ ਜਿਹੇ ਵੱਡੇ ਹੋਏ, ਕਿਤਾਬਾਂ ਪੜ੍ਹਨ ਦੀ ਆਦਤ ਪੈ ਗਈ, ਦੁਨੀਆਦਾਰੀ ਬਾਰੇ ਪਤਾ ਲੱਗਣ ਲੱਗਾ ਤੇ ਫਿਰ ਮਨ ਚ ਆਉਣ ਲੱਗਿਆ ਕਿ ਮੈਂ ਪ੍ਰਸਿੱਧ ਬੰਦਾ ਬਣਨਾ ਤਾਂ ਮੈਂ ਖਿਡਾਰੀ ਬਣਾ। ਮੈਂ ਕਬੱਡੀ ਖੇਡ ਕੇ ਦੇਖੀ, ਪਰ ਉਹਦੇ ਵਿੱਚ ਮੈਂ ਬਹੁਤ ਕਮਜ਼ੋਰ ਖਿਡਾਰੀ ਸਿੱਧ ਹੋਇਆ। ਅਕਸਰ ਹੀ ਮੈਨੂੰ ਫੜ ਕੇ ਢਾਲ ਲੈਂਦੇ ਸੀ ਤੇ ਫਿਰ ਮੇਰੇ ਪਾਪਾ ਨੇ ਯਤਨ ਕੀਤਾ, ਮੈਂ ਬਾਜੀ ਕਹਿੰਦਾ ਉਹਨਾਂ ਨੂੰ, ਕਿ ਤੂੰ ਪਹਿਲਵਾਨ ਬਣ ਜਾ। ਉਹਨਾਂ ਨੂੰ ਖੁਦ ਪਹਿਲਵਾਨੀ ਦਾ ਸ਼ੌਂਕ ਸੀ। ਹੁਣ ਵੀ ਕਾਫੀ ਉਹਨਾਂ ਦੀ ਏਜ ਹੋ ਗਈ, ਅਜੇ ਵੀ ਉਹਨਾਂ ਨੂੰ ਨੇੜੇ ਤੇੜੇ ਪਤਾ ਲੱਗ ਜਾਵੇ ਕਿਤੇ ਪਹਿਲਵਾਨੀ ਦਾ ਜਿਹੜਾ ਮੁਕਾਬਲਾ ਕੋਈ ਹੋ ਰਿਹਾ, ਕੁਸ਼ਤੀਆਂ ਹੋ ਰਹੀਆਂ ਨੇ, ਕਿਤੇ ਸਿੰਝ ਲੱਗੀ ਹੋਈ ਹੈ, ਉਹ ਚਲੇ ਜਾਂਦੇ ਨੇ ਦੇਖਣ। ਉਹ ਉਦੋਂ ਮੈਨੂੰ ਨਾਲ ਲੈ ਕੇ ਜਾਂਦੇ ਸੀ ਤਾਂ ਕਿ ਮੈਂ ਪਹਿਲਵਾਨਾਂ ਨੂੰ ਦੇਖਾਂ, ਉਹਨਾਂ ਦਾ ਸਰੀਰ ਦੇਖਾਂ। ਫਿਰ ਉਹ ਪਹਿਲਵਾਨ ਨੂੰ ਪੈਸੇ ਦੇਣ ਲਈ ਨੇੜੇ ਬੁਲਾਉਂਦੇ ਸੀ ਤੇ ਕਹਿੰਦੇ ਸੀ ਕਿ ਮੇਰੀ ਬੇਨਤੀ ਹੈ ਕਿ ਜਿਹੜੀਆਂ ਫੋਟੋ ਆਪਾਂ ਦੇਖ ਰਹੇ ਹਾਂ ਨਾ, ਇਹ ਬਾਅਦ ਦੇ ਵਿੱਚ ਆਪਾਂ ਇੱਕ ਇੱਕ ਕਰਕੇ ਇਹਨਾਂ ਬਾਰੇ ਗੱਲ ਕਰ ਲਾਂਗੇ। ਤੇ ਮੈਂ ਚਾਹੂੰਗਾ ਕਿ ਮੇਰੀਆਂ ਬੜੇ ਪਿਆਰੇ ਮਿੱਤਰਾਂ ਦੀਆਂ, ਮੇਰੇ ਰਿਸ਼ਤੇਦਾਰਾਂ ਦੀਆਂ, ਮੇਰੇ ਪਰਿਵਾਰ ਦੇ ਮੈਂਬਰਾਂ ਦੀਆਂ ਤਸਵੀਰਾਂ ਨੇ, ਕਿ ਇਹਨਾਂ ਬਾਰੇ ਮੈਂ ਆਪਣੇ ਵੱਲੋਂ ਦੋ ਚਾਰ ਸ਼ਬਦ ਬੋਲਾਂ। ਤਾਂ ਮੇਰੇ ਫਾਦਰ ਸਾਹਿਬ, ਮੇਰੇ ਬਾਜੀ ਮੈਨੂੰ ਲੈ ਕੇ ਜਾਂਦੇ ਸੀ ਕੁਸ਼ਤੀਆਂ ਦੇ ਵਿੱਚ ਤਾਂ ਕਿ ਮੈਂ ਪਹਿਲਵਾਨਾਂ ਨੂੰ ਦੇਖਾਂ, ਕੁਸ਼ਤੀਆਂ ਕਰਦੇ ਦੇਖਾਂ ਤੇ ਮੈਂ ਖੁਦ ਪਹਿਲਵਾਨ ਬਣਨ ਬਾਰੇ ਸੋਚਾਂ। ਤੇ ਫਿਰ ਜਦੋਂ ਪਹਿਲਵਾਨ ਪੈਸੇ ਇਕੱਤਰ ਕਰਦਾ, ਚੱਕਰ ਲਗਾਉਂਦਾ ਸੀ, ਆਪਣਾ ਸਰੀਰ ਦਿਖਾਉਣ ਲਈ ਦਰਸ਼ਕਾਂ ਦੇ ਨੇੜੇ ਆਉਂਦਾ ਸੀ, ਤਾਂ ਉਹ ਪਹਿਲਵਾਨ ਨੂੰ ਟਰੈਕਟਰ ਤੇ ਬੈਠੇ ਆਵਾਜ਼ ਮਾਰਦੇ ਸੀ ਕਿ ਪਹਿਲਵਾਨ ਜੀ ਜਿਹੜਾ ਨੇੜੇ ਆਇਓ ਤੇ ਪੈਸੇ ਲੈ ਜਾਓ। ਪੈਸੇ ਫੜਾਉਣਾ ਵੀ ਉਹਨਾਂ ਦਾ ਮਕਸਦ ਸੀ, ਪਰ ਨਾਲ ਦੀ ਨਾਲ ਮੈਨੂੰ ਕਹਿਣਾ ਕਿ ਦੇਖ ਇਹਦਾ ਸਰੀਰ ਦੇਖ, ਇਹੋ ਜਿਹਾ ਸਰੀਰ ਬਣਾਉਣਾ। ਮੇਰੇ ਯਤਨ ਕਰਨ ਦੇ ਬਾਵਜੂਦ ਵੀ ਮੇਰਾ ਉਹੋ ਜਿਹਾ ਸਰੀਰ ਤਾਂ ਨਹੀਂ ਬਣ ਪਾਇਆ, ਪਰ ਕਿਤਾਬਾਂ ਪੜ੍ਹਨ ਦੀ ਆਦਤ ਵੱਧਦੀ ਚਲੀ ਗਈ ਤੇ ਉਹਦੇ ਨਾਲ ਫਿਰ ਮੈਂ ਪੜ੍ਹਦਾ ਲਿਖਣਾ ਸਿੱਖਣ ਲੱਗ ਗਿਆ। ਤੇ ਫਿਰ ਮੇਰੇ ਮਨ ਚ ਕਿ ਮੈਂ ਕੁਝ ਲਿਖਾਂ ਤਾਂ ਮੈਂ ਕਹਾਣੀ ਲਿਖੀ। ਪਹਿਲੀ ਕਹਾਣੀਆਂ ਮੈਂ 2 ਕਹਾਣੀਆਂ ਤਕਰੀਬਨ ਇੱਕੋ ਸਮੇਂ ਲਿਖੀਆਂ, ਇਸ ਕਰਕੇ ਮੈਂ ਦੋਵਾਂ ਨੂੰ ਪਹਿਲੀਆਂ ਕਹਾਣੀਆਂ ਕਹਿ ਦਿੰਦਾ। ਪੈਸਿਆ ਹੋਇਆ ਆਦਮੀ, ਜਿਹਦੇ ਬਾਰੇ ਸੈਮੂਅਲ ਜੌਨ ਨੇ ਨਾਟਕ ਖੇਡਿਆ, ਕਾਫੀ ਜ਼ਿਆਦਾ ਉਹਦੇ ਸ਼ੋਅ ਹੋ ਚੁੱਕੇ ਨੇ। ਤੇ ਉਸ ਤੋਂ ਬਾਅਦ ਹੱਡਾ ਰੋੜੀ ਕਹਾਣੀ, ਜਿਹੜੀ ਹੁਣ BA ਭਾਗ ਦੂਜਾ ਦੇ ਵਿੱਚ ਲੱਗੀ ਹੋਈ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਲਜਾਂ ਦੇ ਵਿੱਚ। ਤਾਂ ਇਹ 2 ਕਹਾਣੀਆਂ ਮੈਂ 12ਵੀਂ ਕਲਾਸ ਪੜ੍ਹਦਿਆਂ ਲਿਖੀਆਂ ਸੀ ਤੇ ਇਹਨਾਂ ਦੋਨਾਂ ਕਹਾਣੀਆਂ ਨੇ ਮੇਰਾ ਪੰਜਾਬੀ ਦਾ ਅਧਿਆਪਕ ਬਣਨਾ ਵੀ ਤੈਅ ਕਰਤਾ ਸੀ, ਕਿਉਂਕਿ ਇਹਨਾਂ ਦੋਨਾਂ ਕਹਾਣੀਆਂ ਨੇ ਇਹ ਦੱਸਤਾ ਸੀ ਕਿ ਮੈਂ ਪੰਜਾਬੀ ਦਾ ਲੇਖਕ ਬਣ ਸਕਦਾ। ਤਾਂ ਮੇਰੇ ਅਧਿਆਪਕਾਂ ਨੇ ਮੈਨੂੰ ਫਿਰ ਪੰਜਾਬੀ ਅਧਿਆਪਕ ਬਣਨ ਵਾਸਤੇ ਕਿਹਾ ਕਿ ਜੇ ਤੂੰ ਪੰਜਾਬੀ ਲੇਖਕ ਬਣਨਾ, ਤੂੰ ਕਹਾਣੀਆਂ ਲਿਖਦਾ, ਪੰਜਾਬੀ ਲੇਖਕ ਬਣਨਾ, ਤਾਂ ਤੂੰ ਜ਼ਰੂਰ ਪੰਜਾਬੀ ਅਧਿਆਪਕ ਬਣਨ ਦਾ ਯਤਨ ਕਰ ਤਾਂ ਕਿ ਤੇਰਾ ਸ਼ੌਂਕ ਤੇ ਤੇਰਾ ਕਿੱਤਾ ਇੱਕ ਹੋ ਸਕਣ। ਕਿਉਂਕਿ ਜੇ ਮੈਂ ਮੈਥਮੈਟਿਕਸ ਪੜ੍ਹਾਉਂਦਾ ਹੋਣਾ ਤਾਂ ਮੈਂ ਮੈਥਮੈਟਿਕਸ ਦੀ ਕਲਾਸ ਦੇ ਵਿੱਚ ਕਹਾਣੀਆਂ ਥੋੜ੍ਹੀ ਸੁਣਾ ਸਕਦਾ। ਹੁਣ ਮੈਂ ਜਦੋਂ ਸਾਹਿਤ ਪੜ੍ਹਾਉਣਾ ਤੇ ਉਹਦੇ ਵਿੱਚ ਮੈਂ ਦੁਨੀਆ ਭਰ ਦੀਆਂ ਕਹਾਣੀਆਂ ਸੁਣਾਉਣਾ। ਮੇਰੇ ਕਈ ਵਿਦਿਆਰਥੀ ਮੈਨੂੰ ਫਿਰ ਬਾਅਦ 'ਚ ਕਹਿੰਦੇ ਨੇ, ਸਰ ਤੁਸੀਂ ਦੁਨੀਆ ਭਰ ਦੀ ਯਾਤਰਾ ਕਰਾ ਦਿੰਦੇ ਹੋ।
ਉਹ ਯਾਤਰਾ ਇਸ ਲਈ ਸੰਭਵ ਹੋਈ ਕਿਉਂਕਿ ਮੇਰੇ ਅਧਿਆਪਕਾਂ ਨੇ ਮੈਨੂੰ ਠੀਕ ਪਾਸੇ ਜਾਣ ਲਈ ਪ੍ਰੇਰਿਆ। ਤਾਂ ਕਹਾਣੀ ਮੈਂ ਆਪਣੀ ਜਗ੍ਹਾ ਨੂੰ, ਆਪਣੀ ਸਪੇਸ ਨੂੰ ਹੋਰ ਵਧੀਆ ਬਣਾਉਣ ਲਈ ਲਿਖਣ ਲੱਗਿਆ, ਤਾਂ ਕਿ ਮੈਨੂੰ ਕੋਈ 4 ਬੰਦੇ ਕਹਿਣਗੇ ਇਹਨੇ ਕੋਈ ਵਧੀਆ ਕੰਮ ਕੀਤਾ। ਮੈਨੂੰ ਲੱਗਦਾ ਹੁੰਦਾ ਹਰ ਬੰਦੇ ਨੇ ਕੋਈ ਨਾ ਕੋਈ ਕੰਮ ਕਰਨਾ ਹੁੰਦਾ। ਬਿਹਤਰ ਹੈ ਜੇ ਉਹਦੀ ਕੰਮ ਉਹਦੀ ਪਸੰਦ ਦਾ ਹੋਵੇ ਤਾਂ ਫਿਰ ਉਹ ਵਧੀਆ ਕਰੇਗਾ। ਜੇ ਕਿਸੇ ਬੰਦੇ ਨੂੰ ਦਰਖਤ ਲਗਾਉਣ ਦਾ ਸ਼ੌਂਕ ਹੈ ਤੇ ਉਹ ਵਾਤਾਵਰਨ ਦੇ ਖੇਤਰ ਦੇ ਵਿੱਚ ਕੰਮ ਕਰ ਸਕਦਾ ਤਾਂ ਉਹਨੂੰ ਦਰਖਤ ਲਗਾਉਣੇ ਚਾਹੀਦੇ ਨੇ, ਦਰਖਤ ਪਾਲਣੇ ਚਾਹੀਦੇ ਨੇ ਤੇ ਸਮਾਜ ਨੂੰ ਦਰਖਤ ਦੇਣੇ ਚਾਹੀਦੇ ਨੇ ਵੱਧ ਤੋਂ ਵੱਧ, ਤਾਂ ਕਿ ਧਰਤੀ ਸਾਡੀ ਹਰੀ ਭਰੀ ਹੋ ਸਕੇ। ਜੇ ਕੋਈ ਪੁਸਤਕਾਂ ਲਿਖਦਾ, ਕਹਾਣੀਆਂ ਲਿਖਦਾ ਜਿਹਦੇ ਨਾਲ ਦੁਨੀਆ ਹੋਰ ਚੰਗੀ ਬਣਦੀ ਹੈ, ਦੁਨੀਆ ਹੋਰ ਰੌਚਕ ਬਣਦੀ ਹੈ, ਦੁਨੀਆ ਵਧੇਰੇ ਸਮਝ ਆਉਣ ਯੋਗ ਬਣਦੀ ਹੈ, ਤਾਂ ਉਹਨੂੰ ਕਹਾਣੀਆਂ ਲਿਖਣੀਆਂ ਚਾਹੀਦੀਆਂ ਨੇ। ਤਾਂ ਇਸ ਤਰ੍ਹਾਂ ਮੈਂ ਆਪਣੇ ਸ਼ੌਂਕ ਵਾਲੇ ਪਾਸੇ, ਕਹਾਣੀਆਂ ਲਿਖਣ ਵਾਲੇ ਪਾਸੇ ਆ ਗਿਆ। ਜੀ ਸਰ ਜੀ, ਬੜਾ ਵਧੀਆ ਲੱਗਿਆ ਜਿਵੇਂ ਤੁਸੀਂ ਕਿਹਾ ਵੀ ਇੱਕ ਆਪਣੇ ਹੋਂਦ ਨੂੰ, ਆਪਣੇ ਵਜੂਦ ਨੂੰ ਜ਼ਿਆਦਾ ਬਿਹਤਰ ਸਾਹਮਣੇ ਕਰਨ ਦੇ ਲਈ, ਜ਼ਿਆਦਾ ਬਿਹਤਰ ਪ੍ਰਤੱਖ ਕਰਨ ਦੇ ਲਈ ਤੁਸੀਂ ਕਹਾਣੀ ਲਿਖਣ ਵਾਲਾ ਹੈ। ਮੈਨੂੰ ਲੱਗਦਾ ਹੁਣ ਤੱਕ ਦੇ ਸਾਡੇ ਕਹਾਣੀਕਾਰਾਂ ਵੱਲੋਂ ਬਿਲਕੁਲ ਵੱਖਰਾ ਤੇ ਨਵਾਂ ਜਵਾਬ ਆ ਜਿਹੜਾ ਤੁਹਾਡੇ ਵੱਲੋਂ ਸਾਨੂੰ ਮਿਲਿਆ। ਇਸ ਤੋਂ ਅੱਗੇ ਜੇ ਮੈਂ ਥੋੜ੍ਹਾ ਜਿਹਾ ਇਸੇ ਸਿਰਜਣ ਪ੍ਰਕਿਰਿਆ ਦੇ ਬਾਰੇ ਹੀ ਅਸੀਂ ਅੱਗੇ ਗੱਲਬਾਤ ਕਰੀਏ ਤਾਂ ਮੈਂ ਚਾਹੂੰਗਾ ਤੁਸੀਂ ਇੱਕ ਤੁਹਾਡੀ ਕਹਾਣੀ ਸੰਗ੍ਰਹਿ ਜਿਹੜਾ ਔਰਤ ਦੀ ਸ਼ਰਨ, ਉਹਦੇ ਵਿੱਚ ਕਹਾਣੀਆਂ ਪਹਿਲੀ, ਔਰਤ ਦੀ ਸ਼ਰਨ, ਉਹਦੇ ਸਿਰਜਣ ਪ੍ਰਕਿਰਿਆ ਦੇ ਬਾਰੇ ਸਾਡੇ ਦੋਸਤਾਂ ਨਾਲ, ਪਾਠਕਾਂ ਨਾਲ ਸਾਂਝ ਜ਼ਰੂਰ ਪਵਾਓ ਜੀ, ਉਹਦੀ ਸਿਰਜਣ ਪ੍ਰਕਿਰਿਆ। ਹਾਂਜੀ, ਜਦੋਂ ਮੈਂ ਪਬਲਿਕ ਕਾਲਜ ਸਮਾਣੇ ਪੜ੍ਹਾਉਂਦਾ ਸੀ, ਮਨ 'ਚ ਰੀਝ ਸੀ ਕਿ ਮੈਂ ਯੂਨੀਵਰਸਿਟੀ ਦੀ ਨੌਕਰੀ ਕਰਾਂ। ਤੇ ਫਿਰ ਮੇਰੀ ਸਿਲੈਕਸ਼ਨ ਹੈ ਜਿਹੜੀ ਜੰਮੂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ 'ਚ ਹੋ ਜਾਂਦੀ ਹੈ। ਤਾਂ ਮੈਂ ਉੱਥੇ ਜਦੋਂ ਜੁਆਇਨ ਕਰਨਾ ਸੀ ਤਾਂ ਅਸੀਂ ਆਪਣਾ ਪਟਿਆਲੇ ਵਾਲਾ ਜਿਹੜਾ ਮਕਾਨ ਹੈ, ਮੇਰੇ ਪਰਿਵਾਰ ਨੇ ਮੇਰੇ ਨਾਲ ਹੀ ਜਾਣਾ ਸੀ, ਇਸ ਲਈ ਅਸੀਂ ਮੇਰੇ ਜਿਹੜਾ ਮਕਾਨ ਸੀ ਉਹਦੇ 2 ਹਿੱਸੇ ਸੀ ਤੇ ਇੱਕ ਹਿੱਸੇ ਨੂੰ ਕਿਰਾਏ ਤੇ ਦਿੱਤਾ, ਇੱਕ ਹਿੱਸਾ ਆਪਣੇ ਕੋਲ ਰੱਖ ਲਿਆ। ਜਦੋਂ ਅਸੀਂ ਚਲੇ ਗਏ, ਜਿਹੜੇ ਪਰਿਵਾਰ ਨੂੰ ਕਿਰਾਏ ਤੇ ਦਿੱਤਾ ਸੀ ਉਹ ਰਹਿਣ ਲੱਗ ਪਿਆ, ਅਸੀਂ ਚਲੇ ਗਏ। ਤੇ ਜਦੋਂ ਅਸੀਂ 3 ਮਹੀਨੇ ਬਾਅਦ ਛੁੱਟੀਆਂ ਦੇ ਵਿੱਚ ਵਾਪਸ ਆਏ ਤਾਂ ਮੈਨੂੰ ਇਹ ਸੁਣਨ ਨੂੰ ਮਿਲਿਆ ਕਿ ਜਿਹੜੇ ਉੱਥੇ ਰਹਿਣ ਵਾਲੇ ਲੋਕ ਨੇ ਉਹ ਪਰਿਵਾਰ ਤਾਂ ਨਹੀਂ ਸੀ ਜਿਵੇਂ ਸਾਨੂੰ ਦਿਖਾਇਆ ਗਿਆ ਸੀ, ਪਰ ਉਹ 2 ਲੜਕੀਆਂ ਸੀ ਜਿਹੜੀਆਂ ਉੱਥੇ ਰਹਿੰਦੀਆਂ ਸੀ। ਤੇ ਉਹਨਾਂ ਲੜਕੀਆਂ ਬਾਰੇ ਪਤਾ ਲੱਗਿਆ ਕਿ ਉਹ ਕਿਸੇ ਨਵੀਂ ਤਰ੍ਹਾਂ ਦੇ, ਕਿਸੇ ਅਜੀਬ ਤਰ੍ਹਾਂ ਦੇ ਕਿੱਤੇ ਦੇ ਵਿੱਚ ਹੈਗੀਆਂ ਨੇ ਸ਼ਾਮਲ। ਤਾਂ ਮੇਰੀ ਪਤਨੀ ਨੇ ਕਿਹਾ ਕਿ ਆਪਾਂ ਇਹਨਾਂ ਨੂੰ ਕਮਰਾ ਖਾਲੀ ਕਰਨ ਲਈ ਕਹਿ ਦਈਏ, ਘਰ ਖਾਲੀ ਕਰਨ ਲਈ ਕਹਿ ਦਈਏ। ਮੈਂ ਕਿਹਾ ਥੋੜ੍ਹੇ ਦਿਨ ਠਹਿਰ ਜਾ, ਇਹ ਲੋਕ ਬੜੇ ਸੰਕਟ ਦੇ ਕਾਰਨ ਇਹਨਾਂ ਖਿੱਤਿਆਂ ਦੇ ਵਿੱਚ ਆਉਂਦੇ ਨੇ, ਇਹਨਾਂ ਦੀਆਂ ਨਿੱਜੀ ਮਜਬੂਰੀਆਂ ਹੁੰਦੀਆਂ ਨੇ ਤੇ ਇਹਨਾਂ ਬਾਰੇ ਲਿਖਿਆ ਵੀ ਬੜਾ ਘੱਟ ਗਿਆ। ਤਾਂ ਖਾਸ ਕਰਕੇ ਜਿਹੜੀਆਂ ਇਹ ਨਵੀਆਂ ਕੁੜੀਆਂ ਇਸ ਨਵੇਂ ਪ੍ਰੋਫੈਸ਼ਨ ਦੇ ਵਿੱਚ ਆ ਰਹੀਆਂ ਸੀ, ਉਹ ਬਿਲਕੁਲ ਹੀ ਨਵੀਂ ਤਰ੍ਹਾਂ ਦੀਆਂ ਸੀ ਕਿਉਂਕਿ ਸਾਡੇ ਵਿੱਚੋਂ ਹੀ ਪੈਦਾ ਹੋਈਆਂ ਸੀ, ਸਾਡੇ ਆਲੇ ਦੁਆਲੇ ਹੀ ਰਹਿੰਦੀਆਂ ਸੀ। ਤਾਂ ਮੈਂ ਕੁਝ ਦਿਨ ਵਾਸਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀ ਸ਼ੁਰੂ ਕੀਤੀਆਂ। ਗੱਲਾਂ ਇਸ ਤਰੀਕੇ ਨਾਲ ਕੀਤੀਆਂ ਕਿ ਉਹਨਾਂ ਦੀ ਰਹਿਣੀ ਬਹਿਣੀ, ਉਹਨਾਂ ਦਾ ਖਾਣਾ ਪੀਣਾ, ਉਹਨਾਂ ਦੀਆਂ ਆਦਤਾਂ, ਉਹਨਾਂ ਦਾ ਸੱਚ ਬੋਲਣ ਦੀ ਰੁਚੀ, ਉਹਨਾਂ ਦੀ ਝੂਠ ਬੋਲਣ ਦੀ ਰੁਚੀ, ਉਹਨਾਂ ਨੂੰ ਛੱਡ ਕੇ ਕੌਣ ਜਾਂਦਾ, ਉਹਨਾਂ ਨੂੰ ਲੈ ਕੇ ਕੌਣ ਜਾਂਦਾ ਹੈ, ਤਾਂ ਕਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਉਹ ਸੰਪਰਕ ਦੇ ਵਿੱਚ ਨੇ, ਕਿਹੜੀਆਂ ਮਜਬੂਰੀਆਂ ਸੀ ਜਿਹਦੇ ਕਰਕੇ ਇਸ ਪਾਸੇ ਆਈਆਂ। ਸਿੱਧਾ ਪ੍ਰਸ਼ਨ ਮੈਂ ਕੋਈ ਨਹੀਂ ਕੀਤਾ, ਬਟ ਗੱਲਾਂ ਦੇ ਵਿੱਚ ਮੈਂ ਉਹਨਾਂ ਦੀ ਪਰਿਵਾਰਕ ਜਿਹੜਾ ਪਿਛੋਕੜ ਹੈ, ਉਹਨਾਂ ਦੀ ਆਰਥਿਕ ਸਥਿਤੀ, ਇਹ ਸਾਰਾ ਕੁਝ ਸਮਝੀ ਤੇ ਫਿਰ ਮੈਂ ਇਹ ਕਹਾਣੀ ਲਿਖੀ। ਤੇ ਇਸ ਕਹਾਣੀ ਦੇ ਲਿਖਣ ਦਾ ਇੱਕ ਕਾਰਨ ਇਹ ਵੀ ਸੀ ਕਿ ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹਦਾ ਸੀ ਤਾਂ ਇੱਕ ਵਾਰ ਮੈਂ ਆਪਣੇ ਇੱਕ ਮਿੱਤਰ ਦੇ ਨਾਲ ਕਿਸੇ ਦੂਜੇ ਸੂਬੇ ਦੇ ਵਿੱਚ ਪੇਪਰ ਦੇਣ ਲਈ ਗਿਆ, ਬੈਂਕ ਦੀ ਨੌਕਰੀ ਵਾਸਤੇ ਪੇਪਰ ਸੀ। ਉੱਥੇ ਅਸੀਂ ਇੱਕ ਜਾਣੂ ਟਰੱਕ ਡਰਾਈਵਰ ਦੇ ਕਮਰੇ ਠਹਿਰੇ ਸੀ। ਉਹ ਟਰੱਕ ਡਰਾਈਵਰ ਜਦੋਂ ਆਇਆ ਆਪਣੇ ਕੰਮ ਤੋਂ ਤਾਂ ਉਹਨੇ ਕਿਹਾ ਤੁਹਾਡਾ ਪੇਪਰ ਹੋ ਗਿਆ? ਅਸੀਂ ਕਿਹਾ ਹੋ ਗਿਆ। ਕਹਿੰਦਾ ਚਲੋ ਮੈਂ ਤੈਨੂੰ ਅੱਗੇ ਘੁਮਾ ਕੇ ਲੈ ਕੇ ਆਉਣਾ। ਅਸੀਂ ਜਦੋਂ ਅੱਗੇ ਘੁੰਮਣ ਲਈ ਗਏ ਤਾਂ ਰਸਤੇ ਦੇ ਵਿੱਚ ਇੱਕ ਪਿੰਡ ਆਇਆ ਜਿਹਦਾ ਜ਼ਿਕਰ ਮੈਂ ਕਹਾਣੀ ਦੇ ਕਿਤਾਬ ਦੇ ਵਿੱਚ ਆਰੰਭ 'ਚ ਲਿਖਿਆ ਵੀ ਹੈ। ਤਾਂ ਉਸ ਪਿੰਡ ਦੇ ਵਿੱਚ ਕੰਜਰਾਂ ਦਾ ਵਾਸਾ ਸੀ ਤੇ ਕਹਿੰਦੇ ਨੇ ਹੁਣ ਉਹ ਪਿੰਡ ਉਜਾੜ ਦਿੱਤਾ ਗਿਆ। ਤਾਂ ਉਸ ਪਿੰਡ ਦੇ ਵਿੱਚ ਬਹੁਤ ਸਾਰੇ ਟਰੱਕ ਡਰਾਈਵਰ ਜਾਂਦੇ ਸੀ। ਤਾਂ ਅਸੀਂ ਉਸ ਪਿੰਡ ਨੂੰ ਜਿਵੇਂ ਦੇਖਿਆ, ਉੱਥੋਂ ਦੇ ਲੋਕਾਂ ਨੂੰ ਦੇਖਿਆ, ਤਾਂ ਮੇਰੇ ਮਨ 'ਚ ਪ੍ਰਸ਼ਨ ਪੈਦਾ ਹੋਇਆ ਕਿ ਜਿਹੜੀਆਂ ਕੁੜੀਆਂ ਇਹ ਧੰਦਾ ਕਰਦੀਆਂ ਨੇ, ਉਹਨਾਂ ਦੇ ਮਾਂ-ਬਾਪ, ਉਹਨਾਂ ਦੇ ਭਰਾ, ਉਹਨਾਂ ਦੇ ਪਤੀ ਜਿਹੜੇ ਕਿ ਬੈਠੇ ਹੋਏ ਨੇ, ਸੱਥ ਦੇ ਵਿੱਚ ਬੈਠੇ ਹੋਏ ਨੇ ਜਾਂ ਘਰਾਂ ਦੇ ਵਿਹੜਿਆਂ 'ਚ ਬੈਠੇ ਹੋਏ ਨੇ, ਉਹ ਜਦੋਂ ਉੱਪਰੇ ਲੋਕਾਂ ਨੂੰ ਆਪਣੇ ਘਰਾਂ 'ਚ ਆਉਂਦਿਆਂ ਦੇਖਦੇ ਨੇ ਤਾਂ ਉਹਨਾਂ ਬਾਰੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਣਗੇ। ਮੈਨੂੰ ਇਸ ਸਵਾਲ ਨੇ ਬਹੁਤ ਪੀੜਿਤ ਕੀਤਾ ਕਿ ਉਹ ਕਿਵੇਂ ਦੀਆਂ ਗੱਲਾਂ ਕਰਦੇ ਹੋਣਗੇ। ਕੀ ਉਹ ਸਾਡੇ ਪਿੰਡਾਂ ਦੇ ਬਜ਼ੁਰਗਾਂ ਵਾਂਗ ਗੱਲਾਂ ਕਰਦੇ ਹੋਣਗੇ, ਮਹਿੰਗਾਈ ਦੀਆਂ, ਸਰਕਾਰ ਦੀਆਂ, ਸਿਆਸਤ ਦੀਆਂ, ਜਾਂ ਕੀ ਇਹ ਗਾਹਕਾਂ ਦੀਆਂ ਗੱਲਾਂ ਕਰਦੇ ਹੋਣਗੇ ਵੀ ਸਾਡੇ ਘਰੇ ਗਾਹਕ ਵੱਧ ਆਉਂਦੇ ਨੇ। ਤਾਂ ਇਹ ਬੜੇ ਮੇਰੇ ਮਨ 'ਚ ਪ੍ਰਸ਼ਨ ਪੈਦਾ ਹੋਇਆ ਵੀ ਇਨਸਾਨ ਇਸ ਤਰ੍ਹਾਂ ਦਾ ਕਿਵੇਂ ਬਣ ਜਾਂਦਾ, ਕਿਵੇਂ ਹਾਲਾਤ ਉਹਨੂੰ ਬਣਾ ਦਿੰਦੇ ਨੇ। ਤਾਂ ਫਿਰ
ਇੱਕ ਆਮ ਇਨਸਾਨ ਇਸ ਤਰ੍ਹਾਂ ਦਾ ਕਿਵੇਂ ਬਣ ਜਾਂਦਾ ਹੈ, ਕਿਉਂਕਿ ਜਿਹੜੀਆਂ ਕੁੜੀਆਂ ਨੂੰ ਮੈਂ ਆਪਣੇ ਘਰ ਦੇ ਵਿੱਚ ਮਿਲਿਆ ਤਾਂ ਉਹ ਸਾਡੇ ਵਰਗੇ ਘਰਾਂ ਚੋਂ ਆਈਆਂ ਹੋਈਆਂ ਕੁੜੀਆਂ ਸੀ, ਉਹ ਕਿਉਂ ਇਸ ਰਸਤੇ ਚੱਲ ਪਈਆਂ। ਤਾਂ ਮੈਂ ਫਿਰ ਉਹਨਾਂ ਨੂੰ ਸਮਝਿਆ ਤੇ ਉਹਦੇ ਬਾਰੇ ਕਹਾਣੀ ਲਿਖੀ, ਤੇ ਕਹਾਣੀ ਦੇ ਉਹਦੇ 3 ਥਾਵਾਂ ਤੇ ਕਹਾਣੀ ਵਾਪਰਦੀ ਹੈ। ਤਿੰਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ, ਪਰ ਸੰਬੰਧ ਇਹ ਹੈ ਕਿ ਤਿੰਨਾਂ ਦੇ ਜਿਹੜੇ ਹਾਲਾਤ ਨੇ ਇੱਕੋ ਜਿਹੇ ਨੇ, ਭਾਵੇਂ ਦੇਸ਼ ਵੱਖਰੇ ਵੱਖਰੇ ਨੇ, ਭਾਵੇਂ ਹਾਲਾਤ ਵੱਖਰੇ ਵੱਖਰੇ ਨੇ। ਇੱਕ ਕਹਾਣੀ ਦਾ ਜਿਹੜਾ ਥੋੜ੍ਹਾ ਜਿਹਾ ਹਿੱਸਾ ਹੈ ਉਹ ਵਾਪਰਦਾ ਹੈ ਰਾਜਸਥਾਨ ਦੇ ਵਿੱਚ, ਦੂਜੀ ਦਾ ਜੰਮੂ ਦੇ ਵਿੱਚ ਵਾਪਰਦਾ ਹੈ। ਜੰਮੂ ਦਾ ਸਾਂਬਾ ਇਲਾਕਾ ਮੈਂ ਦਿਖਾਇਆ ਹੈ, ਪਹਾੜੀ ਤੇ ਪਲੇਨ ਦਾ ਵਿਚਕਾਰਲਾ ਕੰਢੀ ਦਾ ਇਲਾਕਾ ਹੈ ਉਹ, ਤੇ ਉਹ ਇਲਾਕੇ ਨੂੰ ਵੀ ਮੈਂ ਲਿਆਉਣਾ ਚਾਹੁੰਦਾ ਸੀ, ਕਿਉਂਕਿ ਜਦੋਂ ਮੈਂ ਜੰਮੂ ਰਹਿੰਦਾ ਸੀ ਤਾਂ ਮੈਂ ਕੰਢੀ ਦੇ ਪਿੰਡਾਂ ਦੇ ਵਿੱਚ ਜਿੱਥੇ ਪਹਾੜ ਸ਼ੁਰੂ ਹੁੰਦੇ ਨੇ, ਉਹ ਪਹਾੜਾਂ ਦੇ ਅੰਦਰ ਮੈਂ ਜਾਂਦਾ ਰਿਹਾ ਆਪਣੇ ਦੋਸਤਾਂ ਨਾਲ, ਜਿਹੜੇ ਮੇਰੇ ਪਹਾੜੀ ਦੋਸਤ ਮੇਰੇ ਨਾਲ ਨੌਕਰੀ ਕਰਦੇ ਸੀ। ਤਾਂ ਮੈਂ ਇਲਾਕੇ ਨੂੰ ਵੀ ਵਿੱਚ ਲੈ ਕੇ ਆਉਣਾ ਚਾਹੁੰਦਾ ਸੀ, ਕਿਉਂਕਿ ਪੰਜਾਬ ਦੇ ਵਿੱਚ ਕੰਢੀ ਇਲਾਕਾ ਕਾਫੀ ਹੈਗਾ। ਜੇ ਮੈਂ ਕਹਾਂ ਤਾਂ ਪਠਾਨਕੋਟ ਤੋਂ ਲੈ ਕੇ ਚੰਡੀਗੜ੍ਹ ਤੱਕ ਜਿਹੜੀ ਪੂਰੀ ਬੈਲਟ ਹੈ, ਹੁਸ਼ਿਆਰਪੁਰ ਜ਼ਿਲ੍ਹੇ ਦੀ, ਰੋਪੜ ਜ਼ਿਲ੍ਹੇ ਦੀ, ਮੋਹਾਲੀ ਦੀ, ਇਹ ਸਾਰੀ ਬੈਲਟ ਸਾਡੀ ਕੰਢੀ ਦੇ ਇਲਾਕੇ ਦੀ ਬੈਲਟ ਹੈ। ਪਰ ਇਹਦਾ ਜ਼ਿਕਰ ਕਹਾਣੀਆਂ ਦੇ ਵਿੱਚ ਬਹੁਤ ਘੱਟ ਹੋਇਆ। ਥੋੜਾ ਬਹੁਤਾ ਮੈਦਾਨੀ ਇਲਾਕੇ ਦਾ ਜ਼ਿਕਰ ਆਉਂਦਾ, ਪਰ ਕੰਢੀ ਇਲਾਕੇ ਦੇ ਪਹਾੜਾਂ ਦੇ ਅੰਦਰਲੇ ਜੀਵਨ ਦਾ ਜ਼ਿਕਰ ਨਹੀਂ ਹੁੰਦਾ। ਤਾਂ ਮੈਂ ਆਪਣੀ ਉਹ ਪਾਤਰ ਜਿਹੜੇ ਮੈਨੂੰ ਪਟਿਆਲੇ 'ਚ ਮਿਲੇ ਸੀ, ਉਹਨਾਂ ਨੂੰ ਚੁੱਕ ਕੇ ਮੈਂ ਲੈ ਗਿਆ ਜੰਮੂ ਦੇ ਸਾਂਬੇ ਇਲਾਕੇ ਦੇ ਵਿੱਚ, ਤੇ ਉਹਨਾਂ ਦੀ ਭਾਸ਼ਾ ਵੀ ਮੈਂ ਬਦਲਤੀ। ਉਹਨਾਂ ਦੀ ਭਾਸ਼ਾ ਬਦਲ ਕੇ ਮੈਂ ਡੋਗਰੀ ਕਰ ਲਈ, ਯਾਨੀ ਕਿ ਪੰਜਾਬੀ ਦੀ ਉਪ ਭਾਸ਼ਾ ਜਿਹੜੀ ਹੈਗੀ ਆ, ਮੈਂ ਡੋਗਰੀ ਬਣਾ ਲਈ ਉਹਨਾਂ ਦੇ ਵਾਰਤਾਲਾਪਾਂ 'ਚ ਮੈਂ ਉਹੀ ਭਾਸ਼ਾ ਵਰਤੀ ਆ। ਤਾਂ ਇਸ ਤਰ੍ਹਾਂ ਮੈਂ ਪਾਤਰਾਂ ਦਾ ਲੋਕੇਲ ਬਦਲ ਕੇ ਉਹਨਾਂ ਨੂੰ ਜੰਮੂ 'ਚ ਸਥਿਤ ਕਰਤਾ, ਉਹਨਾਂ ਦੀ ਭਾਸ਼ਾ ਬਦਲੀ ਗਈ, ਉਹਨਾਂ ਦਾ ਪ੍ਰੋਫੈਸ਼ਨ ਉਹੀ ਰਿਹਾ। ਤੇ ਇਵੇਂ ਹੀ ਤੀਜਾ ਭਾਗ ਹੈ ਜਿਹੜਾ ਕਹਾਣੀ ਦਾ, ਉਹ ਇੰਗਲੈਂਡ ਦੇ ਵਿੱਚ ਚੱਲਦਾ ਹੈ। ਉੱਥੋਂ ਦਾ ਸਾਊਥ ਹਾਲ ਸ਼ਹਿਰ ਹੈ ਜਿਹੜਾ ਪੰਜਾਬੀਆਂ ਦੀ ਵਸੋਂ ਵਾਲਾ ਇਲਾਕਾ ਹੈ, ਤਾਂ ਉੱਥੋਂ ਵੀ ਮੈਨੂੰ ਕੋਈ ਪਾਤਰ ਮਿਲਿਆ ਸੀ ਸੁਣਨ ਨੂੰ, ਤਾਂ ਮੈਂ ਉਹ ਆਪਣੀ ਇਮੈਜੀਨੇਸ਼ਨ ਦੇ ਨਾਲ ਉਸ ਸ਼ਹਿਰ ਨੂੰ ਆਪਣੀਆਂ ਅੱਖਾਂ ਦੇ ਵਿੱਚ ਕਲਪਨਾ ਕੀਤੀ ਮੈਂ ਉਹਦੀ, ਤੇ ਮੇਰੇ ਜ਼ਿਹਨ ਦੇ ਵਿੱਚ ਉਹ ਸ਼ਹਿਰ ਪੈਦਾ ਹੋ ਗਿਆ, ਤੇ ਮੈਂ ਕਹਾਣੀ ਦਾ ਤੀਜਾ ਭਾਗ ਵੀ ਲਿਖ ਸਕਿਆ। ਇਸ ਤਰੀਕੇ ਨਾਲ ਇਹ ਕਹਾਣੀ ਹੈ ਜਿਹੜੀ ਕਾਲ ਗਰਲ ਜਿਹੜੀਆਂ ਕੁੜੀਆਂ ਨੇ, ਜਿਹੜੀਆਂ ਕਿ ਅੱਜ ਕੱਲ੍ਹ ਹੁਣ ਸਾਰੇ ਭਾਈਚਾਰਿਆਂ 'ਚ ਪੈਦਾ ਹੋ ਗਈਆਂ ਨੇ, ਇੱਕ ਕਿੱਤਾ ਬਣ ਚੁੱਕਿਆ ਉਹਨਾਂ ਦਾ। ਉਹ ਕਿੱਤੇ ਦੀਆਂ ਕੁਝ ਦੁਸ਼ਵਾਰੀਆਂ ਵੀ ਨੇ, ਸੀਮਾਵਾਂ ਵੀ ਨੇ, ਮਜਬੂਰੀਆਂ ਵੀ ਨੇ, ਉਹ ਵੀ ਮੈਂ ਉਹਦੇ ਵਿੱਚ ਇਸ਼ਾਰੇ ਮਾਤਰ ਤਰੀਕੇ ਨਾਲ ਦਿੱਤੀਆਂ ਨੇ। ਤੇ ਕਿੱਤਾ ਪੈਸਾ ਕਮਾਉਣ ਦਾ ਤਰੀਕਾ ਵੀ ਆ ਉਹਨਾਂ ਦਾ, ਜਲਦੀ ਅਮੀਰ ਹੋਣ ਦਾ ਤਰੀਕਾ ਵੀ ਆ, ਉਹਦੇ ਵਿੱਚ ਖੁਸ਼ ਵੀ ਹੁੰਦੀਆਂ ਨੇ। ਉਹਨਾਂ ਦੇ ਖਾਣੇ ਹੋਟਲਾਂ ਤੋਂ ਆਉਂਦੇ ਨੇ, ਤੇ ਕਾਰ ਉਹ ਲੈ ਲੈਂਦੀਆਂ ਨੇ, ਤੇ ਕਿਵੇਂ ਉਹ ਚੀਜ਼ਾਂ ਤੇ ਖੁਸ਼ ਹੁੰਦੀਆਂ ਨੇ, ਕਿਵੇਂ ਉਹ ਪੁਲਿਸ ਵਾਲੇ ਜੇ ਰੋਕਦੇ ਨੇ ਤਾਂ ਉਹਨਾਂ ਕੋਲ ਬੜੇ ਬੜੇ ਅਫਸਰਾਂ ਦੇ ਨਾਮ ਲੈ ਕੇ ਲੰਘ ਜਾਂਦੀਆਂ ਨੇ, ਕਿਉਂਕਿ ਉਹ ਉਹਨਾਂ ਦੇ ਗਾਹਕ ਨੇ, ਜਾਂ ਕਹਿ ਲਓ ਉਹਨਾਂ ਨੂੰ ਉਹ ਬੁਲਾਉਂਦੇ ਨੇ। ਤਾਂ ਇਸ ਤਰੀਕੇ ਨਾਲ ਉਹ ਕਹਾਣੀ ਪੰਜਾਬ ਦੇ ਵਿੱਚ ਪੈਦਾ ਹੋਏ ਇੱਕ ਨਵੇਂ ਕਿੱਤੇ ਜਿਹੜਾ ਉਹਦੇ ਵਿੱਚ ਸ਼ਾਮਲ ਹੁੰਦੀਆਂ ਕੁੜੀਆਂ ਦੇ ਬਾਰੇ 'ਚ, ਤੇ ਉਹਨਾਂ ਨਾਲ ਜੁੜੇ ਮਰਦਾਂ ਬਾਰੇ 'ਚ ਵੀ ਹੈ ਕਿ ਉਹ ਮਰਦਾਂ ਦੀ ਹਾਲਤ ਕਿਹੋ ਜਿਹੀ ਹੈ। ਕਿਉਂਕਿ ਮੈਨੂੰ ਉਹ ਰਾਜਸਥਾਨ ਦੇ ਵਿੱਚ ਦੇਖੇ ਮਰਦ ਯਾਦ ਆ ਰਹੇ ਸੀ, ਉਹਨਾਂ ਦੀ ਮਾਨਸਿਕਤਾ ਨੂੰ ਮੈਂ ਸਮਝਣ ਲਈ ਇਹਦੇ ਵਿੱਚ ਜਿਹੜਾ ਗਿਆਨ ਨਾਮ ਦਾ ਪਾਤਰ ਹੈ ਮੁੰਡਾ, ਉਹ ਕਿਵੇਂ ਸੋਚਦਾ, ਉਹਦੀ ਮਾਨਸਿਕਤਾ ਨੂੰ ਪੇਸ਼ ਕੀਤਾ। ਸ਼ੁਕਰੀਆ ਜੀ ਸ਼ੁਕਰੀਆ ਸਰ। ਜੇ ਇਸੇ ਕਹਾਣੀ ਦੇ ਬਾਰੇ ਅਸੀਂ ਥੋੜੀ ਜਿਹੀ ਹੋਰ ਗੱਲਬਾਤ ਕਰੀਏ, ਜਿਵੇਂ ਤੁਸੀਂ ਖੁਦ ਵੀ ਦੱਸ ਚੁੱਕੇ ਵੀ ਇਹ ਕਹਾਣੀ ਜਿਹੜੀ 3 ਧਰਾਤਲਾਂ ਤੇ ਵਿਚਰਦੀ ਹੈ, ਬਿਲਕੁਲ ਵੱਖਰੇ ਵੱਖਰੇ ਧਰਾਤਲਾਂ, ਜਿਵੇਂ ਸਰ ਪਹਿਲਾਂ ਤੁਸੀਂ ਆਪ ਦੱਸ ਚੁੱਕੇ ਵੀ ਇੱਕ ਰਾਜਸਥਾਨ ਦਾ, ਇੱਕ ਜੰਮੂ ਦਾ ਇਲਾਕਾ, ਤੇ ਤੀਜਾ ਬਿਲਕੁਲ ਪੱਛਮ ਦਾ, ਜੇ ਅਸੀਂ ਸਾਊਥ ਹਾਲ ਦੀ ਗੱਲ ਕੀਤੀ ਆ। ਪਰ ਜਦੋਂ ਅਸੀਂ ਕਹਾਣੀ ਪੜ੍ਹਦੇ ਹਾਂ ਤਾਂ ਤਿੰਨੇ ਧਰਾਤਲਾਂ ਦੇ ਵੱਖਰਤਾ, ਅਖੰਡਤਾ, ਅਨੇਕਤਾ ਦੇ ਬਾਵਜੂਦ ਜਿਹੜੀ ਇੱਕ ਸਾਂਝੀ ਤੰਦ ਬਰਕਰਾਰ ਆ, ਉਹ ਹੈਗੀ ਆ ਔਰਤ ਦੀ ਦਸ਼ਾ ਤੇ ਦਿਸ਼ਾ, ਜਾਂ ਔਰਤ ਕਿਸ ਜਗ੍ਹਾ ਤੇ ਉਹ ਸਥਿਤ ਆ ਸਮਾਜ ਦੇ ਵਿੱਚ, ਉਹਦਾ ਕੀ ਕਹਿ ਲਈਏ ਸਪੇਸ ਬਣਦਾ ਹੈ। ਤਾਂ ਜਿਹੜਾ ਇਹ ਵੱਖਰੇ ਵੱਖਰੇ ਧਰਾਤਲਾਂ ਤੇ ਇੱਕੋ ਜਿਹੀ ਦਸ਼ਾ, ਇੱਕੋ ਜਿਹੀ ਦਿਸ਼ਾ ਦੇ ਵੱਲ ਔਰਤ ਵੱਧ ਰਹੀ ਆ, ਚਾਹੇ ਉਹ ਇੱਕ ਛੋਟਾ ਵਰਗ ਆ ਜਾਂ ਇੱਕ ਨਵੀਂ ਕਿਸਮ ਦਾ ਵਰਗ ਆ, ਤਾਂ ਇੱਥੋਂ ਅਸੀਂ ਔਰਤ ਦੀ ਸਥਿਤੀ ਦੇ ਭਵਿੱਖ ਨੂੰ ਕਿਵੇਂ ਦੇਖੀਏ? ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਪਹਿਲੀ ਗੱਲ ਤਾਂ ਇਹ ਹੈ ਵੀ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਸਮਾਜ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੋਈਆਂ ਨੇ, ਉਹਦੇ ਨਾਲ ਕੀ ਹੋਇਆ, ਜਿਹੜੇ ਭਾਈਚਾਰੇ ਨੇ ਜਿਹੜੇ ਉਹ ਕਮਜ਼ੋਰ ਹੋ ਰਹੇ ਨੇ। ਮੇਰਾ ਮਤਲਬ ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ, ਜਾਂ ਜਿੰਨੇ ਵੀ ਭਾਈਚਾਰੇ ਨੇ ਉਹ ਕਮਜ਼ੋਰ ਹੋ ਰਹੇ ਨੇ। ਇਹਦਾ ਇਸ਼ਾਰਾ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਤੂੜੀ ਦੀ ਪੰਡ ਦੇ ਵਿੱਚ ਵੀ ਆਇਆ ਸੀ ਕਿ ਉਹਦੇ ਪਿੰਡ ਦਾ ਜਿਹੜਾ ਭਾਈਚਾਰਾ ਕਮਜ਼ੋਰ ਹੋ ਰਿਹਾ, ਖਿਲਰ ਰਿਹਾ। ਤਾਂ ਉਸ ਤੋਂ ਵੱਡਾ ਹੁਣ ਉਸ ਤੋਂ ਵੀ ਅਗਲੀ ਸਟੇਜ ਆ ਗਈ ਹੈ
ਜਿਹਦੇ ਵਿੱਚ ਭਾਸ਼ਾ ਦੇ ਪੱਧਰ ਤੇ ਜਿਹੜੇ ਭਾਈਚਾਰੇ ਨੇ, ਚਾਹੇ ਪੰਜਾਬੀ ਭਾਈਚਾਰਾ ਚਾਹੇ ਹਿੰਦੀ ਭਾਈਚਾਰਾ, ਉਹ ਕਮਜ਼ੋਰ ਹੋ ਰਹੇ ਨੇ। ਤੇ ਉਹਦੇ ਨਾਲ ਕੀ ਹੋ ਰਿਹਾ, ਭਾਈਚਾਰੇ ਕਮਜ਼ੋਰ ਹੋ ਨੇ, ਜਾਤਾਂ ਦੇ ਜਿਹੜੇ ਭਾਈਚਾਰੇ ਸੀ ਉਹ ਕਮਜ਼ੋਰ ਹੋ ਰਹੇ ਨੇ, ਧਰਮ ਦੇ ਭਾਈਚਾਰੇ ਕਮਜ਼ੋਰ ਹੋ ਰਹੇ ਨੇ, ਪਰ ਵਿਅਕਤੀ ਤਾਕਤਵਰ ਹੋ ਰਿਹਾ, ਪਰਿਵਾਰ ਕਮਜ਼ੋਰ ਹੋ ਰਿਹਾ, ਪਰਿਵਾਰ ਟੁੱਟ ਰਹੇ ਨੇ, ਪਰ ਵਿਅਕਤੀ ਤਾਕਤਵਰ ਹੋ ਰਹੇ ਨੇ। ਵਿਅਕਤੀ ਜਿਉਂ-ਜਿਉਂ ਇਕੱਲੇ ਹੋ ਰਹੇ ਨੇ ਹੋਰ ਤਾਕਤਵਰ ਹੋ ਰਹੇ ਨੇ। ਮੈਂ ਇੱਕ ਉਦਾਹਰਨ ਦੇਵਾਂਗਾ, ਬਹੁਤ ਸਾਰੇ ਦਿੱਲੀ ਦੇ ਵਿੱਚ ਮੈਂ ਬੱਚੇ ਦੇਖਦਾ ਹੁੰਦਾ ਜਿਹੜੇ ਚੌਂਕਾਂ ਦੇ ਵਿੱਚ ਰਹਿੰਦੇ ਨੇ, ਚੌਂਕਾਂ ਦੇ ਵਿੱਚ ਮੰਗਦੇ ਨੇ, ਉਹ ਛੋਟੇ ਛੋਟੇ ਬੱਚੇ ਵੀ ਬਹੁਤ ਤਾਕਤਵਰ ਨੇ, ਮਤਲਬ ਉਹ ਭੱਜ ਕੇ ਸੜਕਾਂ ਕ੍ਰਾਸ ਕਰ, ਵੱਡੇ ਹੋ ਕੇ ਹੋਰ ਕਿੱਤਿਆਂ ਦੇ ਵਿੱਚ ਵੀ ਚਲੇ ਜਾਂਦੇ ਨੇ। ਤਾਂ ਇਵੇਂ ਸਾਡੀਆਂ ਕੁੜੀਆਂ ਪੰਜਾਬ ਦੀਆਂ ਜਾਂ ਭਾਰਤ ਦੀਆਂ ਜਿਹੜੀਆਂ ਬਾਹਰ ਪੜ੍ਹਨ ਜਾਂਦੀਆਂ ਨੇ ਇਕੱਲੀਆਂ, ਉਹਨਾਂ ਨੂੰ ਭਾਵੇਂ 20 ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ, ਭਾਵੇਂ ਉਹਨਾਂ ਦੇ ਪਰਿਵਾਰ ਕਮਜ਼ੋਰ ਹੋ ਜਾਣ, ਹੋ ਸਕਦਾ ਉਹ ਉਸ ਤਰ੍ਹਾਂ ਪਰਿਵਾਰਾਂ ਨੂੰ ਨਾ ਵਸਾਉਣ ਜਿਵੇਂ ਸਾਡੀਆਂ ਪਾਰੰਪਰਿਕ ਪਿੰਡਾਂ ਦੀਆਂ ਕੁੜੀਆਂ ਵਸਾਉਂਦੀਆਂ ਸੀ, ਪਰ ਉਹ ਕੁੜੀਆਂ ਤਾਕਤਵਰ ਬਹੁਤ ਹੋ ਰਹੀਆਂ ਨੇ। ਉਹ ਜਲਦੀ ਕਿਤੇ ਜ਼ਿੰਦਗੀ 'ਚ ਮਾਰ ਨਹੀਂ ਖਾਣਗੀਆਂ, ਉਹ ਆਪਣੇ ਪੈਰਾਂ ਤੇ ਖੜੀਆਂ ਹੋ ਰਹੀਆਂ ਨੇ, ਉਹ ਆਰਥਿਕ ਤੌਰ ਤੇ ਆਪਣੇ ਆਪ ਨੂੰ ਸਵੈ ਨਿਰਭਰ ਬਣਾ ਰਹੀਆਂ ਨੇ, ਉਹ ਆਪਣੇ ਮਾਂ-ਬਾਪ ਦੀ ਮਦਦ ਕਰ ਰਹੀਆਂ ਨੇ ਤੇ ਆਪਣੀ ਜੀਵਨ ਸ਼ੈਲੀ ਨੂੰ ਆਪ ਨਿਰਧਾਰਿਤ ਕਰ ਰਹੀਆਂ ਨੇ। ਤਾਂ ਇਸ ਕਹਾਣੀ ਦੇ ਵਿੱਚ ਵੀ ਭਾਵੇਂ ਪਰਿਵਾਰ ਕਮਜ਼ੋਰ ਹੋ ਰਿਹਾ, ਉਹਦੇ ਵਿੱਚੋਂ ਕੁੜੀਆਂ ਨਿਕਲਦੀਆਂ ਨੇ ਤੇ ਇਸ ਤਰ੍ਹਾਂ ਦੀ ਕੀਤੇ ਜਾਂਦੀਆਂ ਨੇ, ਪਰ ਫਿਰ ਵੀ ਉਹ ਆਪਣੇ ਤੌਰ ਤੇ ਉਹ ਤਾਕਤਵਰ ਕੁੜੀਆਂ ਬਣ ਜਾਣਗੀਆਂ। ਹੋ ਸਕਦਾ ਕੱਲ੍ਹ ਨੂੰ ਉਹਨਾਂ ਨੂੰ ਇਹ ਕਿੱਤਾ ਚੰਗਾ ਨਾ ਲੱਗੇ, ਉਹ ਛੱਡ ਵੀ ਦੇਣ ਤੇ ਸਮਾਜਿਕ ਜੀਵਨ ਨੂੰ ਅਪਣਾ ਲੈਣ। ਪਰ ਮੈਨੂੰ ਲੱਗਦਾ ਕਿ ਔਰਤ ਹੈ ਜਿਹੜੀ ਪਿਛਲੇ ਦਹਾਕਿਆਂ ਦੇ ਵਿੱਚ ਤਾਕਤਵਰ ਹੋਈ ਹੈ ਤੇ ਉਹਨੇ ਹੋਰ ਤਾਕਤਵਰ ਹੋਣਾ, ਤੇ ਕਿਸੇ ਹੱਦ ਤੱਕ ਮਰਦ ਦੀ ਨਿਰਭਰਤਾ ਵੀ ਔਰਤ ਦੇ ਉੱਤੇ ਭਾਵੇਂ ਪੂਰਨ ਰੂਪ ਦੇ ਵਿੱਚ ਭਾਵੇਂ ਅੰਸ਼ਕ ਰੂਪ ਦੇ ਵਿੱਚ ਵੱਧਦੀ ਜਾ ਰਹੀ ਹੈ। ਜੀ ਸਰ ਜੀ, ਬਿਲਕੁਲ। ਇਸੇ ਗੱਲ ਨੂੰ ਜੇ ਅਸੀਂ ਅੱਗੇ ਤੋਰੀਏ ਤਾਂ ਤੁਹਾਡੀ ਇੱਕ ਕਹਾਣੀ ਹੈ ਕ੍ਰਾਂਤੀ ਕਿਉਂ ਨਹੀਂ ਆਉਂਦੀ, ਜਿਹੜੀ ਗੱਲ ਅਸੀਂ ਕਰ ਚੁੱਕੇ ਹਾਂ ਵੀ ਔਰਤ ਦੇ ਉੱਪਰ ਜਿਹੜਾ ਮਰਦ ਕਿਤੇ ਨਾ ਕਿਤੇ ਨਿਰਭਰ ਹੋ ਰਿਹਾ, ਚਾਹੇ ਪੂਰਨ ਰੂਪ ਦੇ ਵਿੱਚ ਹੋਵੇ ਚਾਹੇ ਅੰਸ਼ਕ ਰੂਪ ਦੇ ਵਿੱਚ ਹੋਵੇ, ਆਉਣ ਵਾਲਾ ਭਵਿੱਖ ਕੁਝ ਇਸ ਤਰ੍ਹਾਂ ਦਾ ਹੋਵੇਗਾ। ਕ੍ਰਾਂਤੀ ਕਿਉਂ ਨਹੀਂ ਆਉਂਦੀ ਤੁਹਾਡੀ ਬੜੀ ਚਰਚਿਤ ਕਹਾਣੀ ਹੈ, ਮੈਂ ਕਹੂੰਗਾ ਬਹੁਤ ਜ਼ਿਆਦਾ ਚਰਚਿਤ ਕਹਾਣੀ ਹੈ, ਕਿਉਂਕਿ ਜਿੰਨੇ ਕੁ ਦੋਸਤਾਂ ਨਾਲ ਮੇਰੀ ਗੱਲਬਾਤ ਹੋਈ ਤਾਂ ਉਹਨਾਂ ਨੇ ਬਹੁਤਿਆਂ ਨੇ ਮੈਨੂੰ ਇਹੀ ਕਿਹਾ ਵੀ ਕ੍ਰਾਂਤੀ ਕਿਉਂ ਨਹੀਂ ਆਉਂਦੀ ਕਹਾਣੀ ਹੈ ਜਿਹੜੀ ਸਾਨੂੰ ਜ਼ਰੂਰ ਭੇਜੋ, ਅਸੀਂ ਇਹ ਜ਼ਰੂਰ ਪੜ੍ਹਨੀ ਆ। ਤਾਂ ਮੈਂ ਉਹਦੇ ਇੱਕ ਫਿਕਰੇ ਦੀ ਗੱਲ ਕਰਨਾ ਚਾਹੂੰਗਾ। ਉਸ ਕਹਾਣੀ ਦੇ ਵਿੱਚ ਇੱਕ ਜਗ੍ਹਾ ਤੇ ਫਿਕਰਾ ਆਉਂਦਾ ਜਿੱਥੇ ਪਤੀ ਪਤਨੀ ਦਾ ਥੋੜ੍ਹਾ ਜਿਹਾ ਆਪਸ ਦੇ ਵਿੱਚ ਤਕਰਾਰ ਹੁੰਦੀ ਆ ਤੇ ਉਹਦੀ ਪਤਨੀ ਬੋਲਦੀ ਆ ਵੀ ਮੈਂ ਵੀ ਕੋਈ ਹੋਰ ਰਾਹ ਦੇਖਣ ਜੋਗੀ ਹੋ ਜਾਊਂਗੀ, ਕੋਈ ਗੱਲ ਨਹੀਂ ਜਿਵੇਂ ਤੂੰ ਕਰਨਾ ਕਰ। ਤਾਂ ਉਸ ਫਿਕਰੇ ਤੋਂ ਬਾਅਦ ਜਿਹੜਾ ਉਹ ਮੈਂ ਪਾਤਰਾ ਜਾਂ ਜਿਹੜਾ ਬਿਰਤਾਂਤਕਾਰ ਆ ਉਹਦੇ ਮਨ ਦੇ ਵਿੱਚ ਸ਼ੱਕ ਦੇ ਜਿਹੜੇ ਬੱਦਲ ਉੱਠ ਖੜਦੇ ਆ। ਉਹ ਸੋਚਦਾ ਵੀ ਐਡੀ ਸੋਹਣੀ ਔਰਤ ਨਾਲ ਜਾਂ ਕੁੜੀ ਨਾਲ ਮੇਰਾ ਵਿਆਹ ਕਿੱਥੇ ਹੋਣਾ ਸੀਗਾ, ਵੀ ਕਿਤੇ ਜਿਹੜਾ ਸਾਡਾ ਪਰਿਵਾਰ ਆ ਟੁੱਟ ਨਾ ਜਾਵੇ। ਇਸ ਤਰ੍ਹਾਂ ਦਾ ਉਹਦੇ ਮਨ ਦੇ ਵਿੱਚ ਜਿਹੜੇ ਸ਼ੰਕੇ ਪੈਦਾ ਹੁੰਦੇ ਆ। ਤਾਂ ਇੱਥੋਂ ਅਸੀਂ ਫਿਰ ਕੀ ਇਹ ਸਮਝ ਸਕਦੇ ਜਿਹੜਾ ਚਾਹੇ ਪੜ੍ਹਿਆ ਲਿਖਿਆ ਮਰਦ ਆ, ਜਿਵੇਂ ਉਹ ਇੱਕ ਅਧਿਆਪਕ ਆ ਕਹਾਣੀ ਦੇ ਵਿੱਚ, ਤੇ ਮੈਨੂੰ ਲੱਗਦਾ ਜਿਹੜਾ ਅਧਿਆਪਕ ਵਰਗ ਅਸੀਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਬੁੱਧੀਜੀਵੀ ਮੰਨਦੇ ਹਾਂ ਸਮਾਜ ਦੇ ਵਿੱਚ, ਕਿਸੇ ਵੀ ਸਮਾਜ ਦੇ ਵਿੱਚ, ਤਾਂ ਕਿ ਉਹ ਵੀ ਔਰਤ ਨੂੰ ਆਪਣੀ ਬਰਾਬਰ ਤੇ ਆਉਣ ਦਾ ਮੌਕਾ ਨਹੀਂ ਦੇਣਾ ਚਾਹੁੰਦਾ ਜਾਂ ਉਹਦੀ ਬਰਾਬਰੀ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦਾ। ਤੁਸੀਂ ਇਸ ਫਿਕਰੇ ਨੂੰ ਕਿਵੇਂ ਕਹਾਣੀ ਦੇ ਵਿੱਚ ਲਿਆ ਜਾਂ ਉਹਦੀ ਪਿੱਠਭੂਮੀ 'ਚ ਤੁਸੀਂ ਕੀ ਸੋਚਿਆ, ਤੁਹਾਡੇ ਵਿਚਾਰ ਕੀ ਹੈ ਜੀ? ਹਾਂਜੀ, ਕ੍ਰਾਂਤੀ ਕਿਉਂ ਨਹੀਂ ਆਉਂਦੀ ਜਿਹੜੀ ਕਹਾਣੀ ਹੈ, ਇੱਕ ਅਧਿਆਪਕ ਨਾਲੋਂ ਵੱਧ ਉਹ ਇੱਕ ਬੁੱਧੀਮਾਨ ਬੰਦੇ ਦੀ ਤੇ ਖਾਸ ਕਰਕੇ ਕਮਿਊਨਿਸਟ ਵਿਚਾਰਧਾਰਾ ਵਾਲੇ ਬੰਦੇ ਦੀ ਕਹਾਣੀ ਹੈ। ਇਹ ਕਹਾਣੀ ਨੂੰ ਤੁਸੀਂ ਆਰਾਮ ਨਾਲ ਪੜ੍ਹੋਗੇ ਜੇ ਮਤਲਬ ਬਿਨਾਂ ਉਹਦੇ ਵਿਚਾਰਧਾਰਕ ਪਹਿਲੂ ਵੱਲ ਧਿਆਨ ਦਿੱਤੇ ਆ, ਜਾਂ ਕਹਿ ਲਓ ਵੀ ਇੱਕ ਸਧਾਰਨ ਪਾਠ ਕਿਵੇਂ ਪੜ੍ਹੂਗਾ, ਤਾਂ ਇੱਕ ਲਵ ਸਟੋਰੀ ਹੈ। ਲਵ ਸਟੋਰੀ ਹੈ ਜਿਹੜੀ ਉਹਦੇ ਵਿੱਚ ਇੱਕ ਵਿਆਹਿਆ ਬੰਦਾ ਇੱਕ ਕੁਆਰੀ ਕੁੜੀ ਨੂੰ ਪਿਆਰ ਕਰਦਾ, ਕੁਆਰੀ ਕੁੜੀ ਵੀ ਉਹਨੂੰ ਕਰਦੀ ਆ, ਪਰ ਜਦੋਂ ਇੱਕ ਆਪਣੀ ਸੀਮਾ ਤੋਂ ਅੱਗੇ ਲੰਘਣ ਦਾ ਯਤਨ ਕਰਦਾ ਤਾਂ ਕੁੜੀ ਉਹਨੂੰ ਕਹਿੰਦੀ ਹੈ ਕਿ ਤੂੰ ਪਹਿਲਾਂ ਉਹਨੂੰ ਛੱਡ ਦੇ ਜਿਹੜੀ ਤੈਨੂੰ ਵਿਆਹੀ ਹੋਈ ਆ, ਜੇ ਤੂੰ ਮੈਨੂੰ ਅਪਣਾਉਣਾ ਤਾਂ ਮੈਨੂੰ ਉਹਨੂੰ ਛੱਡ ਕੇ ਫੇਰ ਅਪਣਾ, ਮੈਨੂੰ ਪੂਰੀ ਤਰ੍ਹਾਂ ਅਪਣਾ ਜੇ ਅਪਣਾਉਣਾ। ਤਾਂ ਇੱਥੇ ਕਹਾਣੀ ਜਿਹੜੀ ਹੈਗੀ ਆ, ਇਹਦਾ ਦੂਜਾ ਜਿਹੜਾ ਪੱਧਰ ਹੈ ਉਹ ਹੈ ਇਹਦਾ ਰਾਜਨੀਤਿਕ ਹੋਣਾ। ਇਹ ਕਹਾਣੀ ਲਵ ਸਟੋਰੀ ਹੋਣ ਦੇ ਨਾਲ ਨਾਲ ਇੱਕ ਰਾਜਨੀਤਿਕ ਕਹਾਣੀ ਵੀ ਆ। ਤਾਂ ਰਾਜਨੀਤਿਕ ਕਹਾਣੀ ਦੇ ਤੌਰ ਤੇ ਮੈਂ ਇਹ ਕਹਿਣਾ ਚਾਹਿਆ ਕਿ ਜਿਹੜੀ ਸਾਡੀ ਪੰਜਾਬ ਦੀ ਜਾਂ ਭਾਰਤ ਦੀ ਕਮਿਊਨਿਸਟ ਲਹਿਰ ਹੈ, ਜਿਹਨੇ ਸਮਾਜ ਨੂੰ ਬਰਾਬਰ ਕਰਨ ਵਾਲੀ ਇੱਕ ਲਹਿਰ ਚਲਾਈ ਕਿ ਜਿੱਥੇ ਗਰੀਬੀ ਨਹੀਂ ਹੋਵੇਗੀ, ਅਮੀਰੀ ਨਹੀਂ ਹੋਵੇਗੀ, ਸਾਰੇ ਲੋਕ ਬਰਾਬਰ ਹੋਣਗੇ, ਕੋਈ ਕਿਸੇ ਦਾ ਸ਼ੋਸ਼ਣ ਨਹੀਂ ਕਰੇਗਾ। ਬਹੁਤ ਵਧੀਆ ਵਿਚਾਰ ਸੀ ਇਹ, ਇੱਕ ਬਰਾਬਰੀ ਵਾਲਾ ਸਮਾਜ ਸਿਰਜਣ ਵੱਲ ਇਹ ਲਹਿਰ ਸਾਰੀ ਦੁਨੀਆ ਦੇ ਵਿੱਚ ਚੱਲੀ। ਆਪਾਂ ਸਾਰੇ ਜਾਣਦੇ ਹਾਂ ਵੀ ਲਹਿਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚੱਲੀ, ਤੇ ਪਰ ਇਹ ਲਹਿਰ ਕਾਮਯਾਬ ਕਿਉਂ ਨਹੀਂ ਹੋਈ ਜਾਂ ਸੀਮਿਤ ਕਿਉਂ ਹੋ ਗਈ ਜਾਂ ਬਹੁਤ ਘੱਟ ਦੇਸ਼ਾਂ ਦੇ ਵਿੱਚ ਕਿਉਂ ਚੱਲੀ ਤੇ ਉੱਥੇ ਵੀ ਫਿਰ ਕਿਉਂ ਸਮਾਪਤ ਹੋ ਗਈ, ਉਹ ਗੱਲ ਨੂੰ ਸਮਝਣ ਵਾਲੀ ਇੱਕ ਛੋਟਾ ਜਿਹਾ ਯਤਨ ਸੀ। ਇਹ ਕਹਾਣੀ ਦੇ ਵਿੱਚ ਬਹੁਤ ਵੱਡਾ ਯਤਨ ਨਹੀਂ ਹੋ ਸਕਦਾ, ਇੱਕ ਪੱਖ ਨੂੰ ਆਪਾਂ ਛੂਹ ਸਕਦੇ ਹਾਂ। ਉਹ ਯਤਨ ਸੀ ਕਿ ਬੰਦਾ
ਆਪਣੇ ਵਰਤਮਾਨ ਪ੍ਰਬੰਧ ਨੂੰ ਛੱਡਣ ਨੂੰ ਤਿਆਰ ਨਹੀਂ, ਵਰਤਮਾਨ ਜੀਵਨ ਨੂੰ ਛੱਡਣ ਨੂੰ ਤਿਆਰ ਨਹੀਂ, ਵਰਤਮਾਨ ਜੀਵਨ ਸਾਥੀ ਨੂੰ ਛੱਡਣ ਨੂੰ ਤਿਆਰ ਨਹੀਂ, ਪਰ ਇੱਕ ਨਵੇਂ ਸਾਥੀ ਨੂੰ ਅਪਣਾਉਣਾ ਚਾਹੁੰਦਾ ਹੈ। ਨਵਾਂ ਸਾਥੀ ਤਦੇ ਬਣਾਇਆ ਜਾ ਸਕਦਾ ਜੇ ਤੁਸੀਂ ਵਰਤਮਾਨ ਨੂੰ ਛੱਡੋਗੇ। ਤਾਂ ਜੇ ਤੁਸੀਂ ਵਰਤਮਾਨ ਜੀਵਨ ਦੀਆਂ ਜਿਹੜੀਆਂ ਉਹ ਕਾਮਰੇਡ ਪਾਤਰ, ਜਿਹੜਾ ਉਹਦਾ ਪ੍ਰੋਫੈਸਰ ਕਾਮਰੇਡ ਪਾਤਰ ਹੈ, ਜਿਹੜਾ ਪਤਨੀ ਦੀ ਆਈ ਹੋਈ ਕਾਰ ਨੂੰ ਇੰਜੋਏ ਕਰ ਰਿਹਾ, ਟੈਲੀਵਿਜ਼ਨ ਨੂੰ ਮਾਣ ਰਿਹਾ ਤੇ ਫ੍ਰਿਜ ਨੂੰ ਮਾਣ ਰਿਹਾ, ਉਹ ਸਾਰੀਆਂ ਚੀਜ਼ਾਂ ਨੂੰ ਛੱਡਣ ਨੂੰ ਤਿਆਰ ਨਹੀਂ, ਪਰ ਚਾਹੁੰਦਾ ਕ੍ਰਾਂਤੀ ਆ ਜਾਵੇ। ਉਹ ਕ੍ਰਾਂਤੀ ਕਹਿੰਦੀ ਹੈ ਕਿ ਮੈਂ ਇਸ ਤਰ੍ਹਾਂ ਨਹੀਂ ਆਉਂਦੀ ਹੈਗੀ, ਤੂੰ ਪਹਿਲਾਂ ਉਹਨੂੰ ਛੱਡ। ਯਾਨੀ ਕ੍ਰਾਂਤੀ ਲੈ ਕੇ ਆਉਣ ਲਈ ਤੁਹਾਨੂੰ ਆਪਣੇ ਆਰਾਮ ਦਾ ਤਿਆਗ ਕਰਨਾ ਪੈਂਦਾ, ਤੁਹਾਨੂੰ ਆਪਣੇ ਸੁੱਖ ਤੇ ਆਰਾਮ ਦਾ ਤਿਆਗ ਕਰਨਾ ਪੈਂਦਾ, ਤਾਂ ਹੀ ਤੁਸੀਂ ਕ੍ਰਾਂਤੀ ਜਾਂ ਤਬਦੀਲੀ ਹੈ ਜਿਹੜੀ, ਜਾਂ ਕਹਿ ਲਓ ਜੀਵਨ ਦਾ ਦੂਜਾ ਮਾਡਲ ਹੈ ਜਿਹੜਾ, ਉਹ ਲਿਆ ਸਕਦੇ ਹੋ। ਜੇ ਤੁਸੀਂ ਪਹਿਲੇ ਨੂੰ ਛੱਡੋਗੇ, ਜੇ ਤੁਸੀਂ ਪਹਿਲੇ ਦੇ ਸੁੱਖਾਂ ਨੂੰ ਛੱਡਦੇ ਨਹੀਂ, ਤਾਂ ਤੁਸੀਂ ਦੂਜੇ ਦੇ ਸੁੱਖਾਂ ਨੂੰ ਵੀ ਅਪਣਾ ਨਹੀਂ ਸਕਦੇ ਹੈਗੇ। ਜੀ, ਮਤਲਬ ਕਹਿਣ ਦਾ ਮਤਲਬ ਜਿੰਨਾ ਚਿਰ ਅਸੀਂ ਪਹਿਲਾਂ ਦੀ ਆਰਾਮਦਾਇਕਤਾ ਨਹੀਂ ਤਿਆਗਾਂਗੇ, ਸੰਘਰਸ਼ ਦੇ ਵਿੱਚ ਨਹੀਂ ਪਵਾਂਗੇ, ਤਾਂ ਮੈਨੂੰ ਲੱਗਦਾ ਅਗਲਾ ਬਿਹਤਰ ਜੀਵਨ ਅਸੀਂ ਨਹੀਂ ਅਪਣਾ ਸਕਾਂਗੇ ਨਾ। ਮੇਰੇ ਖਿਆਲ 'ਚ ਇਹੀ ਤੁਸੀਂ ਕਹਿਣਾ ਚਾਹੁੰਦੇ ਸੀਗੇ। ਇਸੇ ਦੇ ਨਾਲ ਹੀ ਜਿਹੜੀ ਇੱਕ ਹੋਰ ਗੱਲ ਮੈਂ ਕਰਨਾ ਚਾਹੁੰਦਾ, ਕ੍ਰਾਂਤੀ ਕਿਉਂ ਨਹੀਂ ਆਉਂਦੀ ਕਹਾਣੀ ਦੇ ਬਾਰੇ ਮੇਰਾ ਅਗਲਾ ਸਵਾਲ ਆ। ਡਾਕਟਰ ਰਵੀ ਜੀ ਦੀ ਇੱਕ ਕਿਤਾਬ ਆ ਰਚਨਾ ਵਿਰਚਨਾ, ਮੈਂ ਉਹ ਪੜ੍ਹ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ। ਪਹਿਲਾਂ ਐਮਫਿਲ ਦੇ ਦੌਰਾਨ ਪੜ੍ਹੀ ਸੀ, ਤਾਂ ਤੁਹਾਡੇ ਪ੍ਰੋਗਰਾਮ ਕਰਕੇ ਪਿਛਲੇ ਦਿਨਾਂ ਦੇ ਵਿੱਚ ਦੁਬਾਰਾ ਫੇਰ ਪੜ੍ਹ ਰਿਹਾ ਸੀਗਾ। ਤਾਂ ਉਹ ਇੱਕ ਜਗ੍ਹਾ ਤੇ ਤੁਹਾਡੀ ਕਹਾਣੀ ਦੇ ਬਾਰੇ ਟਿੱਪਣੀ ਕਰਦੇ ਆ ਵੀ ਜਿਹੜੇ ਉਹਦੇ ਵਿੱਚ ਬੱਚੀ ਆ, ਉਹ ਕਹਿੰਦੀ ਵੀ ਜਦੋਂ ਮੰਮੀ ਕਾਰ ਚਲਾਉਣਾ ਸਿੱਖੂਗੀ ਤਾਂ ਫਿਰ ਘਰ ਦੇ ਅਸੀਂ ਮਾਰਪੀਟ ਕਰਿਆ ਕਰਾਂਗੇ, ਹੈ ਨਾ, ਜਾਂ ਮਾਰਪੀਟ ਜਾਇਆ ਕਰਾਂਗੇ। ਮਤਲਬ ਕਹਿਣਾ ਚਾਹੁੰਦੀ ਉਹ ਮਾਰਕੀਟ ਜਾਇਆ ਕਰਾਂਗੇ ਫਿਰ ਅਸੀਂ। ਡਾਕਟਰ ਰਵੀ ਜੀ ਕਹਿੰਦੇ ਆ ਵੀ ਇੱਥੇ ਜਿਹੜਾ ਲੇਖਕ ਦਾ ਮਤਲਬ ਸੁਚੇਤਕ ਤੌਰ ਤੇ ਜਿਹੜਾ ਉਹ ਉਹਦੇ ਮੂੰਹ ਦੇ ਵਿੱਚੋਂ ਮਾਰਕੀਟ ਦੀ ਥਾਂ ਤੇ ਮਾਰਪੀਟ ਬੁਲਵਾਉਂਦਾ ਜਿਹੜਾ ਲੇਖਕ, ਇਹ ਸੁਚੇਤ ਯਤਨ ਆ। ਤੇ ਹੁਣ ਜਦੋਂ ਅਸੀਂ ਸਾਡੇ ਜੇ ਕਥਾ ਜਗਤ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਮੰਨਿਆ ਜਾਂਦਾ ਜਿਹੜਾ ਲੇਖਕ ਸੁਚੇਤ ਤੌਰ ਤੇ ਕਹਾਣੀ ਦੇ ਵਿੱਚ ਦਖਲ ਨਾ ਦੇਵੇ, ਜ਼ਿਆਦਾਤਰ ਜਿਹੜੀ ਹੁਣ ਤੱਕ ਦੀ ਸਾਡੀ ਧਾਰਨਾ ਬਣੀ ਹੋਈ ਆ। ਤਾਂ ਇਸ ਸੁਚੇਤ ਯਤਨ ਨੂੰ, ਜਿਸ ਵੱਲ ਜਿਹੜਾ ਡਾਕਟਰ ਰਵੀ ਜੀ ਇਸ਼ਾਰਾ ਕਰਦੇ ਆ, ਉਹਨੂੰ ਤੁਸੀਂ ਕਿਵੇਂ ਲੈਂਦੇ ਹੋ, ਉਸ ਕਲਾਤਮਕਤਾ ਨੂੰ? ਵੀ ਉਹ ਨਕਾਰਾਤਮਕ ਤੌਰ ਤੇ ਦੇਖਦੇ ਹੋ ਜਾਂ ਸਕਾਰਾਤਮਕ? ਤੁਹਾਡਾ ਕੀ ਵਿਚਾਰ ਆ, ਤੁਸੀਂ ਕਿਵੇਂ ਦੇਖਦੇ ਹੋ? ਹਾਂਜੀ, ਕਹਾਣੀ ਘੜਨੀ ਚਾਹੇ ਉਹ ਕਹਾਣੀ ਦੀ ਕਹਾਣੀ ਹੈ, ਚਾਹੇ ਉਹ ਨਾਵਲ ਦੀ ਕਹਾਣੀ ਹੈ, ਇਹ ਇੱਕ ਕਾਫੀ ਮਿਹਨਤ ਵਾਲਾ ਕੰਮ ਹੁੰਦਾ। ਕਹਾਣੀ ਲਿਖਣ ਤੋਂ ਪਹਿਲਾਂ ਜਿਹੜੀਆਂ ਕਹਾਣੀਆਂ ਅਸੀਂ ਪੜ੍ਹਦੇ ਹਾਂ, ਕਿਤਾਬਾਂ ਅਨੇਕਾਂ ਕਹਾਣੀਆਂ ਪੜ੍ਹਦੇ ਹਾਂ ਤੇ ਚਿੰਤਨ ਕਰਦੇ ਹਾਂ, ਉਹ ਬਹੁਤ ਜ਼ਿਆਦਾ ਇਹਦੇ ਵਿੱਚ ਮਹੱਤਵ ਰੱਖਦਾ। ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਹਾਣੀ ਲਿਖਣ ਦੇ ਵਿੱਚ ਸੁਚੇਤ ਯਤਨ ਨਹੀਂ ਹੁੰਦਾ ਹੈਗਾ। ਕਹਾਣੀ ਲਿਖਣ ਦੇ ਵਿੱਚ ਸੁਚੇਤ ਯਤਨ ਵੀ ਹੁੰਦੇ ਨੇ। ਕਹਾਣੀਕਾਰ ਆਪਣਾ ਪੂਰਾ ਜ਼ੋਰ ਲਗਾਉਂਦਾ ਹੈ ਕਿ ਮੇਰੀ ਕਹਾਣੀ ਦੀ ਜਿਹੜੀ ਰੂਪ ਰੇਖਾ ਕੀ ਹੋਏਗੀ, ਇਹ 'ਚ ਪਾਤਰ ਕਿੰਨੇ ਹੋਣਗੇ, ਇਹ 'ਚ ਵਾਰਤਾਲਾਪ ਕਿਹੜੇ ਹੋਣਗੇ। ਤਾਂ ਉਹ ਆਪਣੇ ਵੱਲੋਂ ਕਹਾਣੀ ਨੂੰ ਵਧੀਆ ਰੂਪ ਦੇਣ ਲਈ ਪੂਰਾ ਜ਼ੋਰ ਲਾਉਂਦਾ ਸੁਚੇਤ ਤੌਰ ਤੇ। ਪਰ ਫਿਰ ਵੀ ਕਈ ਕੁਛ ਇਹੋ ਜਿਹਾ ਵਾਪਰ ਜਾਂਦਾ ਜਿਹਦੇ ਬਾਰੇ ਉਹਨੂੰ ਖੁਦ ਨਹੀਂ ਪਤਾ ਹੁੰਦਾ ਹੈਗਾ ਕਿ ਇਹ ਮੈਂ ਕੀ ਲਿਖ ਬੈਠਿਆ। ਤੇ ਫਾਰ ਐਗਜ਼ਾਮਪਲ ਮੇਰੀ ਕਹਾਣੀ ਸੂਰਜਵੰਸ਼ੀ ਹੈ, ਉਹਦੀਆਂ ਪਹਿਲੀਆਂ 2-3 ਲਾਈਨਾਂ ਨੇ। ਉਹ ਲਾਈਨ ਹੈਗੀ ਆ, ਕਾਮਰੇਡ ਦੇ ਬੈਠ ਦੀ ਸਾਰ ਹੀ ਜਿਪਸੀ ਤੁਰ ਪਈ, ਕੱਚੇ ਰਸਤੇ ਤੋਂ ਹੁੰਦੀ ਹੋਈ, ਤੌੜ ਵਾਲੇ ਕੱਚੇ ਰਸਤੇ ਤੋਂ ਹੁੰਦੀ ਹੋਈ ਜਿਪਸੀ ਲਿੰਕ ਰੋਡ ਤੇ ਆ ਚੜੀ ਸੀ। ਲਿੰਕ ਰੋਡ ਤੋਂ ਉਸਨੇ ਸ਼ਹਿਰ ਵੱਲ ਨੂੰ ਜਾਂਦੇ ਮੇਨ ਰੋਡ ਤੇ ਚੜ੍ਹਦਿਆਂ ਸਪੀਡ ਫੜ ਲਈ। ਤਾਂ ਇਹ 2-3 ਲਾਈਨਾਂ ਨੇ ਜਿਹੜੀਆਂ ਮੈਨੂੰ ਕਿਸੇ ਆਲੋਚਕ ਨੇ ਪੁੱਛਿਆ, ਬਲਜਿੰਦਰ ਇਹ ਤੂੰ ਸੁਚੇਤ ਹੋ ਕੇ ਲਿਖੀਆਂ ਨੇ? ਮੈਂ ਕਿਹਾ ਨਹੀਂ, ਬਿਲਕੁਲ ਨਹੀਂ। ਮੈਂ ਤਾਂ ਇੱਕ ਤਸਵੀਰ ਕਸ਼ੀ ਕਰ ਰਿਹਾ, ਇੱਕ ਦ੍ਰਿਸ਼ ਬਣਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਸ਼ਹਿਰੋਂ ਆਇਆ ਕਾਮਰੇਡ ਹੈ, ਉਹ ਪਿੰਡ ਵਾਲੇ ਕਾਮਰੇਡ ਨੂੰ ਮਿਲ ਕੇ ਦੁਬਾਰਾ ਸ਼ਹਿਰ ਵੱਲ ਨੂੰ ਚੱਲਿਆ। ਉਹ ਕਹਿੰਦਾ ਤੇਰੀ ਇਹ ਕਹਾਣੀ ਦਾ ਬੜਾ ਮਤਲਬ ਬਣਦਾ, ਇਹ ਲਾਈਨਾਂ ਦਾ ਬੜਾ ਮਤਲਬ ਬਣਦਾ। ਮੈਂ ਕਿਹਾ ਕੀ ਮਤਲਬ ਬਣਦਾ? ਕਹਿੰਦੇ ਇਹ ਤੋਂ ਪਤਾ ਲੱਗਦਾ ਵੀ ਜਿਹੜੇ ਪਾਵਰ ਲੈਣ ਵਾਲੇ ਬੰਦੇ ਨੇ ਉਹ ਕਿਵੇਂ ਪਿੰਡਾਂ ਤੋਂ ਪਾਵਰ ਲੈਂਦੇ ਨੇ, ਸ਼ਹਿਰਾਂ ਜਾ ਕੇ ਟਿਕਦੇ ਨੇ, ਫਿਰ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਵੱਡੀਆਂ ਕੁਰਸੀਆਂ ਸੰਭਾਲਦੇ ਨੇ। ਤਾਂ ਇਸ ਤਰ੍ਹਾਂ ਇੱਕ ਲਿੰਕ ਰੋਡ ਤੋਂ ਦੂਜੇ ਲਿੰਕ ਰੋਡ ਤੇ ਮੇਨ ਰੋਡ ਤੇ ਹੁੰਦਾ ਹੋਇਆ ਬੰਦਾ ਕਿਵੇਂ ਤਾਕਤ ਦੇ ਗਲਿਆਰੇ ਨੇ, ਜਿਹੜੇ ਸੱਤਾ ਦੇ ਗਲਿਆਰੇ ਨੇ, ਜਿਹੜੇ ਉੱਥੇ ਤੱਕ ਪਹੁੰਚ ਜਾਂਦਾ ਹੈ ਜਦੋਂ ਉਹਦੀਆਂ ਜੜ੍ਹਾਂ ਥੱਲੇ ਤੱਕ ਹੁੰਦੀਆਂ ਨੇ। ਤਾਂ ਹੁਣ ਇਹ ਵਿਆਖਿਆ ਜਿਹੜੀ ਹੈਗੀ ਆ, ਮੈਨੂੰ ਨਹੀਂ ਸੀ ਪਤਾ ਹੈਗਾ ਵੀ ਮੈਂ ਜੋ ਲਿਖ ਰਿਹਾ ਤਾਂ ਇਹਦਾ ਮਤਲਬ ਹੀ ਨਿਕਲੂਗਾ। ਕਈ ਵਾਰ ਰਾਈਟਰ ਨੂੰ ਨਹੀਂ ਪਤਾ ਹੁੰਦਾ ਹੈਗਾ ਵੀ ਉਹ ਜੋ ਲਿਖ ਰਿਹਾ, ਪਰ ਕਈ ਵਾਰ ਪਤਾ ਹੁੰਦਾ। ਇਹ 50-50% ਦਾ ਮੈਂ ਮੋਟੇ ਤੌਰ ਤੇ ਕਹਾਂ ਹੁੰਦਾ, ਪਰ ਕਈ ਵਾਰ ਕੋਈ ਕਿਸੇ ਪਾਸੇ ਪ੍ਰਤੀਸ਼ਤਤਾ ਵੱਧ ਵੀ ਸਕਦੀ ਹੈ। ਕਈ ਵਾਰ ਲੋੜ ਤੋਂ ਵੱਧ ਸੁਚੇਤਤਾ ਜਿਹੜੀ ਹੈਗੀ ਆ ਉਹ ਰਚਨਾ ਦਾ ਨਾਸ਼ ਵੀ ਮਾਰ ਦਿੰਦੀ ਹੈ। ਜਿਵੇਂ ਕਹਿੰਦੇ ਹੁੰਦੇ ਨੇ ਵੀ ਕਈ ਮੁੰਡੇ ਕਹਿੰਦੇ ਨੇ ਮੈਂ ਬਹੁਤ ਸੋਹਣੀ ਕੁੜੀ ਨਾਲ ਵਿਆਹ ਕਰਾਉਣਾ,
ਤੇ ਜਦੋਂ ਕਰਾਉਂਦੇ ਨੇ ਫਿਰ ਉਹ ਮਤਲਬ ਉਸ ਤਰ੍ਹਾਂ ਦੀ ਕੁੜੀ ਨਾਲ ਨਹੀਂ ਕਰਾ ਪਾਉਂਦੇ ਹੈਗੇ, ਤੇ ਫਿਰ ਕਹਿੰਦੇ ਨੇ ਵੀ ਉਹ ਮਤਲਬ ਉਹਦੇ ਵਾਸਤੇ ਇੱਕ ਬੜੀ ਅਜੀਬ ਤਰ੍ਹਾਂ ਦੀ ਕਹਾਵਤ ਵਰਤੀ ਜਾਂਦੀ ਹੈ, ਮੈਂ ਉਹ ਨਹੀਂ ਉਚਾਰਾਂਗਾ ਹੁਣ ਇੱਥੇ। ਤਾਂ ਕਹਿਣ ਦਾ ਮਤਲਬ ਹੁੰਦਾ ਵੀ ਲੋੜ ਤੋਂ ਵੱਧ ਯਤਨ ਨੇ ਜਿਹੜੇ ਕਈ ਵਾਰ ਤੁਹਾਡੀ ਰਚਨਾ ਦਾ ਨਾਸ਼ ਵੀ ਮਾਰ ਦਿੰਦੇ ਨੇ। ਪਰ ਰਾਈਟਰ ਸਾਰੇ ਹੀ ਯਤਨ ਕਰਦੇ ਨੇ ਕਿ ਉਹਨਾਂ ਦੀ ਰਚਨਾ ਦੀ ਰੂਪ ਰੇਖਾ ਨਵੀਂ ਤਰ੍ਹਾਂ ਦੀ ਹੋਵੇ, ਨਿਵੇਕਲੀ ਤਰ੍ਹਾਂ ਦੀ ਹੋਵੇ, ਵੱਖਰੀ ਤਰ੍ਹਾਂ ਦੀ। ਜੀ, ਮਤਲਬ ਜਿਹੜਾ ਸੁਚੇਤ ਯਤਨ ਹੈ, ਕਿਤੇ ਨਾ ਕਿਤੇ ਕਹਾਣੀਕਾਰ ਸੁਚੇਤ ਜ਼ਰੂਰ ਹੁੰਦਾ ਹੈ, ਪਰ ਉਹ ਸੁਚੇਤਤਾ ਜਿਹੜੀ ਵਿਚਾਰਧਾਰਾ ਕਿਤੇ ਨਾ ਕਿਤੇ ਨਾਅਰਾ ਨਹੀਂ ਬਣਨੀ ਚਾਹੀਦੀ, ਪ੍ਰਤੱਖ ਨਹੀਂ ਹੋਣੀ ਚਾਹੀਦੀ। ਜੀ ਸ਼ੁਕਰੀਆ ਸਰ। ਇਸੇ ਦੇ ਨਾਲ ਹੀ ਮੈਂ ਥੋੜ੍ਹਾ ਜਿਹਾ ਜਿਵੇਂ ਸ਼ੈਲੀ ਦੇ ਬਾਰੇ ਗੱਲਬਾਤ ਹੋਈ ਆ ਅਸੀਂ, ਤਾਂ ਮੈਂ ਸ਼ੈਲੀ ਦੀ ਗੱਲ ਨੂੰ ਹੀ ਅੱਗੇ ਤੋਰਨਾ ਚਾਹਾਂ ਤਾਂ ਤੁਹਾਡਾ ਲੇਟੈਸਟ ਨਾਵਲ ਹੈ ਜਿਹੜਾ ਅੰਬਰ ਪਰੀਆਂ, ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਤੁਸੀਂ ਉਹਦੇ 'ਚ ਕੀ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਆ, ਜਾਂ ਮਤਲਬ ਉਹ ਕਿਵੇਂ ਵੱਖਰਾ ਦੂਜੇ ਨਾਵਲਾਂ ਤੋਂ ਜੋ ਹੁਣ ਤੱਕ ਦੀ ਸਾਡੇ ਕੋਲੇ ਨਾਵਲ ਵਿਧਾ ਪਰੰਪਰਾਗਤ ਚੱਲਦੀ ਆ ਰਹੀ ਆ? ਤੁਸੀਂ ਉਹਦੇ ਬਾਰੇ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਜ਼ਰੂਰ ਦਿਓ। ਹਾਂਜੀ, ਮੈਂ ਪੰਜਾਬੀ ਦੇ ਨਾਵਲ ਵੀ ਪੜ੍ਹਦਾ, ਹਿੰਦੀ ਦੇ ਵੀ ਕਾਫੀ ਪੜ੍ਹਦਾ ਰਿਹਾ, ਤੇ ਪੰਜਾਬੀ 'ਚ ਅਨੁਵਾਦ ਹੋਏ ਰਸ਼ੀਅਨ ਨਾਵਲ ਵੀ ਬਹੁਤ ਪੜ੍ਹੇ ਨੇ, ਤੇ ਅੰਗਰੇਜ਼ੀ ਦੇ ਨਾਵਲ ਮੈਂ ਅਨੁਵਾਦ ਹੋਏ ਵੀ ਪੜ੍ਹੇ ਨੇ, ਅੰਗਰੇਜ਼ੀ ਦੇ ਵਿੱਚ ਓਰੀਜਨਲ ਤੌਰ ਤੇ ਵੀ ਮੈਂ ਪੜ੍ਹ ਲੈਂਦਾ ਅੰਗਰੇਜ਼ੀ ਦੇ ਨਾਵਲ। ਤਾਂ ਵਰਲਡ ਲਿਟਰੇਚਰ ਦੇ ਨਾਲ ਮੈਂ ਜੁੜਿਆ ਹੋਇਆ ਹਾਂ, ਸਪੈਨਿਸ਼ ਲਿਟਰੇਚਰ ਦੇ ਨਾਵਲ ਵੀ ਜਿਹੜੇ ਮੈਨੂੰ ਅੰਗਰੇਜ਼ੀ 'ਚ ਮਿਲੇ ਮੈਂ ਉਹ ਪੜ੍ਹਦਾ ਰਹਿਣਾ। ਤਾਂ ਮੇਰਾ ਇਹ ਮੰਨਣਾ ਸੀ ਕਿ ਪੰਜਾਬੀ ਨਾਵਲ ਹੈ ਜਿਹੜਾ, ਉਹਦੇ ਵਿੱਚ ਯਥਾਰਥਵਾਦੀ ਜਿਹੜੀ ਵਿਧੀ ਹੈ ਉਹ ਆਪਣੀ ਔਧ ਹੰਢਾ ਚੁੱਕੀ ਹੈ, ਉਹ ਬਹੁਤ ਜ਼ਿਆਦਾ ਵਰਤੀ ਗਈ ਹੈ, ਵਾਰ-ਵਾਰ ਵਰਤੀ ਗਈ ਹੈ, ਸਾਡੇ ਬਹੁਤ ਅੱਛੇ ਨਾਵਲਕਾਰਾਂ ਵੱਲੋਂ ਵਰਤੀ ਗਈ ਹੈ। ਉਹ ਉਸ ਸ਼ੈਲੀ ਦੇ ਵਿੱਚ ਬਹੁਤ ਅੱਛੇ ਨਾਵਲ ਆਏ ਨੇ ਪੰਜਾਬੀ ਦੇ ਵਿੱਚ, ਪਰ ਹੁਣ ਉਹ ਸ਼ੈਲੀ ਦੀ ਇੱਕ ਸੀਮਾ ਹੈ। ਪਾਠਕ ਵੀ ਕੁਛ ਨਵਾਂ ਚਾਹੁੰਦਾ, ਤੇ ਸਾਡਾ ਯਥਾਰਥ ਬੋਧ ਹੈ ਜਿਹੜਾ ਉਹ ਵੀ ਪ੍ਰਗਟ ਹੋਣ ਲਈ ਕੁਛ ਨਵੀਆਂ ਵਿਧੀਆਂ ਦੀ ਮੰਗ ਕਰਦਾ। ਸਾਡਾ ਯਥਾਰਥ ਪਹਿਲਾਂ ਨਾਲੋਂ ਕੰਪਲੀਕੇਟਡ ਵੀ ਹੋ ਗਿਆ, ਕਾਫੀ ਗੁੰਝਲਦਾਰ ਹੋ ਗਿਆ। ਤਾਂ ਮੈਂ ਕਿਸੇ ਨਵੀਂ ਸ਼ੈਲੀ ਦੀ ਤਲਾਸ਼ ਦੇ ਵਿੱਚ ਸੀ। ਮੈਂ ਜਦੋਂ ਸਪੈਨਿਸ਼ ਨਾਵਲ ਪੜ੍ਹ ਰਿਹਾ ਸੀ, ਗਾਰਸ਼ੀਅਨ ਪੜ੍ਹ ਰਿਹਾ ਸੀ, ਜਾਂ ਕੁਛ ਅੰਗਰੇਜ਼ੀ ਦੇ ਨਾਵਲਕਾਰ ਪੜ੍ਹ ਰਿਹਾ ਸੀ, ਤਾਂ ਮੈਨੂੰ ਲੱਗਦਾ ਸੀ ਕਿ ਸਾਨੂੰ ਕੋਈ ਨਵੀਂ ਵਿਧੀ ਅਪਣਾਉਣੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਥੋੜ੍ਹੇ ਸ਼ਬਦਾਂ ਦੇ ਵਿੱਚ ਵੱਡੀ ਗੱਲ ਕਹਿ ਸਕੀਏ, ਪ੍ਰਤੀਕਾਤਮਕ ਹੋਣੀ ਚਾਹੀਦੀ ਹੈ ਸਾਡੀ ਸ਼ੈਲੀ। ਤਾਂ ਉਹਦੇ ਵਿੱਚ ਫਿਰ ਮੈਂ ਇਸ ਨਾਵਲ ਦੇ ਉੱਪਰ ਕੰਮ ਕਰਨਾ ਸ਼ੁਰੂ ਕੀਤਾ। ਤਾਂ ਨਾਵਲ ਦੇ ਕੰਮ ਕਰਨ ਦਾ ਤਰੀਕਾ ਇਹ ਸੀ ਕਿ ਨਾਵਲ ਦੀ ਕਹਾਣੀ ਮੈਨੂੰ ਸਪਸ਼ਟ ਸੀ। ਜਦੋਂ ਮੈਂ ਨਾਵਲ ਲਿਖਣ ਬੈਠਿਆ ਤਾਂ ਉਦੋਂ ਪਹਿਲੇ ਦਿਨ ਤੋਂ ਨਾਵਲ ਦਾ ਸ਼ੁਰੂਆਤ, ਨਾਵਲ ਦਾ ਅੰਤ, ਨਾਵਲ ਦੀ ਕਹਾਣੀ, ਉਹਦੇ ਪਾਤਰ, ਬਹੁਤੇ ਪਾਤਰਾਂ ਦਾ ਵਾਰਤਾਲਾਪ ਮੈਨੂੰ ਬੜਾ ਸਪਸ਼ਟ ਸੀ। ਮੈਨੂੰ ਪਤਾ ਸੀ ਇਹਦੇ ਵਿੱਚ ਥੋੜ੍ਹੀ ਥੋੜ੍ਹੀ ਤਬਦੀਲੀ ਆਏਗੀ, ਕੁਛ ਪਾਤਰ ਨਵੇਂ ਆ ਜਾਣਗੇ, ਕੁਛ ਡਾਇਲਾਗ ਨਵੇਂ ਆ ਜਾਣਗੇ, ਬਟ ਕਹਾਣੀ ਮੁੱਖ ਤੌਰ ਤੇ ਹੀ ਰਹੂਗੀ। ਪਰ ਉਹ ਕਹਾਣੀ ਨੂੰ ਮੈਂ ਕਹਿਣਾ ਨਵੇਂ ਤਰੀਕੇ ਨਾਲ ਚਾਹੁੰਦਾ ਸੀ। ਤਾਂ ਇਸ ਲਈ ਜਦੋਂ ਨਾਵਲ ਲਿਖਣ ਬੈਠਿਆ ਤਾਂ ਮੈਂ ਯਤਨ ਇਹ ਕੀਤਾ ਕਿ ਮੈਂ ਨਾਵਲ ਦੀ ਸ਼ੈਲੀ ਹੈ ਜਿਹੜੀ, ਉਹਦੀ ਭਾਸ਼ਾ, ਉਹਦਾ ਕਹਿਣ ਦਾ ਤਰੀਕਾ ਉਹ ਬਿਲਕੁਲ ਨਵੀਂ ਤਰ੍ਹਾਂ ਦਾ ਅਪਣਾਵਾਂ, ਤਾਂ ਕਿ ਪਾਠਕ ਨੂੰ ਕੁਛ ਨਾ ਕੁਛ ਤਾਜ਼ਗੀ ਮਹਿਸੂਸ ਹੋਵੇ ਕਿ ਕੋਈ ਨਵੀਂ ਚੀਜ਼ ਪੜ੍ਹੀ ਹੈ। ਮੈਂ ਇੱਕ ਉਦਾਹਰਨ ਦਿਆਂਗਾ ਤੁਹਾਨੂੰ। ਇੱਕ ਚੈਪਟਰ ਹੈ ਜਿਹਦੇ ਵਿੱਚ ਅੰਬਰ ਆਪਣੇ ਪਰਿਵਾਰ ਦੇ ਨਾਲ ਕਾਰ ਦੇ ਵਿੱਚ ਆ ਰਿਹਾ, ਜੰਮੂ ਤੋਂ ਚੱਲਿਆ ਹੋਇਆ ਪੰਜਾਬ ਨੂੰ ਆ ਰਿਹਾ। ਤਾਂ ਉਸ ਚੈਪਟਰ ਦੀਆਂ ਅੰਤ ਵਾਲੀਆਂ ਲਾਈਨਾਂ ਨੇ ਜਿਹੜੀਆਂ ਮੈਂ ਕੀਤੀਆਂ ਨੇ, ਉਹਨਾਂ ਦੀ ਪੁਰਾਣੀ ਮਰੂਤੀ ਕਾਰ ਵੱਡੀਆਂ ਵੱਡੀਆਂ ਐਸਯੂਵੀਆਂ ਤੋਂ ਪਿੱਛੇ ਰਹਿੰਦੀ ਹੋਈ ਦੌੜੀ ਜਾ ਰਹੀ ਸੀ। ਉਹਨਾਂ ਦੀ ਪੁਰਾਣੀ ਮਰੂਤੀ, ਉਹਨਾਂ ਦੀ ਕਾਰ ਹਵੇਲੀਆਂ, ਸਾਬਿਆਂ, ਮੈਕਡੋਨਲਡਾਂ ਤੇ ਢਾਬਿਆਂ ਨੂੰ ਪਿੱਛੇ ਛੱਡਦੀ ਹੋਈ ਦੌੜੀ ਜਾ ਰਹੀ ਸੀ। ਇਹ ਚੈਪਟਰ ਤੇ ਐਂਡ ਹੋ ਜਾਂਦਾ ਇਹਦਾ। ਉਸ ਤੋਂ ਬਾਅਦ 2 ਜਾਂ 3 ਚੈਪਟਰ ਤੋਂ ਬਾਅਦ ਫਿਰ ਅਗਲਾ ਚੈਪਟਰ ਸ਼ੁਰੂ ਹੁੰਦਾ, ਤੇ ਉਹ ਚੈਪਟਰ ਦੀਆਂ ਪਹਿਲੀ ਲਾਈਨ ਹੈ, ਫਿਰ ਇਹੀ ਲਾਈਨਾਂ ਆਉਂਦੀਆਂ ਨੇ। ਉਹਨਾਂ ਦੀ ਪੁਰਾਣੀ ਮਰੂਤੀ ਕਾਰ ਵੱਡੀਆਂ ਨਵੀਂ ਐਸਯੂਵੀ ਕਾਰਾਂ ਤੋਂ ਪਿੱਛੇ ਰਹਿੰਦੀ ਹੋਈ ਦੌੜੀ ਜਾ ਰਹੀ ਸੀ, ਤੇ ਅਗਲੀ ਢਾਬੇ ਵਾਲੀ ਲਾਈਨ ਵੀ ਉਸ ਤਰ੍ਹਾਂ ਹੀ ਆਉਂਦੀ ਹੈ। ਪਰ ਹੁਣ ਇੱਥੇ ਉਹ ਪਹਿਲਾਂ ਉਹ ਹੈਗਾ ਸੀ ਜਿਹੜਾ ਜਲੰਧਰ ਤੋਂ ਪਿਛਲਾ ਇਲਾਕਾ ਪਠਾਨਕੋਟ ਦਾ ਏਰੀਆ, ਉਹ ਤੱਕ ਸਫ਼ਰ ਉਹਨਾਂ ਦਾ ਹੈਗਾ। ਪਰ ਹੁਣ ਇੱਥੇ ਜਿਹੜਾ ਉੱਥੋਂ ਅੱਗੇ ਦਾ ਸਫ਼ਰ ਉਹਦੇ ਵੇਰਵੇ ਨਹੀਂ ਮੈਂ ਦਿੱਤੇ। ਹੁਣ ਉਹ ਦੁਰਾਹਾ ਸ਼ਹਿਰ ਦੇ ਕੋਲ ਮੈਕਡੋਨਲਡ ਕ੍ਰਾਸ ਕਰ ਰਹੇ ਨੇ, ਜਿੱਥੋਂ ਦੁਬਾਰਾ ਸ਼ੁਰੂ ਹੁੰਦਾ। ਮਤਲਬ ਕਿ ਫਿਰ ਪਾਠਕ ਨੂੰ ਲੱਗਦਾ ਕਿ ਅੱਛਾ ਇਹ ਉਹੀ ਸਫ਼ਰ ਚੱਲ ਰਿਹਾ ਜੀ। ਤਾਂ ਇਸ ਤਰ੍ਹਾਂ ਮੈਜੀਕਲ ਤਰੀਕੇ ਨੇ ਜਿਹੜੇ ਮੈਂ ਇਹਦੇ ਵਿੱਚ ਲਿਆਉਣ ਦੇ ਯਤਨ ਕੀਤੇ ਨੇ। ਪੰਜਾਬੀ ਦੇ ਵਿੱਚ ਇਹਦੇ ਵਿੱਚ ਕਈ ਚੀਜ਼ਾਂ ਨਵੀਆਂ ਹੋਣਗੀਆਂ, ਕਈ ਮਤਲਬ ਪਾਠਕਾਂ ਨੂੰ ਖਾਸ ਕਰਕੇ ਜਿਹੜੇ ਲਿਖਣਾ ਚਾਹੁੰਦੇ ਨਾਵਲ ਬਾਰੇ, ਉਹਨਾਂ ਨੂੰ ਲਿਖਣ ਦੇ ਵਿੱਚ ਵੀ ਦਿੱਕਤ ਆਏਗੀ ਵੀ ਇਸ ਨੂੰ ਕਿਵੇਂ ਅਸੀਂ ਪਰਿਭਾਸ਼ਿਤ ਕਰੀਏ, ਕਿਵੇਂ ਲਿਖੀਏ। ਤਾਂ ਮੈਂ ਫਿਰ ਇੱਕ ਲੇਖ ਲਿਖਿਆ। ਉਹ ਲੇਖ ਮੇਰਾ ਜੇ ਹੁਣੇ ਪਬਲਿਸ਼ ਹੋਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੈਗਜ਼ੀਨ ਗੋਸ਼ਟ ਦੇ ਵਿੱਚ, ਜਾਦੂਈ ਯਥਾਰਥਵਾਦ ਦਾ ਨਾਵਲ।
ਉਹਦਾ ਸਿਧਾਂਤ ਕੀ ਹੈ, ਉਹਦੀ ਥਿਊਰੀ ਕੀ ਹੈ, ਮੈਂ ਉਹਨੂੰ ਸਮਝਾਉਣ ਦਾ ਯਤਨ ਕੀਤਾ। ਸਪੈਨਿਸ਼ ਭਾਸ਼ਾ ਦੇ ਵਿੱਚੋਂ ਮੈਂ ਉਹਦੀ ਸਮੱਗਰੀ ਇਕੱਤਰ ਕੀਤੀ ਆ ਜੋ ਅੰਗਰੇਜ਼ੀ 'ਚ ਮੈਨੂੰ ਮਿਲੀ, ਤਾਂ ਮੈਂ ਪੰਜਾਬੀ ਪਾਠਕਾਂ ਨੂੰ ਇੱਕ ਮਾਡਲ ਦੇਣ ਦਾ ਯਤਨ ਕੀਤਾ ਕਿ ਜਾਦੂਈ ਯਥਾਰਥਵਾਦ ਦਾ ਨਾਵਲ ਕੀ ਹੁੰਦਾ। ਹਾਲਾਂਕਿ ਮੈਂ ਦਾਅਵਾ ਨਹੀਂ ਕਰਦਾ ਹੈਗਾ ਕਿ ਅੰਬਰ ਪਰੀਆਂ ਪੂਰੀ ਤਰ੍ਹਾਂ ਜਾਦੂਈ ਯਥਾਰਥਵਾਦ ਦਾ ਨਾਵਲ ਹੈ, ਪਰ ਇਹਦੇ ਵਿੱਚ ਕਿਤੇ ਮੈਂ ਯਤਨ ਜ਼ਰੂਰ ਕੀਤੇ ਨੇ ਕਿ ਮੈਂ ਇਹਨੂੰ ਯਥਾਰਥਵਾਦੀ ਪਰੰਪਰਾ ਨੂੰ ਤੋੜ ਕੇ ਨਾਵਲ ਨੂੰ ਕੁਛ ਵੱਖਰੀ ਤਰ੍ਹਾਂ ਦੀ ਜਿਹੜੀ ਸ਼ੈਲੀ ਹੈ, ਤਾਜ਼ਗੀ ਭਰਪੂਰ ਸ਼ੈਲੀ ਪੰਜਾਬੀ 'ਚ ਦਵਾਂ। ਹੋ ਸਕਦਾ ਮੇਰਾ ਅਗਲਾ ਨਾਵਲ ਇਸ ਸ਼ੈਲੀ ਨੂੰ ਹੋਰ ਅੱਗੇ ਲੈ ਕੇ ਜਾਵੇ, ਮੈਂ ਉਹਦੇ ਤੇ ਕੰਮ ਕਰ ਰਿਹਾ। ਜੀ ਤਾਂ ਅਸੀਂ ਸੌਖੇ ਸ਼ਬਦਾਂ 'ਚ ਜੇ ਅਸੀਂ ਪਾਠਕ ਦੇ ਤੌਰ ਤੇ ਇੱਕ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਵੀ ਬਲਜਿੰਦਰ ਨਸਰਾਲੀ ਦਾ ਜਿਹੜਾ ਨਾਵਲ ਅੰਬਰ ਪਰੀਆਂ ਕਿਤੇ ਨਾ ਕਿਤੇ ਉਹ ਨਾਵਲ ਦਾ ਵਿਧਾਗਤ ਤੇ ਸ਼ੈਲੀਗਤ ਮੂੜਾ ਕੱਟਣ ਵਾਲਾ ਇੱਕ ਇਤਿਹਾਸਕ ਨਾਵਲ ਆ। ਇਸ ਤੋਂ ਬਾਅਦ ਹੋ ਸਕਦਾ ਸਾਡੀ ਜਿਹੜੀ ਨਾਵਲ ਦੀ ਪਰੰਪਰਾ ਉਹਦਾ ਇੱਕ ਬਹੁਤ ਵੱਡਾ ਮੂੜਾ ਕੱਟਿਆ ਜਾਵੇ। ਜਿਵੇਂ ਅਸੀਂ ਪਹਿਲਾਂ ਧਾਰਮਿਕ ਨਾਵਲਾਂ ਤੋਂ ਮੇਰੇ ਖਿਆਲ ਦੇ ਵਿੱਚ ਪ੍ਰਗਤੀਵਾਦ ਵੱਲ ਆਉਣੇ ਆ, ਤੇ ਪ੍ਰਗਤੀਵਾਦ ਤੋਂ ਬਾਅਦ ਯਥਾਰਥਵਾਦ ਦਾ ਇੱਕ ਲੰਮਾ ਚੌੜਾ ਪੀੜ ਸਾਡੇ ਵਿੱਚ ਚੱਲਦਾ ਹੈ ਸਾਰੀਆਂ ਵਿਧਾਵਾਂ ਦੇ ਵਿੱਚ, ਜਿਵੇਂ ਤੁਸੀਂ ਉਹ ਗੱਲ ਕਰ ਚੁੱਕੇ ਹੋ। ਤਾਂ ਤੁਸੀਂ ਇੱਕ ਗੱਲ ਕੀਤੀ ਸੀ ਵੀ ਇਹ ਪਾਠਕਾਂ ਨੂੰ ਜਾਦੂਈ ਯਥਾਰਥ ਵਾਲਾ ਜਿਹੜਾ ਨਾਵਲ ਆ ਕਿਸੇ ਨੂੰ ਸਮਝਣ ਦੇ ਵਿੱਚ ਵੀ ਮੁਸ਼ਕਲ ਆਉਂਦੀ ਹੈ, ਸਮਝ ਨਹੀਂ ਪਾਉਂਦੀ। ਤਾਂ ਇੱਥੇ ਇੱਕ ਮੈਂ ਡਾਕਟਰ ਰਘਵੀਰ ਸਿੰਘ ਜੋ ਸਿਰਜਣਾ ਮੈਗਜ਼ੀਨ ਚਲਾਉਂਦੇ ਆ ਉਹਨਾਂ ਦੀ ਟਿੱਪਣੀ ਦੀ ਜ਼ਿਕਰ ਕਰਨਾ ਚਾਹੂੰਗਾ। ਉਹ ਵੀ ਕਹਿੰਦੇ ਆ ਵੀ ਜਿਹੜਾ ਇਹ ਨਾਵਲ ਆ ਜਦੋਂ ਅਸੀਂ ਪਹਿਲੀ ਨਜ਼ਰੇ ਪੜ੍ਹਦੇ ਹਾਂ ਤਾਂ ਪਰੰਪਰਾਗਤ ਜਾਂ ਤਿਕੋਣੇ ਰਿਸ਼ਤਿਆਂ ਦਾ ਨਾਵਲ ਆ, ਪਰ ਜਦੋਂ ਇਸ ਨੂੰ ਦੁਬਾਰਾ ਜਾਂ ਗਹਿਨ ਤਰੀਕੇ ਨਾਲ ਅਸੀਂ ਦੇਖਣ ਦਾ ਕੋਸ਼ਿਸ਼ ਕਰਦੇ ਹਾਂ ਤਾਂ ਇਹ ਪਰੰਪਰਾਗਤ ਨਾਵਲਾਂ ਤੋਂ ਵੱਖਰਾ ਹੈ, ਇਹ ਸਧਾਰਨ ਨਾਵਲ ਨਹੀਂ ਗਾ। ਤਾਂ ਹੁਣ ਉਹ ਜਿਹੜਾ ਤਿਕੋਣੇ ਰਿਸ਼ਤੇ ਮੈਨੂੰ ਲੱਗਦਾ ਵੀ ਜਦੋਂ ਤੋਂ ਅਸੀਂ ਸਾਹਿਤ ਲਿਖ ਰਹੇ ਹਾਂ ਨਾਨਕ ਸਿੰਘ ਤੋਂ ਬਾਅਦ ਲਗਭਗ ਸਾਰੇ ਹੀ ਨਾਵਲਾਂ ਜਾਂ ਸਾਹਿਤ ਦੇ ਵਿੱਚ ਕਿਤੇ ਨਾ ਕਿਤੇ ਤਿਕੋਣੇ ਜਾਂ ਵਿਆਹ ਤੋਂ ਬਾਹਰੇ ਸੰਬੰਧਾਂ ਦੀ ਜਾਂ ਗੈਰ ਸੱਭਿਆਚਾਰਕ ਸੰਬੰਧਾਂ ਦਾ ਜ਼ਿਕਰ ਆਉਂਦਾ ਰਿਹਾ ਹੈ। ਤਾਂ ਫਿਰ ਇਹ ਸੰਬੰਧਾਂ ਨੂੰ ਅਸੀਂ ਵੱਖਰੇ ਕਿਵੇਂ ਲੈ ਸਕਦੇ ਹਾਂ? ਜਿਹੜੀ ਰਘਵੀਰ ਸਿਰਜਣਾ ਟਿੱਪਣੀ ਕਰਦਾ ਉਹ ਇਸ਼ਾਰਾ ਕਿਸ ਵੱਲ ਕਰਨਾ ਚਾਹੁੰਦੇ ਆ, ਉਹ ਵੀ ਜ਼ਰੂਰ ਸਾਡੇ ਨਾਲ ਸਾਂਝ ਪਾਓ। ਹਾਂਜੀ, ਇੱਕ ਤਾਂ ਮੈਂ ਇਹਦੇ ਵਿੱਚ ਯਤਨ ਕੀਤਾ ਹੈਗਾ ਕਿ ਪੰਜਾਬੀ ਨਾਵਲ ਦੇ ਵਿੱਚ ਪਾਤਰਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਬਹੁਤ ਬਰੀਕੀ ਦੇ ਨਾਲ, ਖਾਸ ਕਰਕੇ ਮੁਹੱਬਤ ਕਰਨ ਵਾਲੇ ਪਾਤਰਾਂ ਦੀ ਜਿਹੜੀ ਮਾਨਸਿਕਤਾ ਹੈ, ਤਿਕੋਣੇ ਸੰਬੰਧਾਂ ਦੇ ਵਿੱਚ ਜਿਹੜੇ ਪਾਤਰ ਨੇ ਉਹ ਕਿਵੇਂ ਇੱਕ ਦੂਜੇ ਬਾਰੇ ਸੋਚਦੇ ਨੇ, ਉਹ ਮਾਨਸਿਕਤਾ ਬਹੁਤ ਵਧੀਆ ਤਰੀਕੇ ਨਾਲ ਉੱਭੜ ਕੇ ਸਾਹਮਣੇ ਨਹੀਂ ਆਈ। ਤਾਂ ਮੈਂ ਇਹਦੇ ਵਿੱਚ ਜਿਹੜੇ ਮਾਨਸਿਕ ਵੇਰਵੇ ਨੇ, ਭਾਵੇਂ ਉਹ ਅੰਬਰ ਦੇ ਨੇ, ਭਾਵੇਂ ਉਹ ਜੋਇਆ ਦੇ ਨੇ, ਭਾਵੇਂ ਕਿਰਨਜੀਤ ਦੇ ਨੇ, ਉਹ ਦੇਣ ਦਾ ਬਹੁਤ ਯਤਨ ਕੀਤਾ ਮਿਹਨਤ ਦੇ ਨਾਲ ਕਿ ਉਹ ਕਿਵੇਂ ਸੋਚਦੇ ਨੇ, ਕਿਵੇਂ ਉਹ ਇੱਕ ਦੂਜੇ ਬਾਰੇ ਗੱਲ ਕਰਦੇ ਨੇ। ਤਾਂ ਇੱਕ ਤਾਂ ਇਹ ਸੀ। ਦੂਸਰਾ, ਮੈਂ ਜਿਵੇਂ ਸ਼ੈਲੀ ਬਾਰੇ ਗੱਲ ਕਰ ਚੁੱਕਿਆ ਵੀ ਸ਼ੈਲੀ ਬਾਰੇ ਯਤਨ ਕੀਤਾ। ਤੀਸਰਾ ਸੀ, ਮੈਂ ਇਸ ਤਰ੍ਹਾਂ ਦੇ ਜਿਹੜੇ ਨਾਵਲ ਨੇ ਵਿਸ਼ਵ ਸਾਹਿਤ ਦੇ ਵਿੱਚ ਇਸ ਤਰ੍ਹਾਂ ਦੇ ਨਾਵਲ, ਪੰਜਾਬੀ ਦੇ ਵਿੱਚੋਂ ਮੈਂ ਪੂਰਨਮਾਸ਼ੀ ਕਹਿ ਸਕਦਾ, ਇਸ ਤਰ੍ਹਾਂ ਦਾ ਇੱਕ ਨਾਵਲ ਹੈ। ਭਾਰਤੀ ਸਾਹਿਤ ਦੇ ਵਿੱਚੋਂ ਦੇਵਦਾਸ ਹੈ, ਤੇ ਰੂਸੀ ਸਾਹਿਤ ਦੇ ਵਿੱਚੋਂ ਨਾ ਕਾਰਨੇਨਾ ਹੈ, ਤੇ ਫ੍ਰੈਂਚ ਸਾਹਿਤ ਦੇ ਵਿੱਚੋਂ ਮਾਦਾਮ ਬਾਵੇਰੀ ਹੈ, ਫਲਾਵੇਅਰ ਦਾ ਨਾਵਲ ਹੈ, ਤੇ ਇੱਦਾਂ ਹੀ ਸਪੈਨਿਸ਼ ਦੇ ਵਿੱਚੋਂ ਲਵ ਇਨ ਦਾ ਟਾਈਮਸ ਆਫ ਕੋਲਰਾ ਹੈ। ਇਹ ਜਿਹੜੇ ਵਿਸ਼ਵ ਦੇ ਮਸ਼ਹੂਰ ਨਾਵਲ ਨੇ ਜਿਨ੍ਹਾਂ ਦਾ ਸੰਬੰਧ ਔਰਤ ਮਰਦ ਸੰਬੰਧਾਂ ਦੇ ਨਾਲ ਹੈ, ਜਾਂ ਮੁਹੱਬਤ ਦੇ ਨਾਲ ਹੈ, ਜਾਂ ਪਿਆਰ ਭਰੇ ਸੰਬੰਧਾਂ ਦੇ ਨਾਲ ਹੈ, ਤਾਂ ਇਹ ਸਾਰੇ ਨਾਵਲ ਮੇਰੇ ਧਿਆਨ ਦੇ ਵਿੱਚ ਸੀ। ਜਦੋਂ ਮੈਂ ਨਾਵਲ ਲਿਖ ਰਿਹਾ ਸੀ ਤਾਂ ਮੈਂ ਸੋਚਦਾ ਸੀ ਕਿ ਮੈਂ ਇੱਕ ਹੋਰ ਪਿਆਰ ਕਹਾਣੀ ਟ੍ਰਾਇੰਗਲ ਵਾਲੀ ਲਿਖ ਰਿਹਾ, ਪਰ ਇਹ ਸਿਰਫ ਇਹੀ ਨਹੀਂ ਹੋਣੀ ਚਾਹੀਦੀ ਹੈਗੀ, ਇੱਕ ਹੋਰ ਰਚਨਾ ਉਸ ਤਰ੍ਹਾਂ ਦੀ ਆ ਗਈ, ਇਹਦੇ ਵਿੱਚ ਕੁਝ ਵੱਖਰਾ ਹੋਣਾ ਚਾਹੀਦਾ ਹੈ। ਤਾਂ ਇਹਨੂੰ ਵੱਖਰਾ ਕਰਨ ਵਾਸਤੇ ਮੈਂ ਬਹੁਤ ਸਾਰਾ ਇਤਿਹਾਸ ਪੜ੍ਹਿਆ, ਮਨੁੱਖੀ ਸੰਬੰਧਾਂ ਦਾ ਇਤਿਹਾਸ ਪੜ੍ਹਿਆ, ਪਰਿਵਾਰਾਂ ਦਾ ਇਤਿਹਾਸ ਪੜ੍ਹਿਆ, ਸਮਾਜਿਕ ਬਣਤਰ ਦਾ ਇਤਿਹਾਸ ਪੜ੍ਹਿਆ। ਮੈਂ ਭਵਿੱਖ ਬਾਰੇ ਵੀ ਕਿਤਾਬਾਂ ਪੜ੍ਹੀਆਂ ਕਿ ਭਵਿੱਖ ਨੂੰ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਮੈਂ ਪੱਛਮੀ ਸਾਹਿਤ ਦੇ ਪੱਛਮੀ ਸਾਹਿਤ ਦੇ ਵਿੱਚ ਪੱਛਮੀ ਸਮਾਜਾਂ ਦੀ ਪੇਸ਼ਕਾਰੀ ਹੁੰਦੀ ਆ ਵੀ ਇੰਗਲੈਂਡ ਦਾ ਸਮਾਜ ਕਿਵੇਂ ਰਹਿੰਦਾ ਅੱਜ ਕੱਲ੍ਹ, ਫਰਾਂਸ ਦਾ ਸਮਾਜ ਕਿਵੇਂ ਰਹਿੰਦਾ, ਜਰਮਨ ਕਿਵੇਂ ਰਹਿੰਦੇ ਨੇ, ਕੈਨੇਡੀਅਨ ਲੋਕ ਕਿਵੇਂ ਰਹਿੰਦੇ ਨੇ, ਇਹ ਸਾਰਾ ਅਧਿਐਨ ਕਰਨ ਦਾ ਯਤਨ ਕੀਤਾ। ਉਹਦੇ ਵਿੱਚੋਂ ਫਿਰ ਮੈਂ ਕੁਛ ਦ੍ਰਿਸ਼ ਦੇ ਵਿੱਚ ਦਿੱਤੇ ਨੇ। ਪ੍ਰਗਟ ਜੀ, ਦੋ ਚੀਜ਼ਾਂ ਬਹੁਤ ਮੁਸ਼ਕਿਲ ਹੁੰਦੀਆਂ ਨੇ ਲਿਖਣੀਆਂ। ਸਮਕਾਲ ਬਾਰੇ ਲਿਖਣਾ ਚੁਣੌਤੀ ਭਰਪੂਰ ਹੁੰਦਾ, ਬਟ ਸਮਕਾਲ ਸਾਡੇ ਸਾਹਮਣੇ ਪਸਰਿਆ ਪਿਆ ਹੁੰਦਾ, ਉਹਦੇ ਵੇਰਵੇ ਸਾਡੇ ਸਾਹਮਣੇ ਹੁੰਦੇ ਨੇ, ਅਸੀਂ ਲਿਖ ਸਕਦੇ ਉਹਦੇ ਬਾਰੇ ਫਿਰ ਵੀ। ਪਰ ਅਤੀਤ ਬਾਰੇ ਲਿਖਣਾ ਤੇ ਭਵਿੱਖ ਬਾਰੇ ਲਿਖਣਾ ਬਹੁਤ ਔਖਾ ਕੰਮ ਹੈ। ਭਵਿੱਖ ਨੇ ਨਹੀਂ ਆਉਣਾ ਹੈ, ਭਵਿੱਖ ਬਾਰੇ ਤਾਂ ਅਸੀਂ ਛੇਤੀ ਕਿਤੇ ਲਿਖ ਵੀ ਨਹੀਂ ਸਕਦੇ, ਜਾਂ ਬਹੁਤ ਘੱਟ ਲਿਖ ਸਕਦੇ ਹਾਂ, ਸੰਕੇਤ ਮਾਤਰ ਹੀ ਲਿਖ ਸਕਦੇ ਹਾਂ।
ਤੇ ਇਸ ਕਰਕੇ ਇਹਦੇ ਵਿੱਚ ਭਵਿੱਖ ਬਾਰੇ ਬਹੁਤ ਸੰਕੇਤਕ ਤਰੀਕੇ ਨਾਲ ਮੈਂ ਜਾਣਕਾਰੀ ਦੇਣ ਦਾ, ਬਹੁਤ ਥੋੜੀ ਜਾਣਕਾਰੀ ਦੇਣ ਦਾ ਯਤਨ ਕੀਤਾ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ। ਪਰ ਅਤੀਤ ਦੇ ਵਿੱਚ ਜੋ ਹੋਇਆ ਹੈ ਉਹਦੇ ਵਿੱਚ ਮੈਂ ਬਹੁਤ ਕੁਝ ਪੜ੍ਹ ਕੇ ਫਿਰ ਮੈਂ ਕੁਝ ਦ੍ਰਿਸ਼ ਸਿਰਜੇ ਨੇ ਕਿ ਮੈਰਿਜ ਦੀ ਸੰਸਥਾ ਕਦੋਂ ਸ਼ੁਰੂ ਹੋਈ, ਕੀ ਵਿਆਹ ਦੀ ਸੰਸਥਾ ਹਮੇਸ਼ਾ ਸੀ? ਮੈਨੂੰ ਪਤਾ ਲੱਗਿਆ ਕਿ ਨਹੀਂ ਸੀ। ਲੱਖਾਂ ਸਾਲ ਬੰਦਾ ਵਿਆਹ ਤੋਂ ਬਿਨਾਂ ਰਹਿੰਦਾ ਰਿਹਾ, ਵਿਆਹ ਤੋਂ ਬਿਨਾਂ ਆਜ਼ਾਦ ਸੰਬੰਧਾਂ ਦੇ ਵਿੱਚ ਰਹਿੰਦਾ ਰਿਹਾ। ਉਹ ਸੰਬੰਧ ਬੜੇ ਥੋੜ੍ਹੇ ਚਿਰੇ ਹੁੰਦੇ ਸੀ, ਕਿਸੇ ਦੀ ਬਹੁਤੀ ਬਣਦੀ ਹੋਵੇ ਕੁਝ ਸਾਲ ਕੱਢ ਦਿੰਦੇ ਹੋਣਗੇ ਉਹ, ਪਰ ਉਹ ਸੰਬੰਧ ਕਿਤੇ ਨਾ ਕਿਤੇ ਜਾ ਕੇ ਟੁੱਟ ਜਾਂਦੇ ਸੀ। ਤਾਂ ਇਹ ਸਾਰੇ ਕਾਇਦੇ ਦਾ ਅਧਿਐਨ ਕਰਕੇ ਮੈਂ ਨਾਵਲ ਦੇ ਵਿੱਚ ਕੁਝ ਦ੍ਰਿਸ਼ ਦਿੱਤੇ ਨੇ, ਜਿਹਦੇ ਵਿੱਚ ਆਦਿ ਮਾਨਵ ਦੇ ਵਿਆਹ ਦੇ ਸ਼ੁਰੂ ਹੋਣ ਦੇ, ਪਿੰਡ ਦੇ ਸ਼ੁਰੂ ਹੋਣ ਦੇ, ਖੇਤੀਬਾੜੀ ਦੇ ਸ਼ੁਰੂ ਹੋਣ ਦੇ ਦ੍ਰਿਸ਼ ਨੇ। ਇਹ ਸਿਰਫ 10,000 ਸਾਲ ਪਹਿਲਾਂ ਦੀ ਗੱਲ ਹੈ। ਉਸ ਤੋਂ ਪਹਿਲਾਂ ਲੱਖਾਂ ਸਾਲ ਦਾ ਬੰਦਾ ਇਹਨਾਂ ਤੋਂ ਬਿਨਾਂ ਹੀ ਰਹਿੰਦਾ ਰਿਹਾ, ਖੇਤੀਬਾੜੀ ਤੋਂ ਬਿਨਾਂ ਰਿਹਾ ਬੰਦਾ, ਪਿੰਡ ਤੋਂ ਬਿਨਾਂ ਰਿਹਾ, ਪਰਿਵਾਰ ਤੋਂ ਪਰਿਵਾਰ ਨਹੀਂ ਸੀ, ਇੱਕ ਭਾਈਚਾਰਾ ਸੀ, ਕਬੀਲਾ ਸੀ, ਹਿਊਮਨ ਬੈਂਡ ਸੀ ਇੱਕ ਵੱਡਾ, ਤੇ ਉਹਦੇ ਵਿੱਚ ਉਹ ਰਹਿੰਦਾ ਸੀ। ਤਾਂ ਕਈ ਸੰਸਥਾਵਾਂ ਨੇ ਜਿਹਦੇ ਵਿੱਚ ਮੈਂ ਕਿਹਾ ਪਰਿਵਾਰ, ਮੈਰਿਜ ਤੇ ਇਹ ਜਿਹੜੀਆਂ ਖੇਤੀਬਾੜੀ, ਇਹ ਕੁਝ ਸਾਲ ਪਹਿਲਾਂ ਹੋਣ ਚਾਹੀਆਂ ਨੇ, ਹੁਣ ਇਹ ਟੁੱਟਣ ਵੱਲੋਂ ਵੱਧ ਰਹੀਆਂ ਨੇ। ਹੁਣ ਬੰਦਾ ਇਹਦੇ ਵਿੱਚੋਂ ਨਿਕਲ ਰਿਹਾ, ਬਹੁਤ ਗਿਣਤੀ ਲੋਕ ਹੌਲੀ 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 ਨਿਕਲੀ ਜਾ ਰਹੇ ਨੇ। ਮਤਲਬ ਦੁਨੀਆ ਦੀ ਜਿਹੜੀ ਆਰਥਿਕਤਾ, ਦੁਨੀਆ ਦੀ ਜਿਹੜੀ ਨਵੀਂ ਤਰ੍ਹਾਂ ਦਾ ਜਿਹੜਾ ਜੀਵਨ ਹੈ, ਉਹ ਪੁਰਾਣੇ ਕਿੱਤਿਆਂ ਦੇ ਵਿੱਚੋਂ, ਪੁਰਾਣੀਆਂ ਸੰਸਥਾਵਾਂ ਦੇ ਵਿੱਚੋਂ ਲੋਕਾਂ ਨੂੰ ਕੱਢ ਰਿਹਾ ਤੇ ਹੋਰ ਨਵੀਆਂ ਸੰਸਥਾਵਾਂ ਨੂੰ ਜਨਮ ਦੇ ਰਿਹਾ। ਤੇ ਇਹ ਇੱਕ ਇਤਿਹਾਸਕ ਪ੍ਰਕਿਰਿਆ ਹੈ। ਤਾਂ ਮੈਂ ਉਹਦੇ ਕਰਕੇ ਇਹ ਨਾਵਲ ਨੂੰ ਉਹਨਾਂ ਚੀਜ਼ਾਂ ਨਾਲ ਜੋੜਿਆ ਕਿ ਅਤੀਤ ਦੇ ਵਿੱਚ ਅਸੀਂ ਕਿੱਥੋਂ ਚੱਲੇ ਹਾਂ ਤੇ ਕਿੱਥੇ ਇਹ ਹੁਣ ਖਤਮ ਹੋਣ ਵੱਲ ਨੂੰ ਵੱਧ ਰਿਹਾ ਤੇ ਕਿਹੜੀਆਂ ਨਵੀਆਂ ਸੰਸਥਾਵਾਂ ਵੱਲ ਨੂੰ ਅੱਗੇ ਮਨੁੱਖ ਜਾ ਰਿਹਾ ਹੈ। ਤਾਂ ਕਰਕੇ ਮੈਨੂੰ ਲੱਗਦਾ ਸੀ ਕਿ ਮੈਂ ਇੱਕ ਵੱਖਰੀ ਤਰ੍ਹਾਂ ਦਾ ਨਾਵਲ ਲਿਖਣਾ, ਤੇ ਸ਼ਾਇਦ ਰਘਵੀਰ ਸਿੰਘ ਸਿਰਜਣਾ ਹੋਰਾਂ ਨੇ ਇਸ ਕਰਕੇ ਕਿਹਾ ਕਿ ਇਹ ਨਾਵਲ ਉਸ ਤਰ੍ਹਾਂ ਦਾ ਸਧਾਰਨ ਨਾਵਲ ਨਹੀਂ ਹੈਗਾ ਜਿਵੇਂ ਆਮ ਤੌਰ ਤੇ ਤਿਕੋਣੇ ਸੰਬੰਧਾਂ ਵਾਲੇ ਨਾਵਲ ਹੁੰਦੇ ਨੇ। ਜੀ ਸਰ, ਜਿਵੇਂ ਸਰ ਤੁਸੀਂ ਬੜੇ ਵਧੀਆ ਤਰੀਕੇ ਨਾਲ ਮੈਨੂੰ ਲੱਗਦਾ ਗੱਲਬਾਤ ਦੱਸੀ ਆ ਵੀ ਕਿਵੇਂ ਅਤੀਤ ਸੀ ਤੇ ਕਿਵੇਂ ਅਸੀਂ ਵਰਤਮਾਨ ਤੱਕ ਪਹੁੰਚ ਚੁੱਕੇ ਹਾਂ, ਤੇ ਜਿਹੜਾ ਵਰਤਮਾਨ ਸਮਾਜ ਆ ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ, ਕਿਵੇਂ ਜਿਹੜੇ ਪਰਿਵਾਰਕ ਸੰਸਥਾਵਾਂ ਉਹ ਕਮਜ਼ੋਰ ਹੋ ਰਹੀਆਂ। ਤਾਂ ਇਹਦੇ ਨਾਲ ਹੀ ਮਿਲਦਾ ਜੇ ਮੈਂ ਦੇਖਾਂ ਤਾਂ ਜਿਵੇਂ ਨਾਵਲੀ ਵਿਧਾ ਦੇ ਵਿੱਚ ਅੰਬਰ ਪਰੀਆਂ ਆਉਂਦਾ, ਇੱਕ ਜਾਦੂਈ ਯਥਾਰਥ ਦੀ ਗੱਲਬਾਤ ਹੋ ਰਹੀ ਹੈ। ਤੁਹਾਡਾ ਪਰਚਾ ਵੀ ਉਸ ਮਾਡਲ ਨੂੰ ਥੋੜ੍ਹਾ ਜਿਹਾ ਥਿਓਰੈਟੀਕਲੀ ਪੇਸ਼ ਕਰਨ ਦਾ ਇੱਕ ਯਤਨ ਆ ਜੋ ਗੋਸਟ ਦੇ ਵਿੱਚ ਛਪ ਰਿਹਾ ਹੈ। ਤਾਂ ਇਸ ਤੋਂ ਬਾਅਦ ਅਸੀਂ ਨਾਵਲ ਦੇ ਜੇ ਸਫ਼ਰ ਦੀ ਗੱਲ ਕਰੀਏ, ਨਾਵਲੀ ਪੰਜਾਬੀ ਨਾਵਲ ਦਾ ਭਵਿੱਖ ਤੁਸੀਂ ਕਿਵੇਂ ਦੇਖਦੇ ਹੋ ਅੰਬਰ ਪਰੀਆਂ ਤੋਂ ਬਾਅਦ? ਮੈਂ ਤਾਂ ਇਹਦੀ ਮਿਹਨਤ ਨਾਲ ਨਾਵਲ ਲਿਖਿਆ, ਮੈਨੂੰ ਲੱਗਦਾ ਪੰਜਾਬੀ ਨਾਵਲ ਦਾ ਭਵਿੱਖ ਬਹੁਤ ਵਧੀਆ। ਸਾਡੇ ਇੱਕ ਬਹੁਤ ਪੜ੍ਹੇ ਲਿਖੇ ਅਫਸਰ ਮਿੱਤਰ ਨੇ ਪੰਜਾਬੀ ਦੇ ਲੇਖਕ ਡਾਕਟਰ ਮਨਮੋਹਨ ਜੀ, ਤੇ ਸਾਰੇ ਜਾਣਦੇ ਨੇ ਕਿ ਉਹ ਬਹੁਤ ਪੜ੍ਹਦੇ ਨੇ, ਉਹ ਅੰਗਰੇਜ਼ੀ ਦੇ ਵਿੱਚ ਵੀ ਬਹੁਤ ਜ਼ਿਆਦਾ ਪੜ੍ਹਦੇ ਨੇ। ਮੈਂ ਤਾਂ ਉਹਨਾਂ ਦੀ ਪੜ੍ਹਨ ਦੀ ਸਮਰੱਥਾ ਨੂੰ ਬਹੁਤ ਸਲਾਮ ਕਰਦਾ। ਉਹਨਾਂ ਨੇ ਮੈਨੂੰ ਕਿਹਾ ਕਿ ਬਲਜਿੰਦਰ ਤੂੰ ਬਹੁਤ ਹੀ ਨਿਆਰੀ ਤਰ੍ਹਾਂ ਦਾ ਨਾਵਲ ਲਿਖਿਆ, ਕਹਿੰਦੇ ਇਸ ਤਰ੍ਹਾਂ ਦਾ ਨਾਵਲ ਤੁਹਾਨੂੰ ਬਹੁਤਾ ਨਹੀਂ ਮਿਲੇਗਾ ਸਾਹਿਤ ਦੇ ਵਿੱਚ। ਖੈਰ ਮੈਂ ਹੁਣ ਇੰਨਾ ਨਹੀਂ ਮਾਣ ਕਰਦਾ ਹੈਗਾ, ਸਮਾਂ ਦੱਸੇਗਾ। ਪੰਜਾਬੀ ਦੇ ਬੜੇ ਬੜੇ ਵਿਦਵਾਨ, ਨਾਵਲ ਦੇ ਆਲੋਚਕ ਵਿਦਵਾਨ ਦੱਸਣਗੇ ਇਸ ਨਾਵਲ ਦੀਆਂ ਸੀਮਾਵਾਂ ਕੀ ਨੇ, ਇਸ ਨਾਵਲ ਦੀਆਂ ਖੂਬੀਆਂ ਕੀ ਨੇ। ਪਰ ਮੈਨੂੰ ਲੱਗਦਾ ਕਿ ਬਹੁਤ ਪੜ੍ਹਨ ਲਿਖਣ ਵਾਲੀ ਪੀੜ੍ਹੀ, ਮੇਰੇ ਸਾਹਮਣੇ ਤੁਸੀਂ ਦੋ ਨੌਜਵਾਨ ਤਾਂ ਤੁਸੀਂ ਹੋ ਜਿਹੜੇ ਇੰਨਾ ਵਧੀਆ ਪੜ੍ਹਦੇ ਹੋ ਤੇ ਫਿਰ ਪੰਜਾਬੀ ਸਾਹਿਤ ਬਾਰੇ ਚਰਚਾ ਵੀ ਕਰਵਾ ਰਹੇ ਹੋ। ਤਾਂ ਨਵੀਂ ਪੀੜ੍ਹੀ ਦੀ ਤਾਕਤ ਦੇ ਵਿੱਚ ਮੈਨੂੰ ਬਹੁਤ ਯਕੀਨ ਹੁੰਦਾ। ਤਾਂ ਨਵੀਂ ਪੀੜ੍ਹੀ ਜਿਹੜੀ ਹੈਗੀ ਆ ਪੰਜਾਬੀ ਸਾਹਿਤ ਨੂੰ ਅੱਗੇ ਲੈ ਕੇ ਜਾਏਗੀ ਤੇ ਵਧੀਆ ਸਾਹਿਤ ਰਚਿਆ ਜਾਏਗਾ। ਪੰਜਾਬੀ ਨਾਵਲ ਦੇ ਵਿੱਚ ਵੀ ਹੋਰ ਬਹੁਤ ਵਧੀਆ ਤਜਰਬੇ ਹੋਣਗੇ, ਚੰਗੇ ਨਾਵਲ ਲਿਖੇ ਜਾਣਗੇ। ਮੇਰੀ ਇਹ ਹਮੇਸ਼ਾ ਹੀ ਧਾਰਨਾ ਰਹੀ ਹੈ ਕਿ ਜਿੰਨੇ ਵਧੀਆ ਸਾਹਿਤਕਾਰ ਸਾਡੇ ਵਿੱਚ ਆਉਣਗੇ ਤੇ ਉਨੀ ਵਧੀਆ ਸਾਹਿਤ ਪੈਦਾ ਹੋਊਗਾ, ਤੇ ਜੇ ਵਧੀਆ ਸਾਹਿਤ ਹੋਏਗਾ ਤਾਂ ਵਧੀਆ ਸਾਹਿਤ ਪੜ੍ਹਿਆ ਵੀ ਜਾਊਗਾ। ਜੇ ਮੈਂ ਇਕੱਲਾ ਹੀ ਵਧੀਆ ਲਿਖੂੰਗਾ ਜਾਂ ਦੋ ਚਾਰ ਬੰਦੇ ਵਧੀਆ ਲਿਖਣਗੇ ਤਾਂ ਉਹਨਾਂ ਦੀਆਂ ਕਿਤਾਬਾਂ ਜ਼ਿਆਦਾ ਹੀ ਪੜ੍ਹੀਆਂ ਜਾਣਗੀਆਂ, ਕਿਉਂਕਿ ਪਾਠਕ ਬਹੁਤ ਵੱਡੇ ਪੱਧਰ ਤੇ ਨਹੀਂ ਪੈਦਾ ਹੋਏਗਾ। ਜਿੰਨਾ ਵਧੀਆ ਵੱਡੇ ਪੱਧਰ ਤੇ ਸਾਹਿਤ ਲਿਖਿਆ ਜਾਊਗਾ ਉਹਦੇ ਵਿੱਚੋਂ ਫਿਰ ਕਲਾਸਿਕ ਰਚਨਾਵਾਂ ਜਨਮ ਲੈਣਗੀਆਂ ਤੇ ਉਹਨਾਂ ਕਰਕੇ ਸਾਡੇ ਕੋਲ ਪਾਠਕਾਂ ਦਾ ਵੱਡਾ ਵਰਗ ਪੈਦਾ ਹੋਏਗਾ। ਇਸ ਕਰਕੇ ਮੈਂ ਆਪਣੇ ਦੋਸਤਾਂ ਨੂੰ, ਲਿਖਣ ਵਾਲੇ ਜਿਹੜੇ ਥੋੜ੍ਹਾ ਬਹੁਤਾ ਲਿਖਦੇ ਨੇ, ਉਹਨਾਂ ਨੂੰ ਕਹਾਣੀਆਂ ਲਿਖਣ ਲਈ ਪ੍ਰੇਰਦਾ, ਨਾਵਲ ਲਿਖਣ ਲਈ ਪ੍ਰੇਰਦਾ, ਆਪਣੇ ਵਿਦਿਆਰਥੀਆਂ ਨੂੰ ਪ੍ਰੇਰਦਾ ਕਿ ਤੁਸੀਂ ਲਿਖਣ ਵਾਲੇ ਪਾਸੇ ਆਓ। ਤੇ ਮੈਂ ਕਦੇ ਕਿਸੇ ਨੂੰ ਰੋਕਣ ਦਾ ਯਤਨ ਨਹੀਂ ਕੀਤਾ, ਨਾ ਹੀ ਮੇਰਾ ਜਿਗਰਾ ਇੰਨਾ ਛੋਟਾ ਹੈ ਕਿ ਜੇ ਕੋਈ ਲਿਖਣ ਲੱਗ ਗਿਆ ਤੇ ਮੇਰੇ ਮਨ 'ਚ ਇਹ ਗੱਲ ਆਵੇ ਕਿ ਇੱਕ ਹੋਰ ਕਹਾਣੀਕਾਰ ਪੈਦਾ ਹੋ ਗਿਆ, ਭੀੜ ਪੈਦਾ ਹੋ ਗਈ। ਨਹੀਂ, ਸਾਡੀ ਜਿੱਡੀ ਬੜੀ ਗਿਣਤੀ ਹੈ ਪੰਜਾਬੀਆਂ ਦੀ, ਜਿਹੜੀ ਸਾਡੀ ਜਨਸੰਖਿਆ ਹੈ ਉਹਦੇ ਮੁਤਾਬਕ ਸਾਡੇ ਕੋਲ ਕਹਾਣੀਕਾਰ ਬਹੁਤ ਘੱਟ ਨੇ।
ਸਾਡੇ ਕੋਲ ਕਵੀ ਬਹੁਤ ਘੱਟ ਨੇ, ਸਾਡੇ ਕੋਲ ਲੇਖਕ ਬਹੁਤ ਘੱਟ ਨੇ, ਸਾਡੇ ਕੋਲ ਨਾਟਕਕਾਰ ਤਾਂ ਉਂਗਲੀਆਂ ਤੇ ਗਿਣ ਜੋਗੇ ਹੀ ਨੇ, ਨਾਵਲਕਾਰ ਤੇ ਨਾਟਕਕਾਰ ਬਹੁਤ ਘੱਟ ਨੇ। ਸੋ ਵਧੀਆ ਹੋਰ ਵੀ ਘੱਟ ਜੋ ਹੈਗੇ ਨੇ, ਇਹਨਾਂ ਦੇ ਵਿੱਚੋਂ ਵਧੀਆ ਨੇ ਜਿਹੜੇ ਬਹੁਤ ਵਧੀਆ ਲਿਖਦੇ ਨੇ ਉਹ ਬਹੁਤ ਘੱਟ ਨੇ। ਸੋ ਸਾਨੂੰ ਬਹੁਤ ਵੱਡੀ ਗਿਣਤੀ 'ਚ ਪਾਠਕ ਪੈਦਾ ਕਰਨ ਦੀ ਲੋੜ ਹੈ, ਲੇਖਕ ਪੈਦਾ ਕਰਨ ਦੀ ਲੋੜ ਹੈ, ਤਾਂ ਹੀ ਉਹਨਾਂ ਵਿੱਚੋਂ ਚੰਗੇ ਲੇਖਕ ਪੈਦਾ ਹੋਣਗੇ। ਜੀ ਜੀ ਬਿਲਕੁਲ ਬਿਲਕੁਲ। ਇਹ ਗੱਲ ਤਾਂ ਮੈਂ ਖੁਦ ਮਹਿਸੂਸ ਕੀਤੀ ਹੈ ਕਿ ਬਲਜਿੰਦਰ ਜੀ ਮੋਟੀਵੇਟ ਬਹੁਤ ਕਰਦੇ ਆ। ਉਹਨਾਂ ਦੇ ਮਨ ਦੇ ਵਿੱਚ ਮੈਨੂੰ ਨਹੀਂ ਲੱਗਿਆ ਵੀ ਕਿਤੇ ਕੋਈ ਨਵੇਂ ਕਹਾਣੀਕਾਰ ਨੂੰ ਲੈ ਕੇ ਕੋਈ ਉਹ ਜੈਲਸੀ ਜਾਂ ਕੋਈ ਬਰਾਬਰ ਦੇ ਕੰਪੀਟੀਸ਼ਨ ਵਾਲੀ ਗੱਲ ਹੋਊਗੀ। ਇਸ ਗੱਲ ਦਾ ਮੈਂ ਖੁਦ ਵੀ ਇੱਕ ਇਹ ਤਾਂ ਪ੍ਰਗਟ ਇਕੱਲੇ ਕਹਾਣੀਕਾਰਾਂ ਨੂੰ ਨਹੀਂ, ਮੈਂ ਫੇਸਬੁੱਕ ਤੇ ਕਈ ਵਾਰ ਫੇਸਬੁੱਕ ਦੇ ਜਿਹੜੇ ਰਾਈਟਰ ਨੇ ਉਹਨਾਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਸਟੋਰੀਆਂ ਨੇ ਜਾਂ ਪੋਸਟਾਂ ਨੇ ਜਾਂ ਬਿਰਤਾਂਤ ਨੇ, ਕਈ ਵਾਰ ਉਹ ਪੜ੍ਹਦਾ ਤਾਂ ਮੈਂ ਉਹਨਾਂ ਨੂੰ ਫਿਰ ਸ਼ਾਬਾਸ਼ੇ ਕਮੈਂਟ ਦੇ ਵਿੱਚ ਵੀ ਦਿੰਦਾ। ਕਈ ਵਾਰ ਮੈਂ ਉਹਨਾਂ ਨੂੰ ਇਨਬਾਕਸ ਜਾ ਕੇ ਸੁਝਾਅ ਦਿੰਦਾ ਕਿ ਇਹਨੂੰ ਇਸ ਤਰ੍ਹਾਂ ਕਰਕੇ ਕਹਾਣੀ ਬਣਾ ਲਓ, ਇਹਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰ ਲਓ। ਤਾਂ ਮੇਰਾ ਮਕਸਦ ਹੁੰਦਾ ਕਿ ਇਹ ਜਿਹੜੇ ਲਿਖਣ ਵਾਲੇ ਨੇ, ਕਈ ਵਾਰ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਲੇਖਕ ਹਾਂ। ਅਰਨੈਸਟ ਹਮਿੰਗਵੇ ਅੰਗਰੇਜ਼ੀ ਦਾ ਨੋਬਲ ਪ੍ਰਾਈਜ਼ ਜੇਤੂ ਨਾਵਲਕਾਰ ਹੈ, ਉਹ ਪੱਤਰਕਾਰ ਹੁੰਦਾ ਸੀ ਪਹਿਲਾਂ। ਨਾਵਲਕਾਰ ਹੋਣ ਦੇ ਨਾਲ ਨਾਲ ਪੱਤਰਕਾਰ ਸੀ, ਉਹਨੇ ਪੱਤਰਕਾਰੀ ਦੇ ਨਾਲ ਆਪਣਾ ਜੀਵਨ ਸ਼ੁਰੂ ਕੀਤਾ, ਫਿਰ ਨਾਵਲਕਾਰ ਬਣਿਆ। ਤਾਂ ਇੱਕ ਵਾਰ ਉਹ ਸੈਕੰਡ ਵਰਲਡ ਵਾਰ ਦੇ ਵਿੱਚ ਪੱਤਰਕਾਰੀ ਕਰ ਰਿਹਾ ਸੀ, ਤਾਂ ਉਹਨੇ ਕੁਝ ਫੌਜੀਆਂ ਨੂੰ ਇੰਟਰਵਿਊ ਕੀਤਾ ਜਿਹੜੇ ਪਹਿਲੇ ਜ਼ਖਮੀ ਹੋ ਕੇ ਆਏ ਫੌਜੀ ਸੀ, ਜਿਹੜੇ ਫਰੰਟ ਤੋਂ ਵਾਪਸ ਆਏ ਹਸਪਤਾਲਾਂ ਦੇ ਵਿੱਚ। ਤਾਂ ਉਹ ਉਹਨਾਂ ਨੂੰ ਮਿਲਣ ਗਿਆ, ਉਹਨਾਂ ਦੇ ਵਿੱਚੋਂ ਕਈਆਂ ਨੂੰ ਮਿਲਿਆ, ਉਹਨੇ ਆਪਣੀਆਂ ਖਬਰਾਂ ਤਿਆਰ ਕੀਤੀਆਂ ਉਹਨਾਂ ਨੂੰ ਮਿਲ ਕੇ। ਪਰ ਇੱਕ ਬੰਦੇ ਨੇ ਉਹਨੂੰ ਇੰਨੇ ਵਧੀਆ ਤਰੀਕੇ ਨਾਲ ਕਹਾਣੀਆਂ ਸੁਣਾਈਆਂ, ਤਾਂ ਉਹ ਕਹਿੰਦਾ ਯਾਰ ਤੂੰ ਤਾਂ ਲੇਖਕ ਆ, ਮੈਂ ਤੇਰੀ ਕਹਾਣੀ ਮੈਂ ਨਹੀਂ ਲਿਖੂੰਗਾ, ਮੈਂ ਨਹੀਂ ਛਾਪਾਂਗਾ ਆਪਣੇ ਅਖਬਾਰ ਦੇ ਵਿੱਚ, ਤੈਨੂੰ ਮੈਂ ਕਹਿਣਾ ਕਿ ਤੂੰ ਲਿਖ ਇਹਨੂੰ ਤੇ ਲਿਖ ਕੇ ਫਿਰ ਮੈਨੂੰ ਦੇ, ਮੈਂ ਉਹਨੂੰ ਸੋਧ ਕੇ ਤੇਰੀ ਕਿਤਾਬ ਛਪਾਊਂਗਾ। ਤਾਂ ਬਾਅਦ ਦੇ ਵਿੱਚ ਉਹਨੇ ਜਦੋਂ ਕਿਹਾ ਮੈਂ ਕਿਵੇਂ ਲਿਖਾਂ, ਉਹ ਕਹਿੰਦਾ ਤੂੰ ਇੱਥੋਂ ਤੱਕ ਵੀ ਲਿਖ ਵੀ ਜੇ ਤੂੰ ਭੱਜਿਆ ਜਾਂਦਾ, ਆਪਣੀ ਪੈਂਟ ਦੇ ਵਿੱਚ ਅੜਕ ਕੇ ਡਿੱਗ ਪਿਆ, ਤੇਰੇ ਮੂੰਹ 'ਚ ਮਿੱਟੀ ਫਸ ਗਈ, ਤਾਂ ਉਹ ਸਾਰੇ ਵੇਰਵੇ ਲਿਖ ਬਰੀਕ ਦੇ ਵਿੱਚ, ਕੱਲੀ ਕੱਲੀ ਗੱਲ ਲਿਖ, ਉਹਦੇ ਵਿੱਚੋਂ ਫਿਰ ਮੈਂ ਕਾਂਟ ਛਾਂਟ ਕਰ ਦਿਆਂਗਾ, ਪਰ ਮੈਨੂੰ ਵਿਸ਼ਵਾਸ ਹੈ ਕਿ ਤੂੰ ਵਧੀਆ ਲਿਖੇਂਗਾ। ਤੇ ਉਹਨੇ ਬੰਦੇ ਨੇ ਉਹ ਕਿਤਾਬ ਲਿਖੀ। ਮੇਰੇ ਹੁਣ ਕਿਤਾਬ ਦਾ ਨਾਮ ਇਸ ਵੇਲੇ ਨਹੀਂ ਯਾਦ ਆ ਰਿਹਾ, ਬਟ ਉਹਨੇ ਸੈਕੰਡ ਵਰਲਡ ਵਾਰ ਦੀ ਲੜਾਈ ਬਾਰੇ ਜਿਹੜੀ ਹੈਗੀ ਆ ਕਿਤਾਬ ਲਿਖੀ, ਤੇ ਉਹ ਕਿਤਾਬ ਫਿਰ ਬਾਅਦ ਛਪੀ ਵੀ, ਤੇ ਉਹ ਬੰਦਾ ਰਾਈਟਰ ਬਣ ਗਿਆ। ਇਸ ਤਰੀਕੇ ਨਾਲ ਤੁਸੀਂ ਜਿਹੜੇ ਲੋਕਾਂ ਨੂੰ ਪਤਾ ਨਹੀਂ ਕਿ ਮੈਂ ਲੇਖਕ ਬਣ ਸਕਦਾ, ਉਹਨਾਂ ਨੂੰ ਲੇਖਕ ਬਣਾ ਸਕਦੇ ਹੋ, ਤੇ ਤੁਹਾਡੀ ਭਾਸ਼ਾ ਹੋਰ ਅਮੀਰ ਹੋ ਸਕਦੀ ਆ ਉਹਦੇ ਨਾਲ। ਅਸਮਾਨ ਬੜਾ ਖੁੱਲ੍ਹਾ। ਜੀ ਜੀ ਬਿਲਕੁਲ। ਜਿਵੇਂ ਉਹ ਕਹਿੰਦੇ ਹੁੰਦੇ ਨਾ ਵੀ ਹੀਰੇ ਦੀ ਕੀਮਤ ਜਿਹੜਾ ਜੌਹਰੀ ਪਾ ਸਕਦਾ, ਤਾਂ ਇਹ ਕੰਮ ਵੀ ਮੈਨੂੰ ਲੱਗਦਾ ਸ਼ਾਇਦ ਹਰ ਇੱਕ ਦੇ ਹਿੱਸੇ ਨਹੀਂ ਆ ਸਕਦਾ, ਇਹ ਸ਼ਾਇਦ ਬਲਜਿੰਦਰ ਨਸਰਾਲੀ ਹੀ ਕਰ ਸਕਦਾ ਹੈ, ਤੇ ਉਹ ਇਸ ਵਾਲੇ ਪਾਸੇ ਚੱਲ ਵੀ ਰਹੇ ਆ। ਤਾਂ ਮੈਂ ਆਪਣੇ ਸਵਾਲਾਂ ਨੂੰ ਥੋੜ੍ਹਾ ਜਿਹਾ ਵਿਰਾਮ ਦਿੰਦਾ, ਮੇਰੇ 5-7 ਸਵਾਲ ਹੋਰ ਵੀ ਸੀ, ਉਹ ਆਪਾਂ ਬਾਅਦ ਦੇ ਵਿੱਚ ਰੱਖਦੇ ਹਾਂ ਸਰ। ਕੁਛ ਕੁ ਦੋਸਤਾਂ ਦੇ ਸਵਾਲ ਆ ਰਹੇ ਆ, 2-3 ਸਵਾਲ ਇਕੱਠੇ ਆ ਚੁੱਕੇ ਆ, ਤਾਂ ਮੈਂ ਪਹਿਲਾਂ ਤਾਂ ਮਾਫੀ ਚਾਹੂੰਗਾ ਜਿਨ੍ਹਾਂ ਨੂੰ ਵੇਟ ਕਰਨੀ ਪਈ। ਤਾਂ ਥੋੜ੍ਹਾ ਜਿਹਾ ਕੰਟੀਨਿਊਟੀ ਦੇ ਵਿੱਚ ਅਸੀਂ ਰੱਖਾਂਗੇ, ਤੇ ਇਹਦੇ ਨਾਲ ਹੀ ਜਿਹੜੇ ਸਾਡੇ ਨਾਲ ਸਮਕਾਲੀ ਸਾਡੇ ਕਹਾਣੀਕਾਰ ਜੁੜੇ ਹੋਏ ਆ ਕਿ ਤ੍ਰਿਪਤਾ ਜੀ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ, ਉਹਨਾਂ ਨੇ ਸਮਾਂ ਕੱਢ ਕੇ ਸਾਡੇ ਵਿੱਚ ਸ਼ਾਮਲ ਹੋਏ। ਤਾਂ ਸਭ ਤੋਂ ਪਹਿਲਾਂ ਮੈਂ ਡਾਕਟਰ ਪਵਨ ਜੀ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਆਪਣਾ ਸਵਾਲ ਰੱਖ ਸਕਦੇ ਆ, ਤੇ ਇੱਕ ਨਿੱਕੀ ਜਿਹੀ ਗੁਜ਼ਾਰਿਸ਼ ਹੋਰ ਆ, ਉਹ ਸਵਾਲ ਰੱਖਣ ਵੇਲੇ ਪਲੀਜ਼ ਆਪਣਾ ਕੈਮਰਾ ਜ਼ਰੂਰ ਔਨ ਕਰ ਲੈਣਾ। ਡਾਕਟਰ ਪਵਨ ਜੀ ਚੰਡੀਗੜ੍ਹ ਤੋਂ। ਇੱਕ ਮਿੰਟ ਜੀ, ਕੈਮਰੇ ਦਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਕੈਮਰੇ ਦਾ ਨਾ ਜਿਹੜਾ ਹੈਗਾ ਕੈਮਰਾ ਫਰੰਟ ਤੇ ਆ, ਉਹ ਹੁਣ ਨਹੀਂ ਹੋ ਰਿਹਾ ਹੈਗਾ, ਰੋਟੇਟ ਨਹੀਂ ਕਰ ਰਿਹਾ, ਤੇ ਮੈਂ ਆਪਣਾ ਸਵਾਲ ਇਸ ਤਰ੍ਹਾਂ ਰੱਖਦਾ। ਸਤਿ ਸ੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਪਵਨ ਸਤਿ ਸ੍ਰੀ ਅਕਾਲ। ਕਾਫਲਾ ਗਰੁੱਪ ਨੂੰ, ਪ੍ਰਗਟ ਜੀ ਨੂੰ, ਬਲਵਿੰਦਰ ਜੀ ਨੂੰ ਮੈਂ ਮਤਲਬ ਮੁਬਾਰਕ ਦਿੰਦਾ ਕਿ ਉਹਨਾਂ ਦੇ ਜ਼ਰੀਏ ਅਸੀਂ ਤੁਹਾਨੂੰ ਸੁਣ ਸਕੇ, ਤੇ ਸਾਡੇ ਵਿਦਿਆਰਥੀ ਵੀ ਬਹੁਤ ਇਸ ਟਾਈਮ ਨਾਲ ਸੁਣ ਰਹੇ ਨੇ। ਸਰ ਮੈਂ ਇਹ ਚੀਜ਼ ਮਹਿਸੂਸ ਕਰਦਾ ਕਿ ਵੀ ਜਿਹੜਾ ਸਾਹਿਤ ਹੈ, ਉਹ ਸਭ ਤੋਂ ਵੱਡੀ ਇਹਦੀ ਜਿਹੜੀ ਇੱਕ ਦੇਣ ਹੁੰਦੀ ਹੈ, ਉਹ ਹੈਗਾ ਕਿ ਬੰਦੇ ਦੇ ਜੀਵਨ ਨੂੰ ਖੂਬਸੂਰਤ ਬਣਾਉਣਾ। ਤੋ ਜਿਹੜਾ ਅੰਬਰ ਪਰੀਆਂ ਨਾਵਲ ਮੈਂ ਪੜ੍ਹਿਆ, ਉਹਦੇ ਵਿੱਚ ਇਸ ਤਰ੍ਹਾਂ ਦੇ ਹਵਾਲੇ ਨੇ ਕਿ ਬੰਦੇ ਨੂੰ ਜਿਹੜੀ ਇਮਾਨਦਾਰੀ ਹੈ ਉਹ ਆਖਰ ਨੂੰ ਕੰਮ ਆਉਂਦੀ ਹੈ, ਹਨਾ, ਤੇ ਜਾਂ ਜਿਹੜਾ ਪੜ੍ਹੇ ਲਿਖੇ ਦੀ ਦੁਨੀਆ ਹੈਗੀ ਹੈ ਜਿਹੜੀ ਉਹ ਵੱਖਰੀ ਹੁੰਦੀ ਹੈ।
ਜਾਂ ਬੰਦਾ ਖੂਬਸੂਰਤ ਬਣ ਸਕਦਾ ਉਹਦੇ ਆਪਣੇ ਹੱਥ 'ਚ ਹੁੰਦਾ। ਸੋ ਇਸ ਤਰ੍ਹਾਂ ਦੇ ਜਿਹੜੇ ਚੈਪਟਰ ਨੇ ਉਹ ਆ ਰਹੇ ਨੇ। ਇੱਕ ਕਰੈਕਟਰ ਹੈ ਜਿਹੜਾ ਉਹ ਜ਼ਿੰਦਗੀ 'ਚ ਜੱਦੋ-ਜਹਿਦ ਕਰਦਾ ਹੈ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਵੀ, ਪਰਿਵਾਰ ਨੂੰ ਅੱਗੇ ਲਿਜਾਣ ਦੇ ਲਈ ਵੀ, ਤੇ ਨਾਲ ਹੀ ਕੀ ਆ ਉਹ ਆਪਣੇ ਸ਼ੌਂਕ ਜਾਂ ਆਪਣੇ ਜਿਹੜੇ ਹੈਗੇ ਨੇ ਜਿਹੜੇ ਜ਼ਿੰਦਗੀ ਦੇ ਪ੍ਰਤੀ ਕੁਛ ਨਵਾਂ ਕਰਨ ਦੇ ਜਿਹੜੇ ਮਤਲਬ ਅਕੀਦੇ ਨੇ ਉਹਨਾਂ ਨੂੰ ਵੀ ਨਾਲ ਪਾਲਦਾ। ਮੈਂ ਸਿਰਫ ਮੇਰਾ ਸਵਾਲ ਇਹ ਹੈ ਕਿ ਜਦੋਂ ਅਸੀਂ ਸਾਹਿਤ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਕ ਸਾਹਿਤਕਾਰ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਕਿਉਂਕਿ ਇੱਕ ਨੈਤਿਕ ਤੌਰ ਤੇ ਇਕੱਲੀ ਚੀਜ਼ ਸਿਰਜ ਦੇਣੀ ਜਿਹਦਾ ਸਮਾਜ ਦੇ ਵਿੱਚ ਕੋਈ ਸੰਬੰਧ ਨਹੀਂ ਹੈਗਾ ਵੀ ਬੰਦਾ ਚੰਗਾ ਬਣਨਾ ਚਾਹੀਦਾ ਹੈ। ਇੱਕ ਪਾਸੇ ਤਾਂ ਸਿਰ ਫਿਲਾਸਫੀ ਕਰੀਏ ਕਿ ਬੰਦਾ ਚੰਗਾ ਬਣਨਾ ਚਾਹੀਦਾ, ਦੂਜੇ ਪਾਸੇ ਉਹਦੇ ਜਿਹੜੇ ਹਾਲਾਤ ਨੇ ਆਲੇ ਦੁਆਲੇ ਦੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਉਹ ਚੰਗੇ ਨਹੀਂ ਹੁੰਦੇ। ਉਸ ਵੇਲੇ ਇੱਕ ਸਾਹਿਤਕਾਰ ਨੂੰ ਕਿਸ ਚੀਜ਼ ਦਾ ਖਿਆਲ ਰੱਖਣਾ ਪੈਂਦਾ? ਇਸ ਦੇ ਨਾਲ ਸੰਬੰਧਿਤ ਕੁਛ ਹੋਰ ਸਕੇ ਜੀ। ਸ਼ੁਕਰੀਆ ਜੀ। ਹਾਂਜੀ ਪਵਨ ਜੀ, ਜ਼ਿੰਦਗੀ ਬੜੀ ਗੁੰਝਲਦਾਰ ਹੈ। ਚੰਗਿਆਈ ਬੰਦੇ ਦੇ ਕੰਮ ਆਉਂਦੀ ਹੈ, ਮੈਨੂੰ ਮੇਰਾ ਵਿਸ਼ਵਾਸ ਹੈ। ਹਾਲਾਂਕਿ ਬਹੁਤ ਲੋਕ ਬੇਈਮਾਨੀ ਵੀ ਕਰਦੇ ਨੇ, ਬੇਈਮਾਨੀ ਨਾਲ ਵੀ ਬਹੁਤ ਕੁਛ ਲੈ ਜਾਂਦੇ ਨੇ, ਬਟ ਲੰਬੇ ਸਮੇਂ ਦੇ ਵਿੱਚ ਉਹਨਾਂ ਦਾ ਚਿਹਰਾ ਨੰਗਾ ਹੋ ਜਾਂਦਾ ਤੇ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਵੀ ਉਹੋ ਜਿਹੇ ਹੋ ਜਾਂਦੇ ਨੇ। ਅੰਬਰਪਰੀਆਂ ਦੇ ਇੱਕ ਚੈਪਟਰ ਦਾ ਸਰਲੇਖ ਹੀ ਇਹ ਆ, ਇੱਕ ਉਮਰ ਤੋਂ ਬਾਅਦ ਤੁਸੀਂ ਆਪਣੀ ਖੂਬਸੂਰਤੀ ਦੇ ਜ਼ਿੰਮੇਵਾਰ ਖੁਦ ਹੁੰਦੇ ਹੋ। ਇੱਕ ਪਹਿਲੀ ਸਟੇਜ ਤੇ ਸਾਡੀ ਖੂਬਸੂਰਤੀ ਹੁੰਦੀ ਹੈ ਸਾਡੇ ਮਾਂ-ਬਾਪ ਕਰਕੇ। ਸਾਡੇ ਮਾਂ-ਬਾਪ ਦੇ ਨੈਣ ਨਕਸ਼ ਕਿਹੋ ਜਿਹੇ ਨੇ, ਰੰਗ ਰੂਪ ਕਿਹੋ ਜਿਹਾ, ਉਹਨਾਂ ਦੀ ਸਿਹਤਮੰਦੀ ਕਿਹੋ ਜਿਹੀ ਆ, ਤਾਂ ਉਹਦੇ ਪ੍ਰਭਾਵ ਦੇ ਵਿੱਚ ਅਸੀਂ ਖੂਬਸੂਰਤ ਲੱਗਦੇ ਹਾਂ ਜਾਂ ਨਹੀਂ ਲੱਗਦੇ। ਪਰ ਇੱਕ ਉਮਰ ਤੋਂ ਬਾਅਦ ਸਾਡਾ ਸੁਭਾਅ, ਸਾਡੀ ਮਿਹਨਤ, ਸਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ, ਸਾਡੀ ਆਪਣੇ ਦੋਸਤਾਂ ਮਿੱਤਰਾਂ ਸਾਥੀਆਂ ਪ੍ਰਤੀ ਜ਼ਿੰਮੇਵਾਰੀ, ਅਸੀਂ ਉਹਨਾਂ ਨੂੰ ਕਿਵੇਂ ਨਿਭਾਉਂਦੇ ਹਾਂ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਜੁੜ ਜਾਂਦੀਆਂ ਨੇ। ਉਹਦੇ ਪ੍ਰਭਾਵ ਤੁਹਾਡੇ ਚਿਹਰੇ ਤੇ ਆ ਜਾਂਦੇ ਨੇ। ਤੁਹਾਡਾ ਚਿਹਰਾ ਜਿਹੜਾ ਹੈਗਾ ਫਿਰ ਉਸ ਤਰ੍ਹਾਂ ਦਾ ਲੱਗਣ ਲੱਗ ਜਾਂਦਾ। ਕਿਸੇ ਬੰਦੇ ਨੂੰ ਦੇਖ ਕੇ ਅਸੀਂ ਵੈਸੇ ਹੀ ਕਹਿ ਦਿੰਦੇ ਹਾਂ ਯਾਰ ਇਹ ਬੰਦੇ ਨੂੰ ਮੈਂ ਨਹੀਂ ਇਹਦੇ ਨਾਲ ਵਰਤ ਸਕਦਾ ਹੈਗਾ। ਇਹਦਾ ਮਤਲਬ ਸਾਨੂੰ ਉਹਦੇ ਚਿਹਰੇ ਦੇ ਭਾਵ ਪਸੰਦ ਨਹੀਂ ਆਏ ਹੈਗੇ। ਇਹਦਾ ਮਤਲਬ ਉੱਥੇ ਕੁਛ ਖਤਰਨਾਕ ਸੀ ਜਿਹੜਾ ਸਾਨੂੰ ਚੰਗਾ ਨਹੀਂ ਲੱਗਿਆ। ਪਰ ਕਈ ਵਾਰ ਕੀ ਹੁੰਦਾ, ਕਿਸੇ ਦਾ ਚਿਹਰਾ ਦੇਖ ਕੇ ਅਸੀਂ ਕਹਿੰਦੇ ਯਾਰ ਇਹ ਕਿੰਨਾ ਚੰਗਾ ਬੰਦਾ, ਇਹ ਕਿੰਨੀ ਚੰਗੀ ਬੰਦੀ ਆ, ਸਾਨੂੰ ਉਹਦੀਆਂ ਗੱਲਾਂ ਸੁਣਨੀ ਚੰਗੀਆਂ ਲੱਗਦੀਆਂ ਨੇ। ਤੇਰੇ ਮਿੱਠੜੇ ਨੇ ਲੱਗਦੇ ਬੋਲ, ਦੋ ਪਲ ਬਹਿ ਜਾਣਾ ਮੇਰੇ ਕੋਲ, ਇਹ ਗੀਤ ਦਾ ਜਨਮ ਹੀ ਸ਼ਾਇਦ ਇਸ ਤਰ੍ਹਾਂ ਦੇ ਬੰਦਿਆਂ ਲਈ ਹੋਇਆ। ਤਾਂ ਇਹ ਸਭ ਤੁਹਾਡੇ ਸੁਭਾਅ ਦੇ ਵਿੱਚੋਂ, ਤੁਹਾਡੇ ਚਿਹਰੇ ਦੇ ਉੱਪਰੋਂ, ਤੁਹਾਡੀ ਆਦਤਾਂ ਦੇ ਵਿੱਚੋਂ, ਤੁਹਾਡੀ ਜ਼ਿੰਦਗੀ ਪ੍ਰਤੀ ਪਹੁੰਚ ਦੇ ਵਿੱਚੋਂ ਦਿਖਾਈ ਦਿੰਦਾ। ਤਾਂ ਮੈਂ ਤਾਂ ਇਹੀ ਕਹੂੰਗਾ ਪਵਨ, ਮਾੜੇ ਹੋਣ ਤੋਂ ਬਚੋ, ਯਤਨ ਕਰੋ ਕਿ ਆਪਣੇ ਆਪ ਨੂੰ ਸਰਵਾਈਵ ਕਰਾਉਣ ਲਈ ਚੰਗੇ ਰਸਤੇ ਨੂੰ ਅਡਾਪਟ ਕਰੋ ਤੇ ਚੰਗਿਆਈ ਤੁਹਾਡਾ ਸਾਥ ਦੇਵੇਗੀ। ਕਿਉਂਕਿ ਅਸੀਂ ਪੱਛਮ ਦੇ ਜਿਹੜੇ ਦੇਸ਼ ਦੇਖਦੇ ਹਾਂ ਨਾ, ਜਿਹੜੇ ਸਮਾਜ ਦੇ ਵਿਕਾਸ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ, ਖਾਸ ਕਰਕੇ ਮੈਂ ਯੂਰਪ ਦੇ ਕੰਟਰੀਆਂ ਦੇ ਨਾਮ ਲਵਾਂਗਾ। ਸਵੀਡਨ ਹੈ, ਨਾਰਵੇ ਹੈ, ਹਾਲੈਂਡ ਹੈ, ਜਰਮਨੀ ਹੈ, ਇੰਗਲੈਂਡ ਹੈ, ਫਰਾਂਸ ਹੈ, ਪੁਰਤਗਾਲ ਹੈ, ਸਵਿਟਜ਼ਰਲੈਂਡ ਹੈ, ਕੈਨੇਡਾ ਹੈ। ਇਹਨਾਂ ਦੇਸ਼ਾਂ ਦੇ ਵਿੱਚ ਜੇ ਸਮਾਜ ਇੰਨੇ ਵਧੀਆ ਬਣ ਪਾਏ ਨੇ ਕਿ ਸਾਡੇ ਲੋਕ ਉੱਥੇ ਜਾ ਕੇ ਕਹਿੰਦੇ ਨੇ ਕਿ ਇੱਥੇ ਤਾਂ ਲੱਗਦਾ ਕਿਸੇ ਤਬਦੀਲੀ ਦੀ ਲੋੜ ਨਹੀਂ, ਇਹ ਤਾਂ ਬਹੁਤ ਵਧੀਆ ਸਮਾਜ ਨੇ, ਇੱਥੇ ਤਾਂ ਸਾਰਾ ਕੁਝ ਵਧੀਆ ਹੋ ਰਿਹਾ। ਤਾਂ ਇਹਦਾ ਮਤਲਬ ਜਿਹੜੇ ਸਮਾਜ ਦੁਨੀਆ 'ਚ ਅੱਗੇ ਚੱਲ ਰਹੇ ਨੇ ਉਹਨਾਂ ਨੇ ਇਮਾਨਦਾਰੀ, ਚੰਗਿਆਈ, ਸਹਿਯੋਗ ਦੇ ਵਿੱਚ ਚੰਗੇ ਕਦਮ ਚੁੱਕੇ ਨੇ, ਜੀਵਨ ਸ਼ੈਲੀ ਨੂੰ ਵਧੀਆ ਬਣਾਇਆ, ਤਾਂ ਉਹ ਸਮਾਜ ਅੱਗੇ ਚੱਲ ਰਹੇ ਨੇ। ਅਮਰੀਕਾ ਵਰਗਾ ਦੇਸ਼ ਭਾਵੇਂ ਦੁਨੀਆ 'ਚ ਸਭ ਤੋਂ ਅਮੀਰ ਹੋਣ ਦਾ ਦਾਅਵਾ ਕਰ ਸਕਦਾ, ਸਭ ਤੋਂ ਤਾਕਤਵਰ ਹੋਣ ਦਾ ਦਾਅਵਾ ਵੀ ਕਰ ਸਕਦਾ, ਪਰ ਉਹ ਦੇਸ਼ ਸਭ ਤੋਂ ਇਮਾਨਦਾਰ, ਸਭ ਤੋਂ ਸੁਰੱਖਿਅਤ, ਸਭ ਤੋਂ ਹੈਪੀਨੈਸ ਵਾਲਾ ਸਮਾਜ ਨਹੀਂ ਸਿਰ ਸਕਿਆ। ਉਹ ਸਮਾਜ ਦੇ ਵਿੱਚ ਬਹੁਤ ਬੜੀਆਂ ਕਿਰਤੀਆਂ ਨੇ। ਇਹ ਤੋਂ ਪਤਾ ਲੱਗਦਾ ਕਿ ਤਾਕਤ, ਪੈਸਾ, ਅਮੀਰੀ ਇਹ ਸਭ ਕੁਝ ਨਹੀਂ ਹੈਗਾ, ਬਟ ਤੁਸੀਂ ਕੁਝ ਖੇਤਰਾਂ ਦੇ ਵਿੱਚ ਜੇ ਤੁਸੀਂ ਮਿਹਨਤ ਨਾਲ ਕੰਮ ਕੀਤਾ, ਆਪਣੇ ਸਮਾਜ ਨੂੰ ਚੰਗਾ ਬਣਾਇਆ, ਤਾਂ ਤੁਹਾਡਾ ਸਮਾਜ, ਤੁਹਾਡਾ ਮਨੁੱਖ ਚੰਗਾ ਬਣ ਸਕਦਾ। ਸੋ ਸ਼ੁਕਰੀਆ। ਚੰਗਿਆਈ ਵਾਲੇ ਪਾਸੇ ਵਧਦੇ ਰਹੋ। ਜੀ ਬਿਲਕੁਲ। ਚੰਗੇ ਨਾਲ ਚੰਗਾ ਹੌਲੀ ਹੌਲੀ ਜੁੜਦਾ ਸਮਾਜ ਨੂੰ ਬਦਲ ਸਕਦਾ ਹੈ। ਇੱਕ ਛੋਟੀ ਜਿਹੀ ਚੰਗਿਆਈ। ਸਾਡੇ ਕਾਫੀ ਦੋਸਤਾਂ ਦੇ ਸਵਾਲ ਆ ਰਹੇ ਤੇ ਮੈਂ ਵਾਰ-ਵਾਰ ਸੌਰੀ ਮੰਗ ਰਿਹਾ ਵੀ ਥੋੜਾ ਸਮਾਂ ਲੱਗੂਗਾ, ਤਾਂ ਜੇ ਕਿਸੇ ਨੂੰ ਵੇਟ ਕਰਨੀ ਪਈ ਤਾਂ ਉਹਦੇ ਲਈ ਸੌਰੀ। ਤਾਂ ਸਾਡੇ ਨਾਲ ਇੱਕ ਨਿਰਭੈ ਜੀ ਜੁੜੇ ਆ ਮੇਰੇ ਪਿੰਡ ਤੋਂ, ਜਿਹੜੇ ਇਸ ਵੇਲੇ ਅਫਰੀਕਾ, ਉਹ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਆਪਣੇ ਬਿਜੀ ਕੰਮਾਂ-ਕਾਰਾਂ ਦੇ ਵਿੱਚ। ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਂ ਅਗਲਾ ਸਵਾਲ ਮੈਂ ਚਾਹੂੰਗਾ ਕਨਵਰ ਜੀ ਰੱਖਣ। ਉਹਨਾਂ ਨੇ ਵੈਸੇ ਆਪਣਾ ਸਵਾਲ ਟਾਈਪ ਕਰਤਾ ਸੀ, ਪਰ ਮੈਂ ਚਾਹੂੰਗਾ ਉਹ ਖੁਦ ਆਪਣਾ ਸਵਾਲ ਰੱਖ ਲੈਣ। ਕਨਵਰ ਜੀ। ਧੰਨਵਾਦ ਜੀ ਤੁਹਾਡਾ ਮੌਕਾ ਦੇਣ ਲਈ। ਆਵਾਜ਼ ਆ ਰਹੀ? ਹਾਂਜੀ ਆ ਰਹੀ ਹੈ। ਧੰਨਵਾਦ ਨਸਰਾਜ ਸਾਹਿਬ, ਸਤਿ ਸ੍ਰੀ ਅਕਾਲ ਤੁਹਾਨੂੰ। ਪਹਿਲਾਂ ਤਾਂ ਸਭ ਤੋਂ ਸਤਿ ਸ਼੍ਰੀ ਅਕਾਲ, ਜਿਉਂਦੇ ਰਹੋ। ਸਤਿ ਸ਼੍ਰੀ ਅਕਾਲ। ਤੁਹਾਡਾ ਨਵਾਂ ਪਾਠਕ ਹੈ, ਮੈਂ ਇੰਨੀਆਂ ਕਿਤਾਬਾਂ ਤਾਂ ਨਹੀਂ ਪੜ੍ਹੀਆਂ, ਅੱਜ ਬਹੁਤ ਸੁਣ ਕੇ ਖੁਸ਼ੀ ਹੋਈ ਕਿ ਤੁਸੀਂ ਹੋਰ ਬਹੁਤ ਕਿਤਾਬਾਂ ਲਿਖੀਆਂ ਹੋਈਆਂ।
ਤੇ ਮੈਂ ਤੁਹਾਡੀਆਂ 1-2 ਕਿਤਾਬ ਪਹਿਲੀ ਤੁਹਾਡੀ ਜਿਹੜੀ ਕਿਤਾਬ ਆ ਡਾਕਖਾਨਾ ਖਾਸ ਪੜ੍ਹੀ ਸੀਗੀ, ਤੇ ਉਸ ਤੋਂ ਬਾਅਦ ਮੈਨੂੰ ਉਮੀਦ ਸੀ ਮੈਨੂੰ ਟਾਈਮ ਲੱਗ ਜੂ ਹਾਰੇ ਦੀ ਅੱਗ ਪੜ੍ਹਨ ਲਈ, ਪਰ ਉਹ ਜਿਵੇਂ ਕਹਿੰਦੇ ਹੁੰਦੇ ਨਾ ਅੰਗਰੇਜ਼ੀ ਚ ਔਨ ਦਾ ਬੈਕ ਬਰਨਰ, ਇਹ ਹਾਰੇ ਤੇ ਹੀ ਪਈ ਆ ਉਦੋਂ ਦੀ। ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕਰਾਂ। ਤੇ ਪਰ ਮੇਰਾ ਸਵਾਲ ਇਹ ਸੀਗਾ, ਮੈਂ ਉੱਤੇ ਟਾਈਪ ਕੀਤਾ, ਸੌਰੀ ਆਈ ਡਿਡਨਟ ਰਿਅਲਾਈਜ਼ ਕਿ ਮੈਨੂੰ ਬੋਲਣਾ ਪਊਗਾ, ਕਿ ਤੁਸੀਂ ਮੈਂ ਜਿੰਨਾ ਕੁ ਤੁਹਾਡੀ ਕਿਤਾਬਾਂ ਦੀ ਥੋੜੀ ਜਿਹੀ ਜਿਵੇਂ ਕਹਿੰਦੇ ਵੇਖੀਆਂ ਪੜ੍ਹੀਆਂ ਤਾਂ ਹਜੇ ਮੈਂ ਧਿਆਨ ਨਾਲ ਨਹੀਂ, ਕਈ ਨਵੀਆਂ ਕਿਤਾਬਾਂ ਤੁਹਾਡੀਆਂ, ਪਰ ਤੁਸੀਂ ਭਵਿੱਖ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਆਪਦੀਆਂ ਕਹਾਣੀਆਂ ਦੇ ਵਿੱਚ, ਤੇ ਜਿਹੜੀਆਂ ਆਪਣੀਆਂ ਪੰਜਾਬੀ ਦੇ ਨਾਵਲ ਨੇ ਜਾਂ ਕਹਾਣੀਆਂ ਹੁਣ ਤੱਕ ਦੀਆਂ, ਉਹ ਜਾਂ ਤਾਂ ਵਰਤਮਾਨ ਨਾਲ ਜੁੜੀਆਂ ਜਾਂ ਜਿਹੜਾ ਕੁਛ ਵਰਤ ਚੁੱਕਿਆ, ਪਰ ਭਵਿੱਖ ਨਾਲ ਬਹੁਤ ਘੱਟ ਜੁੜਦੀਆਂ। ਤੇ ਉਹਦਾ ਕੀ ਕਾਰਨ ਹੈ? ਕੀ ਆਪਣੀ ਸੋਚ ਹੀ ਲਿਮਿਟਡ ਹੈ ਇੱਥੋਂ ਤੱਕ ਕਿ ਆਪਾਂ ਉਹ ਭਵਿੱਖ ਸਿਰਜ ਨਹੀਂ ਸਕਦੇ ਕਿ ਜਿਹੜੀਆਂ ਅਨਸਰਟਨਟੀਜ਼ ਆ ਆਪਣੇ ਦੁਆਲੇ, ਜਾਂ ਕੁਛ ਹੋਰ? ਸਾਡੇ ਸਮਾਜ ਦੀ ਜਿਹੜੀ ਵਰਤਮਾਨ ਸਥਿਤੀ ਹੈ, ਇਹਦੇ ਵਿੱਚ ਕਈ ਚੀਜ਼ਾਂ ਸਾਨੂੰ ਭਵਿੱਖ ਦੀ ਸੂਹ ਦੇ ਰਹੀਆਂ ਹੁੰਦੀਆਂ ਨੇ, ਤਾਂ ਉਹਨਾਂ ਨੂੰ ਸਮਝਣਾ ਜ਼ਰੂਰੀ ਹੁੰਦਾ, ਤੇ ਸਮਾਜ ਨੂੰ ਉਹਦੀ ਦਿਸ਼ਾ ਬਾਰੇ ਦੱਸਣਾ ਵੀ ਜ਼ਰੂਰੀ ਹੁੰਦਾ। ਤਾਂ ਮੈਂ ਕਿੱਥੇ ਗੱਲ ਕਰਾਂਗਾ, ਮੇਰੀ ਕਹਾਣੀ ਜੇ ਆਪਣੀ ਬਿਰਥਾ ਕਹੂੰ, ਇਹ ਕਿਸਾਨੀ ਦੇ ਦੁਖਾਂਤ ਬਾਰੇ ਕਹਾਣੀ ਹੈ। ਆਮ ਤੌਰ ਤੇ ਕਿਹਾ ਜਾਂਦਾ ਵੀ ਕਿਸਾਨੀ ਨੇ ਵਿਆਹਾਂ ਤੇ ਜ਼ਿਆਦਾ ਖਰਚਾ ਕੀਤਾ ਤਾਂ ਕਰਜ਼ਾਈ ਹੋ ਰਹੇ ਨੇ। ਕਈ ਕਹਿੰਦੇ ਨੇ ਕਿਸਾਨੀ ਜਿਹੜੀ ਹੈਗੀ ਆ ਉਹਦਾ ਕੰਮ ਨਹੀਂ ਕਰਦੀ ਹੈਗੀ, ਮਿਹਨਤੀ ਨਹੀਂ ਹੈਗੀ, ਤਾਂ ਉਹਦਾ ਮਤਲਬ ਬੁਰਾ ਹਾਲ ਹੋ ਰਿਹਾ। ਕਈ ਲੋਕ ਕਹਿੰਦੇ ਨੇ ਕਿਸਾਨੀ ਨਸ਼ੇ ਖਾਂਦੀ ਹੈ, ਸ਼ਰਾਬ ਪੀਂਦੇ ਨੇ ਤਾਂ ਖਰਚਾ ਜ਼ਿਆਦਾ ਉਹਨਾਂ ਦਾ, ਤਾਂ ਨਹੀਂ ਠੀਕ ਤਰ੍ਹਾਂ ਚੱਲ ਰਿਹਾ। ਤੇ ਸਾਰੀਆਂ ਗੱਲਾਂ ਦੇਖ ਕੇ ਮੈਂ ਸਮਾਜ ਨੂੰ ਵਾਚਿਆ, ਦੇਖਿਆ, ਤਾਂ ਮੈਂ ਇਹਦਾ ਜਿਹੜਾ ਪਾਤਰ ਹੈ ਨਿਰਮੈਲ ਸਿੰਘ, ਉਹਦਾ ਨਾਮ ਵੀ ਮੈਂ ਨਿਰਮੈਲ ਰੱਖਿਆ। ਨਿਰਮੈਲ ਬੜਾ ਘੱਟ ਰੱਖਿਆ ਜਾਂਦਾ ਨਾਮ ਹੈ, ਪਰ ਕਿਤੇ ਕਿਤੇ ਹੁੰਦਾ ਹੈ, ਮਤਲਬ ਲੱਖਾਂ ਦੇ ਵਿੱਚ ਇੱਕ ਬੰਦੇ ਦਾ ਨਾਮ ਹੁੰਦਾ ਨਿਰਮੈਲ। ਨਿਰਮੈਲ ਦਾ ਮਤਲਬ ਹੈ ਨਿਰਮਲ, ਜਿਹਦੇ ਵਿੱਚ ਮੈਲ ਨਾ ਹੋਵੇ। ਨਿਰਮੈਲ ਸਿੰਘ ਇੱਕ ਇਹੋ ਜਿਹਾ ਬੰਦਾ ਜਿਹੜਾ ਕੋਈ ਨਸ਼ਾ ਨਹੀਂ ਖਾਂਦਾ। ਨਿਰਮੈਲ ਸਿੰਘ ਬਹੁਤ ਮਿਹਨਤੀ ਕਿਸਾਨ ਹੈ। ਨਿਰਮੈਲ ਸਿੰਘ ਆਪਣੇ ਬੱਚਿਆਂ ਦਾ ਜਦੋਂ ਵਿਆਹ ਕਰਦਾ ਹੈ ਤਾਂ ਉਹ ਬਹੁਤ ਸਾਦੇ ਵਿਆਹ ਕਰਦਾ, ਤੇ ਸਾਦੇ ਵਿਆਹ ਕਰਦਾ ਹੈ, ਬਹੁਤ ਘੱਟ ਖਰਚਾ ਕਰਦਾ ਹੈ। ਉਹਦੀ ਜੀਵਨ ਸ਼ੈਲੀ ਵੀ ਬੜੀ ਸਾਦੀ ਹੈ, ਗੁਰਸਿੱਖ ਹੈ ਉਹ, ਇਸ ਕਰਕੇ ਉਹਦੇ ਖਰਚੇ ਕੋਈ ਜ਼ਿਆਦਾ ਨਹੀਂ ਹੈਗੇ, ਪਰ ਇਹਦੇ ਬਾਵਜੂਦ ਉਹ ਕਰਜ਼ਾਈ ਹੁੰਦਾ ਜਾ ਰਿਹਾ। ਇਹਦਾ ਮਤਲਬ ਹੈ ਕਿ ਜਿਹੜਾ ਖੇਤੀਬਾੜੀ ਦਾ ਮੌਜੂਦਾ ਪ੍ਰਬੰਧ ਹੈ, ਉਹਦੇ ਵਿੱਚ ਕਿਸਾਨ ਦੇ ਹੱਥ ਵਿੱਚ ਕੁਛ ਨਹੀਂ ਹੈਗਾ, ਉਹਦੀ ਕਿਰਤ ਹੈ ਜਿਹੜੀ, ਉਹਦਾ ਮੁੱਲ ਨਹੀਂ ਪੈ ਰਿਹਾ, ਉਹਦਾ ਕਰਜ਼ਾਈ ਹੋਣਾ ਤੈਅ ਹੈ। ਭਾਵੇਂ ਉਹ ਵਿਆਹਾਂ ਤੇ ਖਰਚਾ ਜੇ ਕਰੇਗਾ ਤਾਂ ਜਲਦੀ ਹੋ ਜਾਏਗਾ, ਜੇ ਨਹੀਂ ਕਰੇਗਾ ਤਾਂ ਦੇਰ ਨਾਲ ਹੋ ਜਾਏਗਾ, ਪਰ ਉਹਦਾ ਖੇਤੀਬਾੜੀ ਚੋਂ ਨਿਕਲਣਾ ਇਹ ਪ੍ਰਬੰਧ ਨੇ ਤੈਅ ਕਰ ਦਿੱਤਾ ਹੋਇਆ। ਤਾਂ ਮੈਂ ਹੁਣ ਇਹ ਦੋ ਗੱਲਾਂ ਨੇ, ਜੇ ਤਾਂ ਤੁਸੀਂ ਇਹੀ ਪ੍ਰਬੰਧ ਦੇ ਵਿੱਚ ਰਹਿਣਾ ਹੈਗਾ, ਜਿਹੜੇ ਮੌਜੂਦਾ ਰਾਜਨੀਤਿਕ ਅਰਥ ਵਿਵਸਥਾਵਾਂ ਹੈਗੀਆਂ ਨੇ, ਜਿਹੜੀਆਂ ਮੌਜੂਦਾ ਪੋਲੀਟੀਕਲ ਇਕੋਨਮੀਜ਼ ਹੈਗੀਆਂ ਨੇ, ਜੇ ਤਾਂ ਤੁਸੀਂ ਇਹਦੇ ਵਿੱਚ ਹੀ ਰਹਿਣਾ, ਤਾਂ ਇਹ ਗੱਲ ਤੈਅ ਆ ਕਿ ਤੁਹਾਡਾ ਖੇਤੀਬਾੜੀ ਚੋਂ ਨਿਕਲਣਾ ਤੈਅ ਆ। ਤੁਹਾਨੂੰ ਭਵਿੱਖ ਦੇ ਵਿੱਚ ਹੋਰ ਕਿੱਤੇ ਅਪਣਾਉਣੇ ਪੈਣਗੇ। ਮੈਂ ਜਦੋਂ ਪੜ੍ਹਦਾ ਸੀ ਤਾਂ ਮੇਰੇ ਬਾਪੂ ਨੇ ਮੈਨੂੰ ਛੋਟੇ ਹੁੰਦਿਆਂ ਕਹਿਤਾ ਸੀ, ਉਹ ਤਾਂ ਖੇਤੀਬਾੜੀ 'ਚ ਕੁਛ ਨਹੀਂ ਬਚਦਾ, ਤੂੰ ਪੜ੍ਹ ਜਾ ਤੇ ਨਿਕਲ ਜਾ। ਤਾਂ ਮੈਂ ਪੜ੍ਹ ਕੇ ਟੀਚਰ ਬਣ ਗਿਆ, ਅਧਿਆਪਕ ਬਣ ਗਿਆ, ਮੇਰੀ ਖੇਤੀਬਾੜੀ ਤੇ ਨਿਰਭਰਤਾ ਨਹੀਂ ਰਹੀ, ਤਾਂ ਮੈਂ ਕਿਸੇ ਹੱਦ ਤੱਕ ਬਚ ਗਿਆ ਉਸ ਗੱਲ ਦੇ ਵਿੱਚ। ਤਾਂ ਉਸ ਤੋਂ ਬਾਅਦ ਮੈਨੂੰ ਨਾਵਲ ਯਾਦ ਆ ਰਿਹਾ, ਗੌਨ ਵਿਦ ਦਾ ਵਿੰਡ, ਅੰਗਰੇਜ਼ੀ ਦਾ ਨਾਵਲ ਹੈ, ਇੱਕ ਬਹੁਤ ਮਸ਼ਹੂਰ ਨਾਵਲ ਹੈ। ਇਸ ਨਾਵਲ ਦੇ ਇਸੇ ਨਾਮ ਦੀ ਫਿਲਮ ਵੀ ਬਣੀ ਹੋਈ ਅੰਗਰੇਜ਼ੀ ਦੇ ਵਿੱਚ। ਤਾਂ ਉਹਦੇ ਵਿੱਚ ਨਾਵਲ ਦੇ ਐਂਡ ਦੇ ਵਿੱਚ ਨਾ ਦੋ ਪਾਤਰ ਨੇ, ਜਿਹੜੇ ਨਾਵਲ ਦਾ ਜਿਹੜਾ ਇੱਕ ਪ੍ਰੇਮੀ ਪਾਤਰ ਹੈ, ਜਿਹੜੀ ਨਾਵਲ ਦੀ ਹੀਰੋਇਨ ਉਹਨੂੰ ਪਿਆਰ ਕਰਦੀ ਹੈ, ਇੱਕ ਉਹਦਾ ਆਪਣਾ ਪਤੀ ਹੈ। ਪਹਿਲਾਂ ਤਾਂ ਪ੍ਰੇਮੀ ਨੂੰ ਜਦੋਂ ਕਹਿੰਦੀ ਹੈ ਕਿ ਤੂੰ ਮੈਨੂੰ ਅਪਣਾ ਲਾ, ਤਾਂ ਮਨਾ ਕਰ ਦਿੰਦਾ ਹੈ, ਤੇ ਫਿਰ ਉਹ ਰੋਣ ਲੱਗਦੀ ਹੈ। ਤਾਂ ਉਹਨੂੰ ਕਹਿੰਦਾ ਵੀ ਨਹੀਂ, ਤੂੰ ਰੋ ਨਾ, ਤੂੰ ਨਿਰਾਸ਼ ਨਾ ਹੋ, ਤੇਰੇ ਕੋਲ ਤੇਰਾ ਫਾਰਮ ਹਾਊਸ ਹੈ, ਤੇਰੇ ਕੋਲ ਤੇਰੀ ਜ਼ਮੀਨ ਹੈ, ਜਿੰਨਾ ਚਿਰ ਤੇਰੇ ਕੋਲ ਜ਼ਮੀਨ ਹੈ ਨਾ ਆਪਣੀ, ਤੂੰ ਦੁਖੀ ਨਹੀਂ ਹੋ ਸਕਦੀ ਹੈਗੀ। ਮਿੱਟੀ ਦਾ ਕੋਲ ਹੋਣਾ ਬਹੁਤ ਵੱਡਾ ਧਰਵਾਸ ਹੁੰਦਾ, ਮਿੱਟੀ ਤੇ ਉਹਨੂੰ ਜਿਉਂਦਾ ਰੱਖ ਸਕਦੀ ਹੈ। ਨਾਵਲ ਵੱਡਾ ਹੈ, 1100 ਪੇਜ ਦਾ। ਜਦੋਂ ਐਂਡ ਦੇ ਵਿੱਚ ਉਹਦਾ ਪਤੀ ਹੈ ਜਿਹੜਾ, ਜਦੋਂ ਉਹਨੂੰ ਪਤਾ ਲੱਗਦਾ ਕਿ ਮੈਨੂੰ ਚਾਹੁੰਦੀ ਨਹੀਂ ਹੈਗੀ, ਉਹ ਵੀ ਉਹਨੂੰ ਛੱਡ ਕੇ ਜਾਣ ਲੱਗਦਾ ਹੈ, ਤਾਂ ਉਹ ਫਿਰ ਰੋਂਦੀ ਹੈ। ਫਿਰ ਉਹ ਕਹਿੰਦੀ ਹੈ ਮੈਂ ਹੁਣ ਕੀ ਕਰਾਂਗੀ। ਉਹ ਫਿਰ ਕਹਿੰਦਾ ਕਿ ਤੇਰੇ ਕੋਲ ਤੇਰਾ ਤਾਰਾ ਫਾਰਮ ਹਾਊਸ ਦਾ ਨਾਮ ਹੈ, ਕਿ ਤੇਰੇ ਕੋਲ ਤਾਰਾ ਹੈ, ਤਾਰਾ ਫਾਰਮ ਹਾਊਸ ਹੈ ਤੇਰਾ। ਤਾਰਾ ਇੱਕ ਉਮੀਦ ਦਾ ਪ੍ਰਤੀਕ ਵੀ ਹੈ ਇਹਦੇ ਵਿੱਚ। ਤਾਂ ਉਹ ਕਹਿੰਦੇ ਵੀ ਤਾਰਾ ਜਿਹੜਾ ਤੇਰੇ ਕੋਲ ਹੈਗਾ, ਤੂੰ ਆਪਣੇ ਫਾਰਮ ਹਾਊਸ ਤੇ ਜਾ, ਖੇਤੀਬਾੜੀ ਕਰ, ਕੁਛ ਪੈਦਾ ਕਰ। ਜੇ ਤੂੰ ਪੈਦਾ ਕਰੇਗੀ ਤਾਂ ਜ਼ਿੰਦਗੀ ਨਾਲ ਜੁੜੇਗੀ, ਤੂੰ ਨਿਰਾਸ਼ ਨਹੀਂ ਹੋਵੇਗੀ। ਇਸ ਕਰਕੇ ਧਰਾਤਲ, ਜੇ ਤੁਸੀਂ ਜਿਉਂਦੇ ਰਹਿਣਾ ਧਰਤੀ ਦੇ ਉੱਪਰ,
ਤਾਂ ਤੁਹਾਡਾ ਜ਼ਮੀਨ ਨੂੰ ਪਿਆਰ ਕਰਨਾ, ਜ਼ਮੀਨ ਨਾਲ ਜੁੜੇ ਹੋਣਾ ਬਹੁਤ ਜ਼ਰੂਰੀ ਆ। ਤਾਂ ਮੈਂ ਭਵਿੱਖ ਨੂੰ ਇਸ ਤਰੀਕੇ ਨਾਲ ਡਿਫਾਈਨ ਕਰਨ ਦਾ ਯਤਨ ਕਰਦਾ ਆਪਣੀ ਰਚਨਾਵਾਂ ਦੇ ਵਿੱਚ। ਜੀ ਸਰ, ਸਾਡੇ ਨਾਲ ਜੁੜੇ ਹੋਏ ਨੇ ਸਾਡੀ ਸਭਾ ਦੇ ਮੈਂਬਰ ਵੀ ਨੇ, ਮਲੇਰਕੋਟਲਾ ਤੋਂ ਪ੍ਰੋਫੈਸਰ ਸਾਡੇ ਨਾਲ ਗੁਰਮੀਤ ਜੀ ਜੁੜੇ ਹੋਏ ਨੇ। ਉਹਨਾਂ ਦਾ ਇੱਕ ਸਵਾਲ ਸੀਗਾ, ਮੈਂ ਚਾਹੂੰਗਾ ਉਹ ਤੁਹਾਨੂੰ ਖੁਦ ਮੁਖਾਤਬ ਹੋਣ। ਪ੍ਰੋਫੈਸਰ ਗੁਰਮੀਤ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਗੁਰਮੀਤ ਜੀ। ਸਤਿ ਸ਼੍ਰੀ ਅਕਾਲ ਸਰ। ਮੇਰਾ ਇੱਕ ਸਵਾਲ ਸੀ, ਜਿਵੇਂ ਤੁਸੀਂ ਕਿਹਾ ਸੀ ਮੈਂ +2 'ਚ ਕਹਾਣੀ ਲਿਖੀ, ਮੈਂ ਪਹਿਲੀ ਕਹਾਣੀ, ਤੇ ਪਹਿਲੀ ਕਹਾਣੀ ਲਿਖਣ ਵੇਲੇ ਵੀ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ, ਜਿਵੇਂ ਮੇਰੀ ਕਹਾਣੀ ਪਾਠਕਾਂ ਨੂੰ ਪਸੰਦ ਆਵੇਗੀ ਜਾਂ ਇਹਦੇ ਵਿੱਚ ਕੋਈ ਕਮੀ ਹੈ। ਉਹ ਉਸ ਸਮੇਂ ਮਨ ਦੇ ਹਾਲਾਤਾਂ ਬਾਰੇ ਪੁੱਛਣਾ ਚਾਹੁੰਦਾ। ਹਾਂਜੀ ਗੁਰਮੀਤ ਜੀ, ਇਹ ਹੁੰਦਾ ਕਿ ਜਿਵੇਂ ਮੈਂ ਪਹਿਲੀ ਕਹਾਣੀ ਲਿਖੀ ਤਾਂ ਮੈਂ ਸਾਡੇ ਨੇੜੇ ਇੱਕ ਸਹਿਤ ਸਭਾ ਸੀ, ਉੱਥੇ ਲਿਜਾ ਕੇ ਪੜ੍ਹੀ। ਜੇ ਮੈਂ ਕਹਾਣੀ ਪੜ੍ਹੀ ਤਾਂ ਉਹ ਸਾਰੇ ਸਹਿਤ ਸਭਾ ਜਿਹੜੇ ਮੈਂਬਰ ਸੀ ਉਹ ਮੈਨੂੰ ਕਹਿਣ ਲੱਗੇ, ਕਾਕਾ ਤੂੰ ਇਹ ਕਹਾਣੀ ਆਪਣੀ ਲਿਖੀ ਆ, ਕਿ ਤੂੰ ਚੋਰੀ ਤਾਂ ਨਹੀਂ ਕੀਤੀ ਹੈਗੀ। ਮੈਨੂੰ ਲੱਗਣ ਲੱਗ ਗਿਆ ਵੀ ਇਹ ਮੇਰੇ ਤੇ ਸ਼ੱਕ ਕਿਉਂ ਕਰ ਰਹੇ ਨੇ। ਮੈਂ ਉੱਥੇ ਜਾਣਾ ਬੰਦ ਕਰਤਾ। ਬਾਅਦ ਦੇ ਵਿੱਚ ਮੈਂ ਕਹਾਣੀ ਇੱਕ ਕਾਗਜ਼ ਦੇ ਇੱਕ ਪਾਸੇ ਲਿਖੀ ਸਾਫ਼ ਕਰਕੇ, ਤੇ ਮੈਂ ਉਹਨੂੰ ਛਪਣ ਲਈ ਭੇਜਤਾ। ਮੇਰੇ ਇੱਕ ਮਿੱਤਰ ਸੀ ਬਲਕਾਰ ਸਿੰਘ ਜਲਾਜਣ, ਅੱਜ ਕੱਲ੍ਹ ਵਿਚਾਰੇ ਨਹੀਂ ਰਹੇ, ਉਹਨਾਂ ਨੇ ਮੈਨੂੰ ਸਮਝਾਇਆ ਕਿ ਅਖਬਾਰ ਨੂੰ ਕਹਾਣੀ ਕਿਵੇਂ ਭੇਜੀ ਦੀ ਆ। ਮੈਂ ਅਖਬਾਰ ਨੂੰ ਕਹਾਣੀ ਭੇਜਤੀ, ਕਹਾਣੀ ਅਖਬਾਰ ਦੇ ਵਿੱਚ ਛਪ ਗਈ। 12ਵੀਂ ਕਲਾਸ ਦੇ ਵਿੱਚ ਮੇਰੀ ਕਹਾਣੀ ਛਪ ਗਈ। ਫਿਰ ਮੈਂ ਮੀਟਿੰਗ ਦੇ ਵਿੱਚ ਗਿਆ ਤਾਂ ਉੱਥੇ ਲੈ ਕੇ ਮੈਂ ਕਹਾਣੀ ਦਿਖਾਈ ਉਹਨਾਂ ਨੂੰ। ਉਹਨਾਂ ਨੇ ਕਈਆਂ ਨੇ ਪਹਿਲਾਂ ਪੜ੍ਹ ਲਈ ਸੀ, ਦੇਖ ਲਈ ਸੀ ਅਖਬਾਰ ਦੇ ਵਿੱਚ, ਕਈਆਂ ਨੇ ਮੇਰੀ ਲਿਜਾਈ ਹੋਈ ਦੇਖੀ। ਫਿਰ ਉਹ ਕਹਿੰਦੇ ਹਾਂ ਠੀਕ ਆ ਵੀ ਵਧੀਆ, ਸ਼ਾਬਾਸ਼, ਠੀਕ ਹੈ। ਤਾਂ ਪਰ ਫਿਰ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਸਹਿਤ ਸਭਾ ਦੇ ਵਿੱਚ ਕੁਛ ਲੋਕਾਂ ਨੂੰ ਸੇਧ ਮਿਲ ਜਾਂਦੀ ਹੋਏਗੀ, ਪਰ ਮੈਨੂੰ ਲੱਗਦਾ ਸੀ ਕਿ ਮੈਨੂੰ ਉੱਥੇ ਨਿਕਲਣਾ ਚਾਹੀਦਾ, ਮੈਨੂੰ ਆਪਣੇ ਤੌਰ ਤੇ ਲਿਖਣਾ ਪੜ੍ਹਨਾ ਚਾਹੀਦਾ, ਕਿਉਂਕਿ ਇੱਥੇ ਸ਼ਾਇਦ ਮੇਰੇ ਨਾਲ ਈਰਖਾ ਕਰਦੇ ਨੇ। ਹੌਲੀ ਹੌਲੀ ਪਤਾ ਲੱਗਿਆ ਕਿ ਉਹ ਸਹਿਤ ਸਭਾ ਦੇ ਵਿੱਚ ਜਿਹੜੇ ਲੋਕ ਸੀ ਉਹ ਜ਼ਿਆਦਾਤਰ ਅਜਿਹੇ ਰਾਈਟਰ ਸੀ ਜਿਹੜੇ ਕਿਤੇ ਛਪਦੇ ਨਹੀਂ ਹੈਗੇ, ਜਿਨ੍ਹਾਂ ਨੂੰ ਕੋਈ ਛਾਪਦਾ ਨਹੀਂ ਹੈਗਾ। ਪਰ ਉਹ ਵੀ ਜੇ ਆਪਣਾ ਰੋਲ ਠੀਕ ਤਰ੍ਹਾਂ ਅਦਾ ਕਰਨ ਤਾਂ ਨਵੇਂ ਲੇਖਕਾਂ ਨੂੰ ਗਾਈਡ ਕਰ ਸਕਦੇ ਹੁੰਦੇ ਨੇ, ਕਈ ਥਾਵਾਂ ਤੇ ਕਰਦੇ ਵੀ ਨੇ। ਅੱਜ ਦੇ ਲਈ ਹੋ ਰਿਹਾ, ਅੱਜ ਦੇ ਲਈ ਗੁਰਮੀਤ ਜੀ ਆਵਾਜ਼ ਨਹੀਂ ਆ ਰਹੀ। ਗੁਰਮੀਤ ਜੀ ਤੁਸੀਂ ਮਿਊਟ ਹੋ ਗਏ, ਪਲੀਜ਼ ਦੁਬਾਰਾ ਆਪਣੀ ਗੱਲ ਰੱਖ ਲਓ। ਆਵਾਜ਼ ਨਹੀਂ ਆ ਰਹੀ ਗੁਰਮੀਤ ਜੀ, ਤੁਹਾਡਾ ਮਿਊਟ ਆ, ਪਲੀਜ਼ ਆਪਣੀ ਗੱਲ ਦੁਬਾਰਾ ਰੱਖ ਲਓ। ਹਾਂ ਸਰ ਜੀ, ਵੀ ਸਾਡੇ ਵਰਗੇ ਲੇਖਕਾਂ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਵੀ ਸਭਾ ਨੇ ਸਾਨੂੰ ਕਦੇ ਰਾਹ ਨਹੀਂ ਦਿੱਤਾ, ਤੇ ਹੁਣ ਨੌਜਵਾਨ ਸਹਿਤ ਸਭਾ ਜੁੜੀ ਹੈ ਜੀ, ਇਹਨਾਂ ਨੇ ਸਾਨੂੰ ਇੱਕ ਸਾਥੀ ਮਿਲਾਏ ਜਿਨ੍ਹਾਂ ਕਰਕੇ ਸਾਡੀਆਂ ਕਹਾਣੀਆਂ ਲਿਖੀਆਂ ਜਾਣ ਲੱਗ ਗਈਆਂ ਜਾਂ ਛਪਣ ਲੱਗ ਗਈਆਂ ਜੀ, ਤੇ ਜਿਹਦੇ ਵਿੱਚ ਕਮੀਆਂ ਸੀ ਉਹ ਵੀ ਸਾਨੂੰ ਦੱਸੀਆਂ ਗਈਆਂ ਵੀ ਕਿੱਥੇ ਕਿੱਥੇ ਕਮੀ, ਕਿੱਥੇ ਕਿੱਥੇ ਤੁਸੀਂ ਕੰਮ ਕਰੋ। ਤੇ ਇੱਕ ਕਹਾਣੀ ਦੇ ਵਿੱਚ ਵਾਰਤਾਲਾਪ ਕਈ ਵਾਰ ਤਾਂ ਭਰਪੂਰ ਹੁੰਦੇ ਆ ਜੀ, ਕਈ ਵਾਰ ਵਾਰਤਾਲਾਪ ਘੱਟ ਤੇ ਵਿਆਖਿਆ ਜ਼ਿਆਦਾ ਹੁੰਦੀ ਹੈ ਜੀ। ਕਹਾਣੀ ਦਾ ਵਾਰਤਾਲਾਪ ਦੇ ਵਿਆਖਿਆ ਦਾ ਮੈਨੂੰ ਥੋੜਾ ਜਿਹਾ ਸਿਸਟਮ ਸਮਝਾ ਦਿਓ ਜੀ, ਕਿਵੇਂ ਲਿਖਿਆ ਕਰਾਂ ਮਤਲਬ ਵੀ ਦੋਨੇ ਚੀਜ਼ਾਂ ਜ਼ਰੂਰੀ ਹੈ ਕਿ ਇੱਕ ਚੀਜ਼ ਹੈ ਜੀ? ਦੇਖੋ, ਦੋ ਗੱਲਾਂ ਕਰਾਂਗਾ ਮੈਂ। ਰਾਈਟਰ ਬਣਨ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ। ਪਹਿਲੀ ਗੱਲ ਤਾਂ ਇਹ ਆ ਕਿ ਜਿਵੇਂ ਕਬੱਡੀ ਦੇ ਖਿਡਾਰੀ ਨੂੰ, ਜੇ ਉਹਨੇ ਖਿਡਾਰੀ ਬਣਨਾ ਤਾਂ ਉਹਨੂੰ ਕਬੱਡੀ ਦੇ ਮੈਚ ਦੇਖਣ ਦਾ ਸ਼ੌਂਕ ਹੋਣਾ ਚਾਹੀਦਾ। ਜੇ ਉਹਨੂੰ ਕਬੱਡੀ ਦੇ ਮੈਚ ਦੇਖਣ ਦਾ ਸ਼ੌਂਕ ਨਹੀਂ ਨਾ ਹੈਗਾ ਤਾਂ ਉਹ ਕਬੱਡੀ ਦੀਆਂ ਬਰੀਕੀਆਂ ਨਹੀਂ ਸਿੱਖ ਸਕਦਾ, ਕਿਵੇਂ ਰੇਡ ਪਾਉਣੀਆਂ, ਕਿਵੇਂ ਕੈਚਰ ਨੇ ਫੜਨਾ, ਕਿਵੇਂ ਬਚਣਾ, ਕਿਵੇਂ ਭੱਜਣਾ, ਤਾਂ ਇਹ ਚੀਜ਼ਾਂ ਨਹੀਂ ਸਿੱਖ ਸਕਦਾ ਹੈਗਾ। ਨਾ ਹੀ ਉਹਨੂੰ ਉਤਸ਼ਾਹ ਮਿਲੇਗਾ। ਜਦੋਂ ਮੈਚ ਦੇਖਦਾ ਤਾਂ ਦੇਖਦਾ ਵੀ ਲੋਕ ਕਿਵੇਂ ਖਿਡਾਰੀਆਂ ਨੂੰ ਸ਼ਾਬਾਸ਼ ਦੇ ਰਹੇ ਨੇ, ਕਿਵੇਂ ਵਾਹਵਾ ਹੋ ਰਹੀ ਆ, ਫਿਰ ਉਹਦੇ ਲਈ ਸੁਪਨਾ ਬਣ ਜਾਂਦਾ ਵੀ ਮੈਂ ਵੀ ਇਹੋ ਜਿਹਾ ਖਿਡਾਰੀ ਬਣਾ ਤੇ ਮੈਨੂੰ ਵੀ ਐਵੇਂ ਵਾਹਵਾ ਮਿਲੂਗੀ। ਤਾਂ ਇਸ ਤਰ੍ਹਾਂ ਹੀ ਪਹਿਲੀ ਸ਼ਰਤ ਹੈ ਪੜ੍ਹਨਾ। ਜੇ ਤੈਨੂੰ ਪੜ੍ਹਨ ਦਾ ਸ਼ੌਂਕ ਹੈ, ਜਿਵੇਂ ਇੱਥੇ ਮੈਂ ਹੁਣ ਇੱਕ ਮੇਰੇ ਮਿੱਤਰ ਫੇਸਬੁੱਕ ਫਰੈਂਡ ਨੇ ਮੇਰੇ ਦਿਖਾਈ ਦੇ ਰਹੇ ਨੇ ਮੈਨੂੰ, ਕੰਵਰ ਬਰਾੜ ਜੀ, ਤਾਂ ਉਹ ਕੁਛ ਮਹੀਨੇ ਪਹਿਲਾਂ ਹੀ ਮੇਰੀ ਉਹਨਾਂ ਨਾਲ ਗੱਲ ਹੋਈ, ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਤਾਂ ਉੱਥੋਂ ਦੇ ਬਿਜੀ ਜੀਵਨ ਦੇ ਵਿੱਚ ਵੀ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਇਹ ਕਿਤਾਬਾਂ ਪੜ੍ਹੀਆਂ ਨੇ। ਮੈਨੂੰ ਬੜੀ ਹੈਰਾਨੀ ਹੋਈ ਵੀ ਉਹ ਬੰਦਾ ਉੱਥੇ ਬੈਠਾ ਵੀ ਪੜ੍ਹ ਰਿਹਾ। ਮੈਨੂੰ ਨਹੀਂ ਪਤਾ ਬਰਾੜ ਸਾਹਿਬ ਲਿਖਦੇ ਨੇ ਕੀ ਲਿਖਦੇ ਨੇ, ਪਰ ਉਹ ਭਵਿੱਖ ਦੇ ਵਿੱਚ ਜੇ ਲਿਖਣਾ ਚਾਹਣ, ਜਿਵੇਂ ਉਹਨਾਂ ਦੀ ਪੜ੍ਹਨ ਦੀ ਆਦਤ ਹੈ, ਉਹ ਜ਼ਰੂਰ ਵੱਡੇ ਲੇਖਕ ਬਣ ਸਕਦੇ ਨੇ। ਤਾਂ ਪੜ੍ਹਨ ਦੀ ਆਦਤ ਹੋਣੀ ਚਾਹੀਦੀ ਆ। ਦੂਜੀ ਗੱਲ ਜ਼ਿੰਦਗੀ ਨੂੰ ਜਿਉਣਾ ਆਉਂਦਾ ਹੋਣਾ ਚਾਹੀਦਾ। ਇਹ ਨਾ ਤੁਸੀਂ ਬੈਠੇ ਆਪਣੇ ਘਰ ਹੀ ਰੋਂਦੇ ਰਹੋ। ਮਤਲਬ ਤੁਸੀਂ ਜ਼ਿੰਦਗੀ ਦੇ ਵਿੱਚ ਪਾਰਟੀਸਪੇਟ ਕਰੋ, ਭਾਈਵਾਲ ਬਣੋ, ਜ਼ਿੰਦਗੀ ਦੇ ਵਿੱਚ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਜਾਓ, ਲੋਕਾਂ ਨੂੰ ਮਿਲੋ, ਵੱਧ ਤੋਂ ਵੱਧ ਐਕਟਿਵ ਜ਼ਿੰਦਗੀ ਜਿਉਂ। ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਜੇ ਜ਼ਿੰਦਗੀ ਦੇ ਵਿੱਚ ਭਾਈਵਾਲੀ ਕਰੋਗੇ ਨਾ, ਤਾਂ ਜ਼ਿੰਦਗੀ ਹੈ ਜਿਹੜੀ ਤੁਹਾਨੂੰ ਉਹ ਵੱਧ ਮੌਕਾ ਦੇਊਗੀ, ਵੱਧ ਜਾਣਕਾਰੀ ਦੇਊਗੀ। ਜਦੋਂ ਤੁਸੀਂ ਲਿਖਣ ਬੈਠੋਗੇ ਤੁਹਾਡੇ ਕੋਲ ਬਹੁਤ ਕੁਝ ਲਿਖਣ ਲਈ ਹੋਏਗਾ, ਸਮਾਜ ਦੀਆਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ। ਮੈਨੂੰ ਛੋਟੇ ਹੁੰਦਿਆਂ ਸ਼ੌਕ ਹੁੰਦਾ ਸੀ ਕਿ ਮੈਂ ਨਾ ਪਿੰਡ ਦੇ ਬਜ਼ੁਰਗਾਂ ਵਿੱਚ ਜਾ ਕੇ ਬਹਿ ਜਾਂਦਾ ਹੁੰਦਾ ਸੀ, ਸੱਥ ਦੇ ਵਿੱਚ ਜਾ ਕੇ ਬਹਿ ਜਾਂਦਾ ਸੀ, ਗੱਲਾਂ ਸੁਣੀ ਜਾਂਦਾ ਹੁੰਦਾ ਸੀ।
ਬਲਜਿੰਦਰ ਸਰ, ਤੁਹਾਡੀ ਆਵਾਜ਼ ਕੱਟੀ ਗਈ। ਤਾਂ ਤੇ ਇਹਨੇ ਗੱਲ ਸੀ ਜਿਵੇਂ ਇਹਦੇ ਵਿੱਚ ਲਿਖਿਆ ਖਾਰੇ ਦੀ। ਹਾਂਜੀ, ਹਾਂ ਤਾਂ ਮੈਂ ਗੱਲ ਕਰ ਰਿਹਾ ਸੀ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਵੱਧ ਭਾਗ ਲੈਣਾ ਚਾਹੀਦਾ, ਲੋਕਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਜਾਣਾ ਚਾਹੀਦਾ, ਜ਼ਿੰਦਗੀ ਨੂੰ ਸਿਰਫ ਪੜ੍ਹਨ ਦੇ ਵਿੱਚ ਨਹੀਂ ਪਰ ਪੂਰਾ ਸਰਗਰਮ ਹੋ ਕੇ ਜਿਉਣਾ ਚਾਹੀਦਾ। ਤਾਂ ਤੁਹਾਡੇ ਕੋਲ ਵੱਧ ਘਟਨਾਵਾਂ ਹੋਣਗੀਆਂ, ਵੱਧ ਪਾਤਰ ਹੋਣਗੇ, ਤੁਹਾਨੂੰ ਲੋਕਾਂ ਨੂੰ ਮੁਲਾਕਾਤ ਵੀ ਕਰਨੀ ਪਊਗੀ, ਲੋਕਾਂ ਨੂੰ ਪੁੱਛਣਾ ਪਊਗਾ, ਸਵਾਲ ਜਵਾਬ ਕਰਨੇ ਪੈਣਗੇ ਕਿ ਤੂੰ ਕਿਵੇਂ ਸੋਚਦਾ। ਹੱਡਾ ਰੋੜੀ ਕਹਾਣੀ ਜਦੋਂ ਮੈਂ ਲਿਖ ਰਿਹਾ ਸੀ ਤਾਂ ਮੇਰੇ ਪਿੰਡ ਦਾ ਉਹ ਬੰਦਾ ਦੇਵ ਬਾਬਾ ਉਹਦਾ ਨਾਮ ਸੀ। ਦੇਵ ਬਾਬਾ ਸਾਈਕਲਾਂ ਨੂੰ ਪੈਂਚਰ ਲਾਉਂਦਾ ਸੀ, ਪਰ ਉਹ ਕਦੇ ਕਦੇ ਜਦੋਂ ਕੋਈ ਪਿੰਡ 'ਚ ਪਸ਼ੂ ਮਰਦਾ ਸੀ ਤਾਂ ਮਰੇ ਪਸ਼ੂ ਨੂੰ ਚੁੱਕਣ ਵੀ ਜਾਂਦਾ ਸੀ ਤੇ ਹੱਡਾ ਰੋੜੀ ਲੈ ਕੇ ਜਾਂਦਾ ਸੀ। ਤਾਂ ਮੈਂ ਜਦੋਂ ਸਾਈਕਲ ਦੇ ਪੈਂਚਰ ਲਵਾਉਣ ਜਾਂ ਸਾਈਕਲ ਠੀਕ ਕਰਾਉਣ ਉਹਦੇ ਕੋਲ ਜਾਂਦਾ ਸੀ ਤੇ ਮੈਨੂੰ ਪੁੱਛਦਾ ਰਹਿੰਦਾ ਸੀ, ਬਾਬਾ ਜਦ ਕਿਸੇ ਦੀ ਮੱਝ ਮਰਦੀ ਆ ਕੀ ਤੈਨੂੰ ਖੁਸ਼ੀ ਹੁੰਦੀ ਆ? ਕਹਿੰਦਾ ਨਾ ਪੁੱਤ, ਬਹੁਤ ਦੁੱਖ ਹੁੰਦਾ। ਹਾਂ, ਜੇ ਕੋਈ ਬੇਕਾਰ ਪਸ਼ੂ ਮਰ ਜਾਵੇ ਜਿਹਦਾ ਕੋਈ ਫਾਇਦਾ ਨਹੀਂ, ਜਿਹੜਾ ਬੋਝ ਬਣਿਆ ਪਿਆ, ਉਹ ਮਰ ਜਾਵੇ ਤਾਂ ਮੈਨੂੰ ਭਾਵੇਂ ਥੋੜਾ ਜਿਹਾ ਲੱਗੇ ਕਿ ਚਲੋ ਠੀਕ ਹੋਇਆ ਵਿਚਾਰਾ, ਇਹਦੀ ਵੀ ਮੁਕਤੀ ਹੋਈ ਤੇ ਮੈਨੂੰ ਵੀ 4 ਪੈਸੇ ਮਿਲ ਜਾਣਗੇ। ਤੇ ਜਿਹਦਾ ਮਾਲਕ ਦੇ ਘਰੇ ਮੁਕਤ ਦੇ ਪੱਠੇ ਖਾ ਰਿਹਾ ਸੀ ਉਹਦਾ ਵੀ ਛੁਟਕਾਰਾ ਹੋ ਗਿਆ। ਕਹਿੰਦਾ ਫਿਰ ਭਾਵੇਂ ਮੈਂ ਥੋੜਾ ਜਿਹਾ ਖੁਸ਼ ਹੋ ਜਾ, ਪਰ ਮਤਲਬ ਆਮ ਤੌਰ ਤੇ ਦੁਧਾਰੂ ਪਸ਼ੂ ਆ ਜੇ ਮਰਦਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ। ਇਸ ਤਰ੍ਹਾਂ ਹੌਲੀ ਹੌਲੀ ਉਹਦੇ ਕਿੱਤੇ ਦੀਆਂ ਬਰੀਕੀਆਂ ਨੇ ਜਿਹੜੀਆਂ ਮੈਂ ਸਮਝੀਆਂ, ਤਾਂ ਮੈਂ ਹੱਡਾ ਰੋੜੀ ਕਹਾਣੀ ਲਿਖੀ। ਉਹ ਮੈਨੂੰ ਨਹੀਂ ਸੀ ਪਤਾ ਇਹ ਕਹਾਣੀ ਕਿਹੋ ਜਿਹੀ ਹੈ, ਚੰਗੀ ਹੈ ਕਿ ਮਾੜੀ ਆ, ਪਰ ਜਦੋਂ ਕਹਾਣੀ ਛਪ ਗਈ, ਸਿਰਜਣਾ ਮੈਗਜ਼ੀਨ ਦੇ ਵਿੱਚੋਂ ਕਹਾਣੀ ਛਪੀ, ਤਾਂ ਉਦੋਂ ਮੈਂ ਯੂਨੀਵਰਸਿਟੀ ਦੇ ਵਿੱਚ MA ਕਰਦਾ ਸੀ ਚੰਡੀਗੜ੍ਹ। ਮੇਰੇ ਅਧਿਆਪਕ ਹੁੰਦੇ ਸੀ ਡਾਕਟਰ ਰਘਵੀਰ ਸਿੰਘ ਸਿਰਜਣਾ, ਉਹਨਾਂ ਨੇ ਉਹ ਕਹਾਣੀ ਛਾਪੀ। ਤਾਂ ਫਿਰ ਉਸ ਮੇਰਾ ਨਾਵਲ ਵੀ ਛਪਿਆ ਹਾਰੇ ਦੀ ਅੱਗ, ਉਹਦੇ ਤੇ ਮੇਰੇ ਕਲਾਸ ਫੈਲੋ ਵਿਦਿਆਰਥੀਆਂ ਨੇ ਤੇ ਮੇਰੇ ਅਧਿਆਪਕਾਂ ਨੇ, ਡਾਕਟਰ ਨਾਰ ਸਿੰਘ ਹੋਰੀ ਸੀ, ਉਹਨਾਂ ਨੇ ਗੋਸ਼ਟੀ ਕਰਾਈ। ਉਹ ਗੋਸ਼ਟੀ ਦੇ ਵਿੱਚ ਮੋਹਨ ਭੰਡਾਰੀ ਆਇਆ, ਉਹ ਕਹਿੰਦਾ ਵੀ ਮੈਨੂੰ ਕਿਸੇ ਨੇ ਬੁਲਾਇਆ ਨਹੀਂ ਪਰ ਮੈਂ ਆ ਗਿਆ, ਤੇ ਕਹਿੰਦਾ ਮੈਨੂੰ ਲੱਗਦਾ ਵੀ ਬਿਨਾਂ ਬੁਲਾਏ ਵੀ ਆ ਜਾਣਾ ਚਾਹੀਦਾ ਹੁੰਦਾ। ਉਹ ਏਡਾ ਬੜਾ ਕਹਾਣੀਕਾਰ ਆ ਗਿਆ ਉੱਥੇ, ਸਾਰੇ ਖੁਸ਼ ਸੀ। ਫਿਰ ਉਹ ਕਹਿ ਰਿਹਾ ਕਿ ਮੈਂ ਨਾ ਹੱਡਾ ਰੋੜੀ ਕਹਾਣੀ ਦਾ ਲੇਖਕ ਆ ਜਿਹੜਾ, ਉਹਨੂੰ ਦੇਖਣਾ ਆ ਤੇ ਮੈਨੂੰ ਖੜਾ ਹੋ ਕੇ ਦਿਖਾਈ ਦੇਵੇ। ਮੈਂ ਸਟੇਜ ਤੇ ਨਹੀਂ ਸੀ ਬੈਠਾ, ਆਪਣੇ ਅਧਿਆਪਕਾਂ ਤੋਂ ਮੈਂ ਨਹੀਂ ਬਰਾਬਰ ਬਹਿਣਾ ਚਾਹੁੰਦਾ ਸੀ ਤੇ ਬੱਚੇ ਹੀ ਸੀ ਉਦੋਂ। ਮੈਂ MA ਵਾਲੇ ਬੱਚੇ ਕੀ ਹੁੰਦੇ ਨੇ, ਥੋੜੀ ਉਮਰ ਹੁੰਦੀ ਆ ਉਹਨਾਂ ਦੀ, ਤਾਂ ਮੈਂ ਥੱਲੇ ਬੈਠਾ ਸੀ ਤੇ ਫਿਰ ਮੈਂ ਉੱਠ ਕੇ ਖੜਾ ਹੋ ਕੇ ਉਹਨਾਂ ਨੂੰ ਸਿਰ ਝੁਕਾਇਆ, ਦਿਖਾਈ ਦਿੱਤਾ। ਤਾਂ ਕਹਿਣ ਦਾ ਮਤਲਬ ਹੈ ਵੀ ਉਹ ਕਹਾਣੀ ਇਸ ਤਰ੍ਹਾਂ ਦੀ ਲਿਖੀ ਗਈ, ਬਹੁਤ ਲੋਕਾਂ ਨੇ ਮੈਨੂੰ ਉਹਦੀ ਸ਼ਾਬਾਸ਼ ਦਿੱਤੀ, ਬਹੁਤ ਲੋਕਾਂ ਨੇ ਗੱਲ ਕੀਤੀ। ਮੈਨੂੰ ਕਈ ਵਾਰ ਹੈਰਾਨੀ ਹੁੰਦੀ ਸੀ ਵੀ ਇਹ ਕਹਾਣੀ ਐਡੀ ਕੀ ਗੱਲ ਹੈ, ਪਰ ਮੇਰੀ ਮਿਹਨਤ ਸੀ ਸੱਚਮੁੱਚ ਕੇ ਮੈਂ ਉਹ ਬਾਬੇ ਨੂੰ ਚੰਗੀ ਤਰ੍ਹਾਂ ਮੁਲਾਕਾਤ ਕੀਤੀ ਸੀ, ਉਹਦੇ ਨਾਲ ਗੱਲਾਂ ਕੀਤੀਆਂ ਸੀ ਤੇ ਉਹਦੀ ਮਾਨਸਿਕਤਾ ਨੂੰ ਸਮਝਿਆ ਸੀ। ਤੇ ਇੱਕ ਮਰੇ ਪਸ਼ੂ ਚੁੱਕਣ ਵਾਲਾ ਬੰਦਾ ਕਿਵੇਂ ਸੋਚਦਾ ਹੈ, ਇੱਕ ਡਾਕਟਰ ਕਿਵੇਂ ਸੋਚਦਾ ਹੈ ਮਰੀਜ਼ਾਂ ਬਾਰੇ ਕਿ ਮਰੀਜ਼ ਆਉਣ, ਬਿਮਾਰ ਹੋਣ, ਵੱਧ ਤੋਂ ਵੱਧ ਲੋਕ ਮੇਰੀ ਆਮਦਨ ਵਧੇ, ਉਹਨੂੰ ਬੜਾ ਨਾ ਸੰਤੁਲਨ ਰੱਖਣਾ ਪੈਂਦਾ ਹੁੰਦਾ। ਚੰਗਾ ਬੰਦਾ ਹਮੇਸ਼ਾ ਸੰਤੁਲਨ ਰੱਖ ਕੇ ਚੱਲਦਾ, ਨਾ ਤਾਂ ਦੁਨੀਆ 'ਚ ਮਹਾਮਾਰੀ ਚਾਹੁੰਦਾ ਕਿ ਦੁਨੀਆ ਖਤਮ ਹੋ ਜਾਵੇ। ਤੇ ਇਸ ਕਰਕੇ ਉਹ ਇਹ ਸਾਰਾ ਮਾਨਸਿਕਤਾ ਨੂੰ ਸਮਝਣਾ, ਇੱਕ ਮਰੇ ਹੋਏ ਪਸ਼ੂ ਚੁੱਕਣ ਵਾਲੇ ਬੰਦੇ ਦੀ ਮਾਨਸਿਕਤਾ ਨੂੰ ਸਮਝਣਾ ਤੇ ਉਹਨੂੰ ਲਿਖਣਾ ਇੱਕ ਕੰਮ ਸੀ ਜਿਹੜਾ ਕਿ ਉਦੋਂ ਕੀਤਾ ਗਿਆ। ਇਸ ਤਰੀਕੇ ਨਾਲ ਕਹਾਣੀ ਹੈ ਜਿਹੜੀ ਜਨਮ ਲੈਂਦੀ ਹੈ ਤੇ ਫਿਰ ਕਈ ਵਾਰ ਚੰਗੀ ਕਹਾਣੀ ਕੋਈ ਲਿਖੀ ਜਾਂਦੀ ਹੈ। ਜੀ ਸਰ, ਮੈਨੂੰ ਲੱਗਦਾ ਬਹੁਤ ਵਧੀਆ ਜਵਾਬ ਦਿੱਤਾ ਗਿਆ, ਸੰਤੁਸ਼ਟ ਹੋਣਗੇ ਮੇਰੇ ਖਿਆਲ 'ਚ ਪ੍ਰੋਫੈਸਰ ਗੁਰਮੀਤ ਜੀ। ਅਗਲਾ ਸਵਾਲ ਆ ਮੇਰਾ MA ਦਾ ਵਿਦਿਆਰਥੀ ਆ ਜਿੱਥੇ ਮੈਂ ਪੜ੍ਹਾ ਰਿਹਾ, ਮਿਹਰਬਾਨ ਸਿੰਘ। ਤੇ ਮੇਰੇ ਲਈ ਖੁਸ਼ੀ ਦੀ ਗੱਲ ਆ ਕਿ ਇਹ ਕਹਾਣੀਆਂ ਲਿਖਦਾ ਹੈ। ਕੁਛ ਕੁ ਕਹਾਣੀਆਂ ਦੀਆਂ ਹੁਣ ਤੱਕ 2-3 ਕਹਾਣੀਆਂ ਛਪ ਚੁੱਕੀਆਂ ਤੇ ਚੰਗੀ ਕਹਾਣੀ ਲਿਖਦਾ ਹੈ, ਜਿਸ 'ਚ ਸਮਰੱਥਾ ਹੈ ਕਹਾਣੀ ਦੇ ਵਿੱਚ ਇੱਕ ਸਥਾਪਿਤ ਹੋਣ ਦੀ ਜਾਂ ਕੁਛ ਨਵਾਂ ਕਰਨ ਦੀ। ਤੇ ਮੈਂ ਚਾਹੂੰਗਾ ਮਿਹਰਬਾਨ ਆਪਣਾ ਸਵਾਲ ਰੱਖਣ, ਸਰ ਨੂੰ ਮੁਖਾਤਬ ਹੋਣ ਤੇ ਆਪਣਾ ਕੈਮਰਾ ਜ਼ਰੂਰ ਔਨ ਕਰ ਦੇਣਾ ਪੁੱਤ। ਹਾਂਜੀ ਮਿਹਰਬਾਨ ਜੀ। ਮਿਹਰਬਾਨ ਜੀ, ਹਾਂ ਮਿਊਟ ਕਰ ਲਓ, ਅਨਮਿਊਟ ਕਰ ਲਓ ਪਲੀਜ਼ ਆਪਣਾ। ਜੀ ਸਰ ਜੀ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਹਾਂਜੀ ਮਿਹਰਬਾਨ, ਸਤਿ ਸ੍ਰੀ ਅਕਾਲ ਬੇਟਾ। ਸਰ ਬਹੁਤ ਵਡਭਾਗੀ ਮਹਿਸੂਸ ਕਰ ਰਹੇ ਹਾਂ, ਅੱਜ ਮੈਂ ਤੁਹਾਡੇ ਦਰਸ਼ਨ ਕਰ ਰਹੇ ਹਾਂ ਜੀ ਅਸੀਂ। ਤੇ ਸਭ ਤੋਂ ਪਹਿਲਾਂ ਇਹ ਥੋੜਾ ਨਰਵਸ ਵੀ ਹੋ ਰਹੇ ਆ ਜੀ, ਅੱਜ ਥੋੜੇ ਦਰਸ਼ਨ ਕਰ ਰਹੇ ਹਾਂ। ਨਾਲ ਗੱਲ ਕਰੋ, ਆਪਾਂ ਪਰਿਵਾਰ ਦੇ ਮੈਂਬਰ ਆ, ਕਿਤਾਬਾਂ ਪੜ੍ਹਨ ਵਾਲੇ ਸ਼ੌਂਕੀ ਲੋਕ ਆ ਸਾਰੇ। ਦੇਖੋ ਕਿੰਨੇ ਜਣੇ ਜੁੜੇ ਹੋਏ ਨੇ, ਸਾਰੇ ਜਣੇ ਪੜ੍ਹਨ ਲਿਖਣ ਵਾਲੇ ਨੇ, ਸਾਰੇ ਆਪਾਂ ਇੱਕੋ ਜਿਹੇ ਆ, ਆਪਣੀ ਕਿਸਮ ਇੱਕੋ ਹੀ ਹੈ ਕਿ ਕਿਤਾਬਾਂ ਨੂੰ ਪਿਆਰ ਕਰਦੇ ਆ, ਲਿਖਣ ਪੜ੍ਹਨ ਨੂੰ ਪਿਆਰ ਕਰਦੇ ਆ। ਹਾਂਜੀ ਜੀ ਸਰ, ਮੈਂ ਇਹੀ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਜੀ ਵੀ ਜਦੋਂ ਤੁਹਾਡੇ ਨਾਲ ਕਦੀ ਇਹ ਵਾਕਿਆ ਵਾਪਰਿਆ ਜੀ ਕਿ ਤੁਸੀਂ ਕਦੀ ਕਹਾਣੀ ਆਪਣੀ ਸਾਰੀ
ਸਾਫ਼-ਸਾਫ਼ ਅੱਖਰਾਂ ਦੇ ਵਿੱਚ, ਜਾਂ ਤੁਸੀਂ ਕਹਿ ਸਕਦੇ ਆ ਆਪਾਂ ਵੀ ਖਰੜਾ ਤਿਆਰ ਕਰ ਲਿਆ ਹੋਵੇ, ਪਰ ਕਦੀ ਨਾ ਕਦੀ ਤੁਹਾਨੂੰ ਉਸ ਕਹਾਣੀ ਬਾਰੇ, ਕਦੀ ਉਸ ਕਹਾਣੀ ਦੇ ਕਰੈਕਟਰ ਨੇ ਕਦੀ ਤੁਹਾਨੂੰ ਟੁੰਬਿਆ ਹੋਵੇ ਕਿ ਇਸ ਦਾ ਅੰਤ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ, ਕਿ ਕੋਈ ਕਰੈਕਟਰ ਤੁਹਾਨੂੰ ਹਲੂਣ ਦਾ ਹੋਵੇ ਕਿ ਜੋ ਤੁਸੀਂ ਖਰੜਾ ਤਿਆਰ ਕਰ ਚੁੱਕੇ ਹੋ, ਕਹਾਣੀ ਲਿਖ ਚੁੱਕੇ ਹੋ, ਉਸ ਦਾ ਅੰਤ ਇਸ ਤਰ੍ਹਾਂ ਨਹੀਂ ਕਰਨਾ ਸੀ ਕਿ ਇਸ ਤਰ੍ਹਾਂ ਕੀਤਾ ਜਾਵੇ। ਇਸ ਬਾਰੇ ਮੈਂ ਗੁਜ਼ਾਰਿਸ਼ ਕਰਦਾ ਜੀ, ਮੈਨੂੰ ਚਾਨਣਾ ਪਾਇਆ ਜਾਵੇ। ਹਾਂਜੀ, ਮੇਰੇ ਮਿੱਤਰ ਜੰਮੂ ਤੋਂ ਡਾਕਟਰ ਜਸਪਾਲ ਸਿੰਘ ਬਰਵਾਲ ਜੀ ਸ਼ਾਮਲ ਹੋਏ ਨੇ ਸਾਡੇ ਨਾਲ। ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਜੁਆਇਨ ਕੀਤਾ ਸਾਡੇ ਨਾਲ। ਤਾਂ ਮਿਹਰਬਾਨ ਜੀ, ਕਹਾਣੀ ਕਈ ਵਾਰ ਕਹਾਣੀ ਲਿਖੀ ਕਿਵੇਂ ਜਾਂਦੀ ਹੈ, ਆਪਾਂ ਇਹਦੇ ਬਾਰੇ ਗੱਲਾਂ ਕਾਫੀ ਕਰੀਆਂ ਨੇ। ਮੈਂ ਇੱਕ ਹੋਰ ਗੱਲ ਕਰਦਾ। ਪਹਿਲੀ ਗੱਲ ਤਾਂ ਕਈ ਵਾਰ ਇਹ ਕਿਹਾ ਜਾਂਦਾ, ਕਹਾਣੀ ਪੜ੍ਹਨ ਵਾਲਾ ਕਈ ਵਾਰ ਇਹ ਬੋਲੂਗਾ ਗੱਲ ਕਿ ਜਿਹੜੀ ਕਹਾਣੀ ਮੈਂ ਪੜ੍ਹਨ ਲੱਗਿਆ ਉਹ ਸਾਰੀ ਸੱਚੋ ਸੱਚ ਹੈ, ਇਵੇਂ ਵਾਪਰਿਆ ਹੋਇਆ ਮੈਂ ਉਵੇਂ ਲਿਖਤੀ। ਤਾਂ ਮੈਨੂੰ ਲੱਗਦਾ ਹੁੰਦਾ ਵੀ ਉਹ ਜਿਹੜੀ ਸੱਚੀ ਗੱਲ ਹੈ ਉਹ ਕੋਈ ਵਾਰਤਾ ਤਾਂ ਹੋ ਸਕਦੀ ਹੈ, ਪਰ ਜੇ ਤੁਸੀਂ ਕਹਾਣੀ ਲਿਖਣੀ ਹੈ ਜਿਹਨੂੰ ਅਸੀਂ ਫਿਕਸ਼ਨ ਕਹਿੰਦੇ ਆ, ਤਾਂ ਉਹ ਸਾਰੀ ਸੱਚੀ ਨਹੀਂ ਹੋ ਸਕਦੀ ਹੈਗੀ। ਸੱਚੀ ਨਾ ਹੋਣ ਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਸਾਰੀ ਝੂਠੀ ਹੋਏਗੀ, ਨਹੀਂ। ਕਹਾਣੀ ਕਿਵੇਂ ਬਣਦੀ ਹੈ? ਕਹਾਣੀ ਇਸ ਤਰ੍ਹਾਂ ਬਣਦੀ ਹੈ, ਜਿਵੇਂ ਅਸੀਂ ਬਿਲਡਿੰਗ ਬਣਾਉਂਦੇ ਆ, ਕੋਈ ਇਮਾਰਤ ਬਣਾਉਂਦੇ ਆ। ਅਸੀਂ ਇਮਾਰਤ ਬਣਾਉਂਦੇ ਆ ਤਾਂ ਉਹਦੇ ਵਿੱਚ ਸੀਮੈਂਟ ਵੀ ਪੈਂਦਾ, ਰੇਤਾ ਵੀ ਪੈਂਦਾ, ਬਜਰੀ ਪੈਂਦੀ ਆ, ਇੱਟਾਂ ਵੀ ਲੱਗਦੀਆਂ ਨੇ ਮਿੱਟੀ ਦੀਆਂ, ਲੋਹਾ ਵੀ ਲੱਗਦਾ ਹੈ, ਕੰਚ ਵੀ ਲੱਗਦਾ ਹੈ, ਲੱਕੜ ਵੀ ਲੱਗਦੀ ਹੈ। ਬਹੁਤ ਕੁਛ ਅਸੀਂ ਥਾਂ ਥਾਂ ਤੋਂ ਇਕੱਠਾ ਕਰਕੇ ਇੱਕ ਅਜਿਹੀ ਇਮਾਰਤ ਨੂੰ ਸਾਕਾਰ ਰੂਪ ਦਿੰਦੇ ਆ, ਜਿਹੜੀ ਇਮਾਰਤ ਤੁਹਾਡੇ ਸੁਪਨੇ ਦੇ ਵਿੱਚ ਆ, ਤੁਹਾਡੇ ਦਿਮਾਗ ਦੇ ਵਿੱਚ ਆ ਕਿ ਮੇਰਾ ਘਰ ਇਹੋ ਜਿਹਾ ਹੋਣਾ ਚਾਹੀਦਾ, ਮੈਂ ਜਿਹੜੀ ਇਮਾਰਤ ਬਣਾ ਰਿਹਾ ਉਹ ਇਹੋ ਜਿਹੀ ਹੋਣੀ ਚਾਹੀਦੀ ਹੈ। ਤਾਂ ਉਹ ਕਿਸੇ ਦੀ ਨਕਲ ਨਹੀਂ ਹੋਣੀ ਚਾਹੀਦੀ, ਉਹ ਸੱਚੀ ਮੁੱਚੀ ਵਾਪਰੀ ਹੋਈ ਵੀ ਨਹੀਂ ਹੋਣੀ ਚਾਹੀਦੀ ਹੈਗੀ, ਉਹ ਕੋਈ ਮੀਨਿੰਗਫੁਲ ਹੋਣੀ ਚਾਹੀਦੀ ਹੈ, ਉਹ ਕੋਈ ਅਰਥ ਦਿੰਦੀ ਹੋਵੇ। ਜੇ ਉਹ ਅਰਥ ਨਹੀਂ ਦਿੰਦੀ ਹੈਗੀ ਤਾਂ ਤੁਸੀਂ ਜਿੰਨੀ ਮਰਜ਼ੀ ਸੱਚੀ ਕਹਾਣੀ ਲਿਖ ਦਿਓ, ਉਹ ਕਦੇ ਵੀ ਵਧੀਆ ਕਹਾਣੀ ਨਹੀਂ ਬਣੂਗੀ। ਵਧੀਆ ਕਹਾਣੀ ਉਹੀ ਹੁੰਦੀ ਹੈ ਜਿਹੜੀ ਪੜ੍ਹਨ ਤੋਂ ਬਾਅਦ ਬੰਦੇ ਨੂੰ ਲੱਗੇ ਵੀ ਹਾਂ ਯਾਰ ਕੋਈ ਗੱਲ ਕਹੀ ਗਈ ਹੈ, ਪੜ੍ਹਨ ਦਾ ਆਨੰਦ ਵੀ ਆਇਆ ਤੇ ਗੱਲ ਵੀ ਬਣ ਗਈ, ਕੋਈ ਸਮਾਜ ਦਾ ਸੱਚ ਵੀ ਸਾਹਮਣੇ ਆ ਗਿਆ। ਸੋ ਕਹਾਣੀ ਦੇ ਵਿੱਚ ਬਹੁਤ ਕੁਛ ਇੱਧਰੋਂ ਉੱਧਰੋਂ ਲੈ ਕੇ, ਸੱਚਾ ਵੀ, ਕਾਲਪਨਿਕ ਵੀ। ਕਾਲਪਨਿਕ ਵੀ ਦੋ ਤਰ੍ਹਾਂ ਦਾ ਹੁੰਦਾ, ਇੱਕ ਕਾਲਪਨਿਕ ਹੁੰਦਾ ਜਿਹੜਾ ਵਾਪਰ ਨਹੀਂ ਸਕਦਾ। ਮੈਂ ਸਮਝਾਉਣ ਲਈ ਕਹੂੰਗਾ, ਮੰਨ ਲਓ ਸਨੀ ਦਿਓਲ ਆਪਣੀ ਫਿਲਮ ਦੇ ਵਿੱਚ 14ਵੀਂ ਮੰਜ਼ਿਲ ਤੋਂ ਛਾਲ ਮਾਰਦਾ ਟਰੱਕ ਦੇ ਉੱਪਰ, ਤੇ ਟਰੱਕ ਦੇ ਉੱਪਰ ਡਿੱਗ ਕੇ ਫਿਰ ਖੜਾ ਹੋ ਜਾਂਦਾ। ਇਹ ਕਿਹੋ ਜਿਹਾ ਬਿਆਨ ਹੈ ਜਿਹੜਾ ਕਿ ਝੂਠਾ ਬਿਆਨ ਹੈ। 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਤੁਸੀਂ ਬਚ ਨਹੀਂ ਸਕਦੇ ਹੈਗੇ, ਖੜੇ ਨਹੀਂ ਹੋ ਸਕਦੇ ਹੈਗੇ। ਇਹੋ ਜਿਹੀ ਇਮੈਜੀਨੇਸ਼ਨ ਨੂੰ ਜਿਹੜੀ ਕਹਾਣੀ ਹੈ ਉਹਦੇ ਵਿੱਚ ਕੋਈ ਤਾਂ ਨਹੀਂ ਹੁੰਦਾ। ਹਾਂ, ਜੇ ਤੁਸੀਂ ਇਮੈਜੀਨੇਸ਼ਨ ਦਿੰਦੇ ਹੋ ਉਹਦਾ ਮਤਲਬ ਹੋਣਾ ਚਾਹੀਦਾ। ਮਤਲਬ ਮੈਂ ਅੰਬਰ ਪਰੀਆਂ ਦੇ ਵਿੱਚ ਜਿਵੇਂ ਦਿੱਤਾ ਹੈਗਾ, ਪਰੀਆਂ ਨੂੰ ਦਿੱਤਾ, ਪਰੀ ਅੰਬਰ ਨੂੰ ਉਡਾ ਕੇ ਲੈ ਜਾਂਦੀ ਹੈ ਤੇ ਉਡਾ ਕੇ ਲੈ ਜਾਂਦੀ ਹੈ ਪਰੀਆਂ ਦੇ ਸਮਾਨ ਦੇ ਵਿੱਚ। ਦੋ ਪਰੀਆਂ ਨੇ, ਦੋਵੇਂ ਅਲੱਗ-ਅਲੱਗ ਗ੍ਰਹਿਾਂ ਦੀ ਯਾਤਰਾ ਕਰਾਉਂਦੀਆਂ ਨੇ ਅੰਬਰ ਨੂੰ। ਉਹ ਗ੍ਰਹਿ ਅਸਲ ਵਿੱਚ ਧਰਤੀ ਦੇ ਹੀ ਵੱਖਰੇ ਵੱਖਰੇ ਵਿਕਾਸ ਦੇ ਪੜਾਅ ਨੇ। ਕਬੀਲਿਆਂ ਵਾਲਾ ਸਮਾਂ ਹੈ, ਫਿਰ ਕਬੀਲਿਆਂ ਤੋਂ ਅਗਲਾ ਸਮਾਂ ਹੈ ਜਦੋਂ ਧਰਤੀ ਦੇ ਉੱਪਰ ਫੈਕਟਰੀਆਂ, ਧੂਆਂ ਪੈਦਾ ਕਰਨ ਵਾਲੀਆਂ ਫੈਕਟਰੀਆਂ ਬੰਦ ਹੋ ਚੁੱਕੀਆਂ ਨੇ, ਸਾਰੀ ਧਰਤੀ ਹਰੀ ਭਰੀ ਹੈ। ਜਦੋਂ ਦੂਜਿਆਂ ਗ੍ਰਹਿਾਂ ਤੇ ਬੰਦਾ ਛੁੱਟੀਆਂ ਕੱਟਣ ਵਾਸਤੇ ਜਾ ਰਿਹਾ, ਉਹਦੇ ਰੌਕਟ ਉਡਾਰੀਆਂ ਮਾਰ ਰਹੇ ਨੇ। ਇਹ ਭਵਿੱਖ ਹੈ ਧਰਤੀ ਦਾ। ਮੇਰੇ ਖਾਤਰ 'ਚ ਜੇ ਧਰਤੀ ਬਚੇਗੀ ਤਾਂ ਚੰਗਾ ਭਵਿੱਖ ਹੈ, ਜੇ ਨਹੀਂ ਬਚਦੀ ਹੈਗੀ, ਅਸੀਂ ਤਬਾਹ ਕਰ ਲੈਂਦੇ ਹਾਂ, ਤਾਂ ਫਿਰ ਮੇਰੀ ਕਿਤਾਬ ਵੀ ਨਾਲੇ ਤਬਾਹ ਹੋ ਜਾਣੀ ਆ। ਫਿਰ ਤਾਂ ਕਿਤਾਬ ਦਾ ਕੋਈ ਮਤਲਬ ਨਹੀਂ ਹੈਗਾ ਜੇ ਧਰਤੀ ਨੂੰ ਤਬਾਹ ਕਰ ਲਈ ਅਸੀਂ। ਪਰ ਜਿਵੇਂ ਨਾਵਲਕਾਰ ਚਾਹੁੰਦਾ ਕਿ ਧਰਤੀ ਹਰੀ ਭਰੀ ਹੋਵੇ, ਧਰਤੀ ਦੇ ਉੱਪਰ ਪ੍ਰਦੂਸ਼ਣ ਨਾ ਹੋਵੇ, ਧਰਤੀ ਉੱਪਰ ਕਤਲੇਆਮ ਨਾ ਹੋਵੇ, ਧਰਤੀ ਉੱਪਰ ਭੁੱਖਮਰੀ ਨਾ ਹੋਵੇ, ਸਾਰੇ ਵੰਡ ਕੇ ਛਕਣ, ਜਿਵੇਂ ਨਾਵਲਕਾਰ ਚਾਹੁੰਦਾ, ਜੇ ਉਹੀ ਧਰਤੀ ਭਵਿੱਖ 'ਚ ਬਣ ਜਾਂਦੀ ਆ ਤਾਂ ਮੇਰੇ ਨਾਵਲ ਲਿਖਣ ਦਾ ਕੋਈ ਮਤਲਬ ਹੋਏਗਾ। ਕਿ ਮੈਂ ਉਸ ਧਰਤੀ ਨੂੰ ਪਿਆਸਿਆ, ਉਹਦੀ ਕਲਪਨਾ ਕੀਤੀ, ਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਹੀ ਹੋਏਗਾ, ਕਿ ਧਰਤੀ ਵਧੀਆ ਹੀ ਬਣੇਗੀ, ਕਿਉਂਕਿ ਮਨੁੱਖ ਨੇ ਹੁਣ ਤੱਕ ਧਰਤੀ ਨੂੰ ਵਧੀਆ ਹੀ ਬਣਾਇਆ ਹੈ। ਦੂਜੀ ਗੱਲ, ਤੁਹਾਡੇ ਸਵਾਲ ਦਾ ਸਿੱਧਾ ਜਵਾਬ ਦੇਵਾਂ ਮੈਂ ਕਿ ਕਹਾਣੀ ਦਾ ਅੰਤ ਕਈ ਵਾਰ ਉਸ ਤਰ੍ਹਾਂ ਨਹੀਂ ਲੱਗਦਾ ਕਿ ਜਿਵੇਂ ਮੈਂ ਕੀਤਾ। ਹਾਂ, ਹੁੰਦੀ ਆ, ਬਹੁਤ ਵਾਰ ਗੱਲ ਹੁੰਦੀ ਆ ਕਿ ਕਹਾਣੀ ਦਾ ਅੰਤ ਕਈ ਵਾਰ ਉਸ ਤਰ੍ਹਾਂ ਨਹੀਂ ਹੁੰਦਾ। ਅੰਬਰ ਪਰੀਆਂ ਦਾ ਅੰਤ ਵੀ ਪਹਿਲਾਂ ਮੈਂ ਹੋਰ ਤਰ੍ਹਾਂ ਕੀਤਾ ਸੀ, ਪਰ ਫਿਰ ਮੈਨੂੰ ਲੱਗਿਆ ਕਿ ਨਹੀਂ ਯਾਰ, ਮੇਰੇ ਦੋਸਤ ਕੁਝ ਮੁਕਤਸਰ ਰਹਿੰਦੇ ਨੇ, ਗੁਰਜਸਵਿੰਦਰ ਜੱਸੀ ਨੇ, ਜਗਦੀਸ਼ ਕੁਮਾਰ ਨੇ, ਕਾਫੀ ਪੜ੍ਹਨ ਲਿਖਣ ਵਾਲੇ ਮੇਰੇ ਮਿੱਤਰ ਨੇ। ਮੈਂ ਉਹਨਾਂ ਕੋਲ ਗਿਆ ਸੀ, ਨਾਵਲ ਪੜ੍ਹਿਆ। ਪੜ੍ਹਨ ਤੋਂ ਬਾਅਦ ਉਹ ਮੈਨੂੰ ਕਹਿੰਦੇ ਯਾਰ ਨਾਵਲ ਦਾ ਅੰਤ ਠੀਕ ਕਰ, ਅੰਬਰ ਮਰੇਗਾ ਨਹੀਂ, ਤੂੰ ਅੰਬਰ ਨੂੰ ਮਾਰਨਾ, ਤਾਂ ਬੜਾ ਤਾਕਤਵਰ ਪਾਤਰ ਹੈ। ਮੈਂ ਕਿਹਾ ਠੀਕ ਹੈ। ਫਿਰ ਉਹਨਾਂ ਦੇ ਕਹਿਣ ਤੇ ਮੈਂ ਨਾਵਲ, ਮੈਨੂੰ ਵੀ ਜੱਜੀ ਗੱਲ, ਉਹਨਾਂ ਦੀ ਸਾਰੀ ਗੱਲ ਆਪਾਂ ਸਲਾਹਕਾਰਾਂ ਦੀ ਵੀ ਮੰਨ ਨਹੀਂ ਸਕਦੇ ਹੁੰਦੇ, ਸਲਾਹਕਾਰਾਂ ਦੀ ਵੀ ਉਨੀ ਕੀ ਹੀ ਗੱਲ ਮੰਨੀ ਜਾਂਦੀ ਹੈ ਜਿਹੜੀ ਗੱਲ ਤੁਹਾਡੀ ਆਤਮਾ ਨੂੰ ਚੰਗੀ ਲੱਗੇ, ਤੁਹਾਡੇ ਮਨ ਨੂੰ ਚੰਗੀ ਲੱਗੇ।
ਤੁਹਾਡੀਆਂ ਸੰਭਾਵਨਾਵਾਂ ਮੈਨੂੰ ਚੰਗੀ ਲੱਗੇ। ਮੈਂ ਫਿਰ ਕੀ ਕੀਤਾ ਵੀ ਉਸ ਨਾਵਲ ਨੂੰ ਮੈਂ ਦੁਬਾਰਾ ਲਿਖਿਆ, ਸਾਰਾ ਕੁਝ ਨਵੇਂ ਸਿਰ ਤੋਂ ਲਿਖਣਾ ਪਿਆ, ਪਰ ਕੋਈ ਗੱਲ ਨਹੀਂ, ਮਿਹਨਤ ਕੀਤੀ, ਉਹ ਮਿਹਨਤ ਕੰਮ ਆਈ ਤੇ ਨਾਵਲ ਦਾ ਅੰਤ ਸਭ ਨੂੰ ਪਸੰਦ ਆਇਆ। ਸਾਰੇ ਲੋਕਾਂ ਨੇ ਕਿਹਾ ਕਿ ਨਵੀਂ ਤਰ੍ਹਾਂ ਦਾ ਅੰਤ ਹੈ, ਬਿਲਕੁਲ ਨਵੀਂ ਤਰ੍ਹਾਂ ਦਾ ਅੰਤ ਹੈ। ਹਾਂਜੀ, ਸ਼ੁਕਰੀਆ ਸਰ, ਸ਼ੁਕਰੀਆ। ਬਿਲਕੁਲ ਜਿਵੇਂ ਉਹ ਕਹਿੰਦੇ ਆ ਨਾ, ਕਹਾਵਤ ਵੀ ਆ ਸਾਡੇ ਵਿੱਚ, ਸੁਣੋ ਸਭ ਦੀ ਤੇ ਪਰ ਕਰੋ ਮਨ ਦੀ। ਹਾਂਜੀ ਹਾਂਜੀ ਬਿਲਕੁਲ। ਤਾਂ ਅਗਲਾ ਜਿਹੜਾ ਸਵਾਲ ਆ ਉਹ ਮੈਡਮ ਮਨਦੀਪ ਜੀ ਰੱਖਣਾ ਚਾਹੁੰਦੇ ਆ। ਮੇਰੇ ਲਈ ਖੁਸ਼ੀ ਦੀ ਗੱਲ ਆ ਕਿ ਮੈਡਮ ਮਨਦੀਪ ਜੀ ਚੋਂ ਮੈਂ ਗ੍ਰੈਜੂਏਸ਼ਨ ਦੇ ਵਿੱਚ ਪੜ੍ਹਿਆ, ਤਾਂ ਅੱਜ ਉਹਨਾਂ ਨੂੰ ਮੁਖਾਤਬ ਰੱਖ ਰਿਹਾ ਤੁਹਾਡੇ। ਤਾਂ ਮੇਰੇ ਲਈ ਦੋਨੇ ਟੀਚਰ ਆ, ਮੇਰੇ ਲਈ ਬੜੀ ਖੁਸ਼ੀ ਦੀ ਗੱਲ ਆ। ਮੈਡਮ ਮਨਦੀਪ ਜੀ ਤੁਸੀਂ ਆਪਣਾ ਸਵਾਲ ਰੱਖੋ ਪਲੀਜ਼। ਮੈਡਮ ਮਨਦੀਪ ਜੀ। ਹੈਲੋ। ਹਾਂਜੀ ਮਨਦੀਪ ਜੀ, ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ। ਮੈਡਮ ਤੁਹਾਡੀ ਆਵਾਜ਼ ਆ ਰਹੀ ਹੈ, ਠੀਕ ਹੈ। ਤੁਸੀਂ ਆਪਣਾ ਸਵਾਲ ਰੱਖੋ। ਹਾਂਜੀ ਸਰ, ਮੈਂ ਇਹ ਪੁੱਛਣਾ ਸੀ ਕਿ ਤੁਹਾਡੇ ਮੈਂ ਪੜ੍ਹਿਆ, ਨਾਵਲ ਵੀ ਪੜ੍ਹਿਆ, ਸਟੋਰੀਆਂ ਵੀ ਪੜ੍ਹੀਆਂ, ਤੁਸੀਂ ਔਰਤ ਮਰਦ ਦੇ ਸੰਬੰਧਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਹਾਂਜੀ ਹੈਲੋ। ਹਾਂਜੀ ਹਾਂਜੀ ਬਸ ਮੈਂ ਇਹੀ ਪੁੱਛਣਾ, ਕਿਉਂਕਿ ਮੈਂ ਖੁਦ ਔਰਤ ਹਾਂ, ਠੀਕ ਹੈ। ਮੈਂ ਆਹ ਮੁੰਡਾ ਮੇਰੇ ਕੋਲੇ ਮੇਰਾ ਸਟੂਡੈਂਟ ਰਿਹਾ, ਠੀਕ ਹੈ। ਜਦੋਂ ਮੈਂ ਪੜ੍ਹਾਉਣ ਲੱਗੀ ਸੀ, ਮੈਂ ਵੀ ਛੋਟੀ ਉਮਰ ਦੀ ਸੀ, 23 ਦੀ ਸੀਗੀ, ਤੇ ਜਦੋਂ ਮੈਂ ਪੜ੍ਹਾਇਆ ਮੈਂ MA ਕਲਾਸ ਨੂੰ ਵੀ ਟੀਚ ਕੀਤਾ, ਠੀਕ ਹੈ। ਹਾਂਜੀ ਮੈਡਮ। ਤੁਸੀਂ ਉਸ ਸਮੇਂ ਦੇ ਹਾਲਾਤ ਮੈਂ ਫੇਸ ਕੀਤੇ। ਮੈਂ ਲੁਧਿਆਣੇ ਤੋਂ ਪੜ੍ਹੀ ਗੌਰਮੈਂਟ ਕਾਲਜ ਦੇ ਵਿੱਚ, ਜਦੋਂ ਮੈਂ ਬਠਿੰਡੇ ਆ ਕੇ ਜੁਆਇਨ ਕੀਤਾ, ਤੇ ਜਦੋਂ ਮੈਂ ਬਠਿੰਡੇ ਦੇ ਹਾਲਾਤ ਦੇਖੇ, ਕਹਿਣ ਤੋਂ ਭਾਵ ਕਿ ਮੋਸਟਲੀ ਐ ਹੁੰਦਾ ਸੀ ਮੁੰਡੇ ਕੁੜਤੇ ਪਜਾਮੇ ਪਾ ਕੇ ਆ ਜਾਂਦੇ, ਠੀਕ ਆ, ਭੋਰੀਆਂ ਲੈ ਕੇ। 7th ਪੀਰੀਅਡ ਮਤਲਬ ਸਾਈਡ ਤੋਂ ਮੈਨੂੰ ਹਜੇ ਵੀ ਯਾਦ ਆ ਕਿ ਓਡੀ ਕਿ ਮੈਂ ਹੁੰਦੀ ਸੀ, ਓਡੀ ਕਿ ਮੇਰੇ ਸਟੂਡੈਂਟ ਹੁੰਦੇ ਸੀ। ਤੇ ਇੱਕ ਸਾਡੀ ਖੁੱਲੀ ਜਿਹੀ ਬਾਰੀ ਦੇ ਵਿੱਚ ਉਹਦੀ ਬਾਹਰੋਂ ਰੋਸ਼ਨੀ ਜਿਹੜੀ ਕਹਿੰਦੇ ਸੂਰਜ ਦੀ ਪੈਂਦੀ ਹੈ, ਲਸ਼ਕੋਰ ਪੈਂਦੀ, ਮਤਲਬ ਐਂ ਲੱਗਦਾ ਧਰਤੀ ਦੇ ਵਿੱਚ ਵੀ ਦਿਨ ਢਲ ਗਿਆ, ਠੀਕ ਹੈ। ਵੀ ਇੱਕ ਮਰਦ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਪੁੱਛਦੀ ਵੀ ਤੁਸੀਂ ਔਰਤ ਮਰਦ ਦੇ ਸੰਬੰਧਾਂ ਬਾਰੇ ਗੱਲ ਕੀਤੀ ਜਾਂਦੀ, ਜਿਹੜਾ ਵੀ ਤੁਸੀਂ ਗੱਲ ਕੀਤੀ ਵੀ ਅੱਜ ਔਰਤ ਜੁੱਤੀ ਤੋਂ ਉੱਠ ਕੇ ਤਾਂ ਉੱਪਰ ਆ ਗਈ, ਠੀਕ ਹੈ। ਗਿੱਚੀ ਪਿੱਛੇ ਮੱਤ ਵਾਲੀ ਅੱਜ ਵੀ ਗੱਲ ਹੁੰਦੀ ਹੈ ਵੀ ਔਰਤ ਦੀ ਗਿੱਚੀ ਪਿੱਛੇ ਮੱਤ ਆ, ਠੀਕ ਹੈ, ਉਹ ਗੱਲ ਵੀ ਐਕਸੈਪਟ ਆ, ਬਟ ਫੇਰ ਵੀ ਹੁੰਦਾ ਵੀ ਔਰਤ ਮਰਦ ਕਾਮਯਾਬ ਪਿੱਛੇ ਔਰਤ ਦਾ ਹੱਥ ਹੈ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇੱਕ ਸਮਾਂ ਸੀ ਜਦੋਂ ਔਰਤ ਮਰਦ ਬਰਾਬਰ ਹੁੰਦੇ ਸੀ। ਕਬੀਲਿਆਂ ਦਾ ਯੁੱਗ ਸੀ, ਜਦੋਂ ਪਰਿਵਾਰ ਨਹੀਂ ਸੀ ਬਣੇ, ਵਿਆਹ ਨਹੀਂ ਸੀ ਹੋਣ ਲੱਗਿਆ, ਤਾਂ ਦੁਨੀਆ ਦੇ ਵਿੱਚ ਲੱਖਾਂ ਕਬੀਲੇ ਰਹਿੰਦੇ ਸੀ। ਹਰ ਕਬੀਲੇ ਦੇ ਵਿੱਚ 200, 250, 300, 400 ਬੰਦੇ ਹੁੰਦੇ ਸੀ। ਜਿਵੇਂ ਹੁਣ ਆਪਣੇ ਪਰਿਵਾਰ ਹੁੰਦੇ ਨੇ, ਪਰਿਵਾਰ ਦੇ ਵਿੱਚ ਕਿਸੇ ਪਰਿਵਾਰ 'ਚ 15 ਜੀ ਨੇ, ਕਿਸੇ 'ਚ 12 ਜੀ ਨੇ, ਕਿਸੇ 'ਚ 4 ਜੀ ਨੇ, ਕਿਸੇ 'ਚ 3 ਹੀ ਨੇ, ਕਿਸੇ 'ਚ 2 ਹੀ ਨੇ। ਕੋਈ ਘਰ ਇਹੋ ਜਿਹਾ ਵੀ ਹੈ ਜਿੱਥੇ ਇੱਕੋ ਬੰਦਾ ਰਹਿੰਦਾ, ਛੜਾ ਬੰਦਾ ਰਹਿੰਦਾ ਕੋਈ। ਤਾਂ ਇਸ ਤਰ੍ਹਾਂ ਕਬੀਲਿਆਂ ਦੇ ਆਕਾਰ ਵੀ ਅਲੱਗ-ਅਲੱਗ ਹੁੰਦੇ ਸੀ। ਕਬੀਲੇ ਧਰਤੀ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਫੈਲੇ ਹੋਏ ਸੀ। ਸ਼ਿਕਾਰ ਕਰਕੇ ਜੰਗਲ ਦੇ ਵਿੱਚ ਭੋਜਨ ਤਲਾਸ਼ ਕੇ ਆਪਣਾ ਗੁਜ਼ਾਰਾ ਕਰਦੇ ਸੀ। ਉਹ ਖੇਤੀਬਾੜੀ ਸ਼ੁਰੂ ਨਹੀਂ ਸੀ ਹੋਈ। ਤਾਂ ਹਰ ਕਬੀਲੇ ਦਾ ਕੋਈ ਨਾ ਕੋਈ ਸਰਦਾਰ ਹੁੰਦਾ ਸੀ। ਸਰਦਾਰ ਔਰਤ ਵੀ ਹੋ ਸਕਦੀ ਸੀ, ਮਰਦ ਵੀ ਹੋ ਸਕਦੀ ਸੀ, ਮਰਦ ਵੀ ਹੋ ਸਕਦਾ ਸੀ। ਇਹ ਨਿਰਭਰ ਕਰਦਾ ਸੀ ਕਿ ਕਬੀਲੇ ਦੇ ਵਿੱਚ ਕਿਹੜਾ ਬੰਦਾ ਜ਼ਿਆਦਾ ਅਕਲ ਵਾਲਾ ਹੈ ਤੇ ਕਿਹੜਾ ਬੰਦਾ ਜ਼ਿਆਦਾ ਤਾਕਤਵਰ ਵੀ ਹੈ। ਤਾਕਤਵਰ ਔਰਤ ਵੀ ਹੋ ਸਕਦੀ ਹੈ। ਇਹ ਗਲਤ ਕਿਹਾ ਜਾਂਦਾ ਕਿ ਔਰਤ ਕਮਜ਼ੋਰ ਹੁੰਦੀ ਹੈ। ਔਰਤ ਵੀ ਤਾਕਤਵਰ ਹੋ ਸਕਦੀ ਹੈ, ਔਰਤ ਵੀ ਦਿਮਾਗ ਵਾਲੀ ਹੋ ਸਕਦੀ ਹੈ। ਪਲੇਟੋ ਇੱਕ ਜਗ੍ਹਾ ਕਹਿੰਦਾ ਆਪਣੇ ਫਲਸਫੇ ਦੇ ਵਿੱਚ ਕਿ ਔਰਤ ਵੀ ਰਾਜ ਕਰ ਸਕਦੀ ਹੈ, ਬਸ਼ਰਤੇ ਕਿ ਤੁਸੀਂ ਉਸਨੂੰ ਮਰਦ ਦੇ ਬਰਾਬਰ ਸਿੱਖਿਆ ਦਾ ਮੌਕਾ ਦਿਓ। ਜੇ ਤੁਸੀਂ ਉਹਨੂੰ ਵੀ ਉਨੀ ਟ੍ਰੇਨਿੰਗ ਦਿੰਦੇ ਹੋ ਰਾਜ ਭਾਗ ਕਰਨ ਦੀ, ਤਾਂ ਔਰਤ ਵੀ ਰਾਜ ਕਰ ਸਕਦੀ ਹੈ। ਅੱਜ ਸਾਡੀਆਂ ਭਾਰਤ ਦੀਆਂ ਕੁੜੀਆਂ ਇਕੱਲੀਆਂ 2-2, 3-3 ਕੁੜੀਆਂ ਜਹਾਜ਼ ਉਡਾ ਕੇ ਲੰਬੀਆਂ ਉਡਾਣਾ ਅਮਰੀਕਾ ਤੱਕ ਲਗਾਉਂਦੀਆਂ ਨੇ, ਜਹਾਜ਼ ਲੈ ਕੇ ਜਾਂਦੀਆਂ ਨੇ, ਸਵਾਰੀਆਂ ਢੋਂਦੀਆਂ ਨੇ, ਸਵਾਰੀਆਂ ਲੈ ਕੇ ਆਉਂਦੀਆਂ ਨੇ। ਪਾਇਲਟ ਨੇ ਕੁੜੀਆਂ, ਮਿਲਟਰੀ ਦੇ ਵਿੱਚ ਕੰਮ ਕਰ ਰਹੀਆਂ ਨੇ, ਵੱਡੀਆਂ ਰਾਈਟਰ ਨੇ। ਮੈਨੂੰ ਯਾਦ ਆਉਂਦਾ ਹੁੰਦਾ ਕਿ ਕੁਰਤੁਲ-ਐਨ ਹੈਦਰ ਨੇ ਨਾਵਲ ਲਿਖਿਆ ਸੀ ਆਗ ਕਾ ਦਰਿਆ। ਆਗ ਕਾ ਦਰਿਆ ਉਰਦੂ ਦਾ ਇੰਨਾ ਪਿਆਰਾ ਨਾਵਲ ਹੈ, ਇੰਨਾ ਕਮਾਲ ਦਾ ਨਾਵਲ ਹੈ। ਜਦ ਤੁਸੀਂ ਇਹਨੂੰ ਪੜ੍ਹ ਹਟਦੇ ਹੋ ਨਾ, ਤੁਹਾਡੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ, ਯਾਰ ਇੰਨਾ ਔਖਾ ਨਾਵਲ। ਔਖੇ ਤੋਂ ਮਤਲਬ ਇਹ ਨਹੀਂ ਕਿ ਪੜ੍ਹ ਨਹੀਂ ਹੁੰਦਾ, ਪੜ੍ਹ ਹੁੰਦਾ, ਪਰ ਉਹ ਲਿਖਿਆ ਇੰਨਾ ਕੰਪਲੀਕੇਟਡ ਹੈ, ਇੱਡਾ ਔਖਾ ਉਸ ਤਰ੍ਹਾਂ ਦਾ ਨਾਵਲ ਲਿਖਣਾ। ਤਾਂ ਮਤਲਬ ਉਹਦੇ ਬਾਰੇ ਫਿਰ ਕਿਹਾ ਜਾਂਦਾ ਯਾਰ ਕਮਾਲ ਦਾ ਲਿਖਿਆ, ਵੀ ਇਹ ਔਰਤ ਲਿਖ ਸਕਦੀ ਹੈ ਇੱਦਾਂ ਦਾ ਨਾਵਲ। ਮਤਲਬ ਉਸ ਤਰ੍ਹਾਂ ਦਾ ਨਾਵਲ ਉਰਦੂ ਦੇ ਵਿੱਚ ਕਿਸੇ ਮਰਦ ਨੇ ਨਹੀਂ ਲਿਖਿਆ ਹੈਗਾ। ਮਰਦ ਨੇ ਹੋਰ ਤਰ੍ਹਾਂ ਦੇ ਔਖੇ ਨਾਵਲ ਲਿਖੇ ਹੋਣਗੇ, ਪਰ ਆਗ ਕਾ ਦਰਿਆ ਆਪਣੀ ਤਰ੍ਹਾਂ ਦਾ ਇੱਕ ਵੱਖਰੀ ਤਰ੍ਹਾਂ ਦਾ ਨਾਵਲ ਹੈ।
ਤੇ ਉਸ ਨਾਵਲ ਨੂੰ ਲਿਖਣ ਲਈ ਜੇ ਇੱਕ ਔਰਤ ਲਿਖ ਸਕਦੀ ਆ ਤਾਂ ਔਰਤ ਕੁਝ ਵੀ ਕਰ ਸਕਦੀ ਆ। ਤਾਂ ਬਾਅਦ ਦੇ ਵਿੱਚ ਜਦੋਂ ਖੇਤੀਬਾੜੀ ਸ਼ੁਰੂ ਹੋਈ ਆ ਉਦੋਂ ਔਰਤ ਗੁਲਾਮ ਹੋ ਗਈ, ਔਰਤ ਨੂੰ ਘਰ ਸੰਭਾਲ ਦਿੱਤਾ ਗਿਆ, ਔਰਤ ਨੇ ਘਰ ਦੇ ਕੰਮ ਸੰਭਾਲ ਲਏ। ਉਹਦੇ ਸੰਭਾਲਣ ਦਾ ਕਾਰਨ ਕੀ ਸੀ? ਕਿਉਂਕਿ ਉਹ ਬੱਚੇ ਜੰਮਦੀ ਸੀ, ਉਹ ਜਣਨੀ ਸੀ, ਮਾਂ ਸੀ ਉਹ, ਇਸ ਲਈ ਉਹਨੂੰ ਵੱਧ ਸਮਾਂ ਘਰੇ ਰਹਿਣਾ ਪੈਂਦਾ ਸੀ। ਪੁਰਾਣੇ ਸਮੇਂ ਦੇ ਵਿੱਚ ਔਰਤਾਂ ਨੂੰ ਬੱਚੇ ਜੰਮਣੇ ਵੀ ਵੱਧ ਪੈਂਦੇ ਸੀ ਕਿਉਂਕਿ ਬਹੁਤ ਘੱਟ ਬੱਚੇ ਬਚਦੇ ਸੀ। ਮੈਨੂੰ ਯਾਦ ਹੈ ਜੇ ਆਪਾਂ ਆਪਣੇ ਦਾਦੇ ਦਾਦੀਆਂ ਦੀ ਜ਼ਿੰਦਗੀ ਦੇਖੀਏ ਨਾ, ਉਹਨਾਂ ਘਰਾਂ ਦੀ ਹਿਸਟਰੀ ਦੇਖੀਏ ਤਾਂ ਉਹਨਾਂ ਦੇ ਵਿੱਚ ਵੀ 5-5, 6-6, 7-7, 10-10, 12-12, 15-15 ਬੱਚੇ ਜੰਮੇ ਜਾਂਦੇ ਸੀ। ਤਾਂ ਉਹਨਾਂ ਦੇ ਵਿੱਚੋਂ ਕਿਤੇ 6-7 ਬੱਚੇ ਬਚਦੇ ਸੀ, ਬਹੁਤੇ ਮਰ ਜਾਂਦੇ ਸੀ। ਇੰਗਲੈਂਡ ਦਾ ਰਾਜਾ ਪਹਿਲੀ ਸਦੀ ਦੇ ਵਿੱਚ ਜਿਹੜਾ ਰਾਜਾ ਸੀ ਉਹਦੇ 18 ਬੱਚੇ ਜੰਮੇ ਸੀ, 18 ਚੋਂ ਇੱਕ ਬੱਚਾ ਬਚਿਆ ਸੀ। ਤਾਂ ਮੈਂ ਜਿਹੜੀ ਹਿਸਟਰੀ ਦੀ ਕਿਤਾਬ 'ਚ ਗੱਲ ਪੜ੍ਹੀ ਸੀ ਉਹ ਕਹਿੰਦਾ ਵੀ ਜੇ ਇੱਕ ਰਾਜਾ ਤਮਾਮ ਸਹੂਲਤਾਂ ਦੇ ਹੁੰਦੇ ਹੋਏ ਵੀ ਆਪਣੇ 17 ਬੱਚਿਆਂ ਨੂੰ ਨਹੀਂ ਬਚਾ ਸਕਿਆ, ਇਹ ਤੋਂ ਅਸੀਂ ਕਲਪਨਾ ਕਰ ਸਕਦੇ ਹਾਂ ਵੀ ਪੁਰਾਣੇ ਸਮਿਆਂ ਦੇ ਵਿੱਚ ਡੈਥ ਰੇਟ ਕਿੰਨਾ ਜ਼ਿਆਦਾ ਸੀ, ਖਾਸ ਕਰਕੇ ਬੱਚਿਆਂ ਦਾ। ਤਾਂ ਇਸ ਕਰਕੇ ਔਰਤ ਨੂੰ ਵੱਧ ਘਰ ਰਹਿਣਾ ਪੈਂਦਾ ਸੀ, ਬੱਚੇ ਸੰਭਾਲਣੇ ਪੈਂਦੇ ਸੀ। ਇੱਕ ਬੱਚੇ ਦੇ ਜਨਮ ਦੇ ਕੇ ਹਟਦੀ ਸੀ ਉਹ ਬੜੀ ਜਲਦੀ, ਕੁਝ ਮਹੀਨਿਆਂ ਬਾਅਦ ਉਹ ਦੂਜੇ ਬੱਚੇ ਦੀ ਮਾਂ ਬਣਨ ਵਾਲੀ ਹੋ ਜਾਂਦੀ ਸੀ। ਤਾਂ ਇੱਕ ਉਦੋਂ ਦੀ ਲੋੜ ਦੇ ਹਿਸਾਬ ਨਾਲ ਉਹ ਲਗਾਤਾਰ ਗੁਲਾਮ ਹੁੰਦੀ ਚਲੀ ਗਈ ਤੇ ਘਰ ਦੇ ਵਿੱਚ ਗੁਲਾਮ ਹੋ ਗਈ। ਜਦੋਂ ਕਿ ਇਹ ਸੱਚ ਨਹੀਂ ਹੈਗਾ ਕਿ ਔਰਤ ਦੀ ਅਕਲ ਗਿੱਥੀ ਪਿੱਛੇ ਹੁੰਦੀ ਹੈ। ਔਰਤ ਸਾਡੀ ਉਨੀਓ ਸਿਆਣੀ ਹੋ ਸਕਦੀ ਆ ਜਿੰਨੇ ਸਾਡੇ ਮਰਦ ਸਿਆਣੇ ਹੁੰਦੇ ਨੇ। ਮੈਂ ਤਾਂ ਕਦੇ ਵੀ ਨਹੀਂ ਇਹ ਗੱਲ 'ਤੇ ਵਿਸ਼ਵਾਸ ਕੀਤਾ ਹੈਗਾ। ਮੇਰੇ ਘਰ ਦੇ ਵਿੱਚ ਮੇਰੀ ਪਤਨੀ ਬੜੀ ਸਿਆਣੀ ਆ, ਮੈਂ ਵਰਕੇ ਕਈ ਵਾਰ ਉਹਨੂੰ ਸ਼ਾਬਾਸ਼ ਦਿੰਦਾ ਹੁੰਦਾ, ਯਾਰ ਤੈਨੂੰ ਕਿਵੇਂ ਸਮਝ ਆ ਗਈ? ਮੈਨੂੰ ਤਾਂ ਸਮਝ ਨਹੀਂ ਆਈ ਇਹ ਗੱਲ, ਮੈਨੂੰ ਬੜੀ ਲੇਟ ਸਮਝ ਆਈ। ਇਹ ਨਹੀਂ ਕਿ ਉਹਨੂੰ ਹੀ ਹਮੇਸ਼ਾ ਸਮਝ ਆਉਂਦੀ ਹੈ, ਕਈ ਵਾਰ ਮੈਨੂੰ ਪਹਿਲਾਂ ਸਮਝ ਆ ਜਾਂਦੀ ਹੈ, ਕਈ ਵਾਰ ਉਹਨੂੰ ਆ ਜਾਂਦੀ ਹੈ। ਔਰਤ ਮਰਦ ਬਰਾਬਰ ਨੇ ਸਮਾਂ। ਸਰ ਮੇਰਾ ਸਵਾਲ ਸੀਗਾ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਲੇਖਕ ਜਿਹੜੇ ਆਪਣੀ ਲਿਖਤ ਦੇ ਵਿੱਚ ਹੁੰਦੇ ਆ ਉਹ ਪਰਸਨਲ ਲਾਈਫ 'ਚ ਉਸ ਤਰ੍ਹਾਂ ਦੇ ਨਹੀਂ ਨਿਭ ਪਾਉਂਦੇਗੇ। ਮੈਂ ਕਿਸੇ ਨੂੰ ਪਰਸਨਲੀ ਨਹੀਂ ਇੱਥੇ ਟਾਰਗੇਟ ਕਰਾਂਗਾ, ਬਹੁਤ ਸਾਰੀਆਂ ਸਾਡੇ ਕੋਲ ਐਗਜ਼ਾਮਪਲਸ ਆ। ਤਾਂ ਉਹਨਾਂ ਦਾ ਸਵਾਲ ਮਤਲਬ ਇਹਦੇ ਬਾਰੇ ਮੇਰਾ ਇਹ ਤੁਹਾਨੂੰ ਸਵਾਲ ਹੈਗਾ ਕਿ ਕਿਹਾ ਜਾਂਦਾ ਹੈਗਾ ਕਿ ਲੇਖਕ ਆਮ ਲੋਕਾਂ ਨਾਲੋਂ ਵੱਖਰਾ ਹੁੰਦਾ, ਜ਼ਿਆਦਾ ਸੈਂਸਿਟਿਵ ਹੁੰਦਾ, ਜਾਂ ਉਹ ਮਸਲਿਆਂ ਨੂੰ ਸਰੋਕਾਰਾਂ ਨੂੰ ਮਸਲਿਆਂ ਨੂੰ ਡੀਪਲੀ ਸੋਚ ਸਕਦਾ, ਸਮਝ ਸਕਦਾ, ਦੂਸਰੇ ਬੰਦੇ ਨਾਲੋਂ ਉਹ ਥੋੜਾ ਜਿਹਾ ਵੱਖਰਾ ਹੁੰਦਾ ਆਮ ਮਨੁੱਖ ਨਾਲੋਂ। ਹਾਲਾਂਕਿ ਇਹ ਵੀ ਕਿਹਾ ਜਾਂਦਾ ਕਿ ਹਰ ਇੱਕ ਬੰਦੇ ਦੇ ਅੰਦਰ ਹੀ ਸਾਹਿਤਕਾਰ ਬਣਨ ਦੇ ਗੁਣ ਪਏ ਹੁੰਦੇ ਆ, ਪਰ ਫਿਰ ਵੀ ਜੇ ਉਹ ਸਾਹਿਤਕਾਰ ਹੁੰਦੇ ਹੈਗੇ ਜਿਹਨੂੰ ਅਸੀਂ ਅੱਛਾ ਸਾਹਿਤਕਾਰ ਮੰਨਦੇ ਆਂਗੇ, ਤਾਂ ਜਿਹੜਾ ਆਪਣੇ ਉਸ ਗੁਣ ਨੂੰ ਡਿਵੈਲਪ ਕਰ ਲੈਂਦਾ ਤਾਂ ਉਹ ਦੂਸਰੇ ਨਾਲੋਂ ਵੱਖਰਾ ਹੁੰਦਾ ਹੈਗਾ। ਤਾਂ ਫਿਰ ਉਹ ਪਰਸਨਲ ਲਾਈਫ ਦੇ ਵਿੱਚ ਉਹ ਉਸੇ ਤਰ੍ਹਾਂ ਹੀ ਆਮ ਮਨੁੱਖ ਵਾਂਗ ਹੀ ਬਹੁਤੀ ਵਾਰ ਬਿਹੇਵ ਕਰਦੇ ਹੈਗੇ। ਤਾਂ ਇੱਕ ਮੈਂ ਇਹਦੇ ਬਾਰੇ ਬੜੀਆਂ ਲੰਬੀਆਂ ਐਗਜ਼ਾਮਪਲਸ ਆ, ਮੈਂ ਇਹਨੂੰ ਛੱਡ ਰਿਹਾਂਗਾ। ਤਾਂ ਮੇਰਾ ਸਵਾਲ ਇਹ ਹੈਗਾ ਕਿ ਇੱਕ ਲੇਖਕ ਦੂਸਰੇ ਬੰਦੇ ਨਾਲੋਂ ਸਿਰਫ ਸਿਰਜਣ ਪ੍ਰਕਿਰਿਆ ਤਾਂ ਨਹੀਂ ਵੱਖਰਾ ਹੁੰਦਾ ਹੈਗਾ ਕਿ ਉਹਨਾਂ ਪਲਾਂ ਦੌਰਾਨ ਨੂੰ ਵੱਖਰਾ, ਜਾਂ ਵੈਸੇ ਵੀ ਉਹ ਮਤਲਬ ਇਹ ਦੂਸਰੇ ਤਰ੍ਹਾਂ ਉਹ ਆਮ ਮਨੁੱਖ ਵਾਂਗ ਹੀ ਬਿਹੇਵ ਕਰਦਾ। ਤਾਂ ਮੇਰਾ ਸਵਾਲ ਹੈ ਕਿ ਉਹ ਸਿਰਫ ਸਿਰਜਣਾ ਦੌਰਾਨ ਹੀ ਵੱਖਰਾ ਹੁੰਦਾ? ਹਾਂ, ਪਹਿਲੀ ਗੱਲ ਤਾਂ ਤੁਹਾਡੀ ਗੱਲ ਠੀਕ ਹੈ ਵੀ ਉਹ ਸਿਰਜਣਾਤਮਕ ਮਨੁੱਖ ਹੁੰਦਾ, ਇਸ ਕਰਕੇ ਦੂਜਿਆਂ ਨਾਲੋਂ ਵੱਖਰਾ ਹੁੰਦਾ। ਸਿਰਜਣਾਤਮਕ ਸ਼ਕਤੀ ਹੈ ਜਿਹੜੀ ਕਈ ਵਾਰ ਉਹਦੇ ਆਪਣੇ ਹੱਥ 'ਚ ਵੀ ਪੂਰੀ ਤਰ੍ਹਾਂ ਨਹੀਂ ਹੁੰਦੀ ਹੈਗੀ। ਮਸਲਨ ਸ਼ੋਲੇ ਫਿਲਮ ਮੇਰੇ ਕੋਲ ਸਿੱਪੀ ਬ੍ਰਦਰਜ਼ ਨੇ ਬਣਾਈ ਸੀ, ਉਹ ਫਿਲਮ ਉਹਨਾਂ ਨੇ ਬਣਾਤੀ, ਫਿਲਮ ਬੜੀ ਚੱਲੀ, ਹੁਣ ਤੱਕ ਵੀ ਬਹੁਤ ਲੋਕ ਉਹਨੂੰ ਪਸੰਦ ਕਰਦੇ ਨੇ, ਭਾਰਤੀ ਸਿਨੇਮਾ ਦੀ ਬੜੀ ਕਲਾਸਿਕ ਫਿਲਮ ਹੈ ਉਹ। ਪਰ ਉਹ ਜਿਹੜੇ ਦੋਵੇਂ ਭਰਾ ਸੀ ਉਹ ਦੁਬਾਰਾ ਉਹੋ ਜਿਹੀ ਫਿਲਮ ਨਹੀਂ ਬਣਾ ਪਾਏ ਹੈਗੇ। ਉਹਨਾਂ ਨੇ ਬਹੁਤ ਯਤਨ ਕੀਤਾ ਪਰ ਉਹਦੇ ਬਰਾਬਰ ਦੀ ਫਿਲਮ ਨਹੀਂ ਬਣ ਪਾਈ। ਇਵੇਂ ਹੀ ਕਈ ਗੀਤਕਾਰ ਨੇ ਜਿਨ੍ਹਾਂ ਨੇ ਕਈ ਗੀਤ ਲਿਖੇ, ਬੜੇ ਵਧੀਆ ਲਿਖੇ, ਪਰ ਦੁਬਾਰਾ ਉਹੋ ਜਿਹਾ ਗੀਤ ਨਹੀਂ ਲਿਖ ਪਾਏ। ਕਈ ਨਾਵਲਕਾਰ ਨੇ ਜਿਨ੍ਹਾਂ ਨੇ ਬਹੁਤ ਅੱਛੇ ਨਾਵਲ ਲਿਖੇ, ਪਰ ਉਹ ਇੱਕ ਦੋ ਨਾਵਲਾਂ ਨੂੰ ਛੱਡ ਕੇ ਦੁਬਾਰਾ ਉਸ ਤਰ੍ਹਾਂ ਦਾ ਨਾਵਲ ਨਹੀਂ ਲਿਖ ਪਾਏ। ਇਹਦਾ ਮਤਲਬ ਸਿਰਜਣਾਤਮਕ ਸ਼ਕਤੀ ਹੈ ਜਿਹੜੀ ਉਹ ਤੁਹਾਡੇ ਹੱਥ 'ਚ ਹੁੰਦੀ ਹੋਏ ਵੀ ਪੂਰੀ ਤਰ੍ਹਾਂ ਤੁਹਾਡੇ ਹੱਥ 'ਚ ਨਹੀਂ ਹੁੰਦੀ ਹੈਗੀ। ਤਾਂ ਜਿਹੜਾ ਸਿਰਜਣਾਤਮਕ ਲੇਖਕ ਹੈ ਉਹ ਸਿਰਜਣਾਤਮਕ ਸ਼ਕਤੀ ਕਰਕੇ ਵੱਖਰਾ ਹੁੰਦਾ। ਦੂਜੀ ਗੱਲ ਹੈ ਕਿਉਂਕਿ ਉਹ ਪੜ੍ਹਦਾ ਲਿਖਦਾ ਬਹੁਤ ਹੈ, ਉਹਨੂੰ ਚੰਗਿਆਈ ਬੁਰਾਈ ਦੀ ਸਮਝ ਹੁੰਦੀ ਹੈ, ਇਸ ਲਈ ਉਹ ਆਮ ਇਨਸਾਨਾਂ ਨਾਲੋਂ ਮੇਰਾ ਵਿਸ਼ਵਾਸ ਹੈ ਕਿ ਆਮ ਇਨਸਾਨਾਂ ਨਾਲੋਂ ਵੱਧ ਚੰਗਾ ਹੁੰਦਾ ਜਿਹੜੇ ਪੜ੍ਹਦੇ ਨਹੀਂ ਹੈਗੇ, ਕਿਉਂਕਿ ਉਹਨੂੰ ਚੰਗਿਆਈ ਦੀ ਬੁਰਾਈ ਦੀ ਵੱਧ ਸਮਝ ਹੁੰਦੀ ਹੈ। ਜੇ ਤੁਸੀਂ ਕਹੋਗੇ ਕਿ ਫਲਾਣਾ ਬੰਦਾ ਪੜ੍ਹਦਾ ਲਿਖਦਾ ਵੀ ਆ, ਲੇਖਕ ਵੀ ਆ, ਪੜ੍ਹਦਾ ਵੀ ਆ, ਪਰ ਬੰਦਾ ਵਧੀਆ ਨਹੀਂ ਹੈਗਾ, ਤਾਂ ਮੇਰਾ ਜਵਾਬ ਹੋਊਗਾ ਕਿ ਜੇ ਉਹ ਲੇਖਕ ਨਾ ਹੁੰਦਾ, ਜੇ ਉਹ ਪੜ੍ਹਦਾ ਨਾ ਹੁੰਦਾ ਤਾਂ ਉਹਨੇ ਇਸ ਤੋਂ ਵੀ ਬੁਰਾ ਹੋਣਾ ਸੀ, ਉਹਨੇ ਇਸ ਤੋਂ ਵੀ ਵੱਧ ਜ਼ਾਲਮ ਹੋਣਾ ਸੀ। ਇਸ ਕਰਕੇ ਜੇ ਉਹ ਪੜ੍ਹਨ ਲਿਖਣ ਦੇ ਬਾਵਜੂਦ ਥੋੜ੍ਹਾ ਬਹੁਤਾ ਭੈੜਾ ਬੰਦਾ ਹੈ ਤਾਂ ਇਹਦਾ ਮਤਲਬ ਉਹ ਬਹੁਤ ਜ਼ਿਆਦਾ ਭੈੜਾ ਨਹੀਂ ਹੈ, ਕਿਉਂਕਿ ਉਹ ਪੜ੍ਹਦਾ ਲਿਖਦਾ ਹੈਗਾ, ਉਹਨੇ ਆਪਣੇ ਆਪ ਨੂੰ ਕੁਛ ਨਾ ਕੁਛ ਬਦਲਿਆ ਹੋਏਗਾ। ਕਿਤਾਬਾਂ ਨੇ ਜ਼ਰੂਰ ਉਹ ਤੇ ਅਸਰ ਛੱਡਿਆ ਹੋਊਗਾ, ਉਹਨੂੰ ਜ਼ਰੂਰ ਚੰਗਾ ਮਨੁੱਖ ਬਣਾਇਆ ਹੋਊਗਾ ਕੁਛ ਨਾ ਕੁਛ, ਨਹੀਂ ਤਾਂ ਉਹ ਹੋਰ ਵੀ ਭੈੜਾ ਹੁੰਦਾ।
ਸੋ ਮੈਨੂੰ ਲੱਗਦਾ ਵੀ ਕਿਤਾਬਾਂ ਤੁਹਾਨੂੰ ਤਰਾਸ਼ਦੀਆਂ ਨੇ, ਤੁਹਾਨੂੰ ਚੰਗਿਆਈ ਬੁਰਾਈ ਦੀ ਪਛਾਣ ਦੱਸਦੀਆਂ ਨੇ, ਤੁਹਾਨੂੰ ਚੰਗੇ ਵਾਲੇ ਪਾਸੇ ਲੈ ਕੇ ਜਾਂਦੀਆਂ ਨੇ। ਕਿਉਂਕਿ ਦੁਨੀਆ ਦੇ ਵਿੱਚ ਜਿੰਨੇ ਵੀ ਸਮਾਜ ਨੇ, ਦੇਖੋ ਮੈਂ ਬੜਾ ਸਪਸ਼ਟ ਰੂਪ 'ਚ ਕਹਿਣਾ ਚਾਹੁੰਦਾ, ਅਸੀਂ ਆਮ ਜ਼ਿੰਦਗੀ ਸੁਣਨ ਨੂੰ ਮਿਲਦਾ, ਸਾਨੂੰ ਪਰਿਵਾਰਾਂ 'ਚ ਵੀ ਸੁਣਨ ਨੂੰ ਮਿਲਦਾ, ਸਾਡੇ ਘਰਾਂ 'ਚ ਆਮ ਹਰ ਜਗ੍ਹਾ ਸੁਣਨ ਨੂੰ ਮਿਲਦੀ ਹੈ ਗੱਲ ਇਹ ਕਿ ਦੁਨੀਆ ਪਹਿਲਾਂ ਚੰਗੀ ਹੁੰਦੀ ਸੀ, ਹੁਣ ਤਾਂ ਕਲਯੁਗ ਆ ਗਿਆ, ਹੁਣ ਤਾਂ ਦੁਨੀਆ ਮਾੜੀ ਆ ਗਈ। ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗਾ। ਪਹਿਲਾਂ ਦੁਨੀਆ ਬਹੁਤ ਮਾੜੀ ਸੀ, ਪਹਿਲਾਂ ਦੁਨੀਆ ਬਹੁਤ ਭੈੜੀ ਸੀ, ਲੋਕ ਭੁੱਖਮਰੀ ਨਾਲ ਮਰਦੇ ਸੀ, ਲੋਕ ਦਹੇਜ ਪਿੱਛੇ ਮਾਰੇ ਜਾਂਦੇ ਸੀ, ਲੋਕ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਕਤਲ ਹੋ ਜਾਂਦੇ ਸੀ, ਜ਼ਮੀਨਾਂ ਪਿੱਛੇ ਕਤਲ ਹੋ ਜਾਂਦੇ ਸੀ, ਆਮ ਹੀ ਬਲਾਤਕਾਰ ਆਮ ਹੁੰਦੇ ਸੀ, ਭੁੱਖਮਰੀ ਬਹੁਤ ਜ਼ਿਆਦਾ ਸੀ। ਹੁਣ ਦੁਨੀਆ ਪਹਿਲਾਂ ਨਾਲੋਂ ਚੰਗੀ ਹੋਈ ਆ। ਪਹਿਲਾਂ ਨਾਲੋਂ ਦਹੇਜ ਦੇ ਪਿੱਛੇ ਕੁੜੀਆਂ ਘੱਟ ਮਾਰੀਆਂ ਜਾਂਦੀਆਂ ਨੇ, ਪਹਿਲਾਂ ਨਾਲੋਂ ਘਰਾਂ 'ਚ ਔਰਤਾਂ ਦਾ ਕੁੱਟ ਟਾਪਾ ਘਟਿਆ, ਪਹਿਲਾਂ ਨਾਲੋਂ ਜ਼ਮੀਨਾਂ ਦੀਆਂ ਲੜਾਈਆਂ ਘਟੀਆਂ ਨੇ, ਪਹਿਲਾਂ ਨਾਲ ਲੋਕ ਭੁੱਖਮਰੀ ਨਾਲ ਮਰਨੋਂ ਘਟੇ ਨੇ। ਹੁਣ ਦੁਨੀਆ 'ਚ ਭੁੱਖਮਰੀ ਨਾਲ ਲੋਕ ਉਹਨੇ ਨਹੀਂ ਮਰਦੇ ਜਿੰਨੇ ਲੋਕ ਵੱਧ ਖਾਣ ਨਾਲ ਮਰਦੇ ਨੇ, ਜਿੰਨੇ ਲੋਕ ਸ਼ੂਗਰ ਨਾਲ ਮਰਦੇ ਨੇ, ਜਿੰਨੇ ਲੋਕ ਮੋਟਾਪੇ ਨਾਲ ਮਰਦੇ ਨੇ। ਸੋ ਮੇਰਾ ਵਿਸ਼ਵਾਸ ਹੈ ਦੁਨੀਆ ਪਹਿਲਾਂ ਨਾਲੋਂ ਚੰਗੀ ਹੋਈ ਹੈ। ਪਹਿਲਾਂ ਕੀ ਸੀ, ਜੇ ਲੱਖਾਂ ਕਬੀਲੇ ਸੀ ਦੁਨੀਆ ਦੇ ਵਿੱਚ, ਮੰਨ ਲਓ 10 ਲੱਖ ਕਬੀਲਾ ਸੀ ਦੁਨੀਆ ਦੇ ਵਿੱਚ, 10 ਲੱਖ ਕਬੀਲਾ ਤੇ ਜਦੋਂ ਵੀ ਕਬੀਲਾ ਦੂਜੇ ਦੇ ਸਾਹਮਣੇ ਆਉਂਦਾ ਸੀ ਤਲਵਾਰਾਂ ਖੜਕ ਜਾਂਦੀਆਂ ਸੀ, ਡਾਂਗਾਂ ਖੜਕ ਜਾਂਦੀਆਂ ਸੀ, ਲੜਾਈਆਂ ਹੋ ਪੈਂਦੀਆਂ ਸੀ ਕਿ ਤੂੰ ਮੇਰੇ ਇਲਾਕੇ 'ਚ ਕਿਵੇਂ ਆ ਗਿਆ, ਤੂੰ ਮੇਰੇ ਜੰਗਲ ਦੇ ਇਲਾਕੇ 'ਚ ਕਿਵੇਂ ਆ ਗਿਆ। ਲੋਕ ਭੜਕ ਕੇ ਆ ਜਾਂਦੇ ਸੀ, ਕੋਈ ਨਿਸ਼ਾਨੀਆਂ ਥੋੜੀ ਲੱਗੀਆਂ ਹੋਈਆਂ ਸੀ ਜੰਗਲ ਦੇ ਵਿੱਚ। ਤਾਂ ਉਹ ਜੰਗਲੀ ਮਨ ਵੱਧ ਲੜਦਾ ਸੀ। ਫਿਰ ਅਗਲਾ ਯੁੱਗ ਹੈ ਉਹ ਰਾਜਿਆਂ ਦਾ ਯੁੱਗ ਸੀ। ਰਾਜਿਆਂ ਦੇ ਯੁੱਗ ਦੇ ਵਿੱਚ ਆਪਾਂ ਚਲੋ 20 ਲੱਖ ਨਹੀਂ ਹੋਣਗੇ ਰਾਜੇ ਦੁਨੀਆ ਦੇ ਵਿੱਚ, 20,000 ਹੋਣਗੇ। 20,000 ਰਾਜੇ ਦੁਨੀਆ ਦੇ ਵਿੱਚ ਜੇ ਹੈਗੇ ਸੀ, ਮਤਲਬ ਸਾਡੇ ਦੇਖੋ ਇੰਡੀਆ ਦੇ ਵਿੱਚ ਹੀ ਤਕਰੀਬਨ 560 ਤਾਂ ਪ੍ਰਿੰਸਲੀ ਸਟੇਟਸ ਹੈਗੀਆਂ ਸੀ ਲਗਭਗ। ਫਿਰ ਉਸ ਤੋਂ ਬਾਅਦ ਜਿਹੜੀਆਂ ਕੁਝ ਰਜਿਸਟਰਡ ਰਾਜੇ ਨਹੀਂ ਸੀ ਉਹ ਸੀ, ਮਤਲਬ 800-900 ਰਾਜੇ ਤਾਂ ਭਾਰਤ ਦੇ ਵਿੱਚ ਹੀ ਸੀ। ਮੈਂ ਕੁੱਲ ਦੁਨੀਆ ਦੇ ਵਿੱਚ ਮੰਨ ਲਵਾਂ ਵੀ 20,000 ਰਾਜੇ ਹੋਣਗੇ। ਉਹ 20,000 ਰਾਜਿਆਂ ਦੀ ਆਪਸ ਵਿੱਚ ਲੜਾਈ ਹੁੰਦੀ ਹੋ ਰਹਿੰਦੀ ਸੀ। ਬਾਬਰਨਾਮਾ ਕਿਤਾਬ ਦੇ ਵਿੱਚ ਬਾਬਰ ਕਹਿੰਦਾ ਕਿ ਮੈਨੂੰ 52 ਸਾਲ ਦੀ ਉਮਰ ਦੇ ਵਿੱਚ ਉਹ ਮਰ ਜਾਂਦਾ ਤੇ ਉਹ ਆਪਣੀ ਮੌਤ ਨੂੰ ਸੱਦਾ ਵੀ ਆਪ ਦਿੰਦਾ। ਉਹ ਮਤਲਬ ਮੰਗੀ ਹੋਈ ਮੌਤ ਮਰਦਾ, ਆਤਮ ਹੱਤਿਆ ਨਹੀਂ ਕਰਦਾ, ਪਰ ਉਹ ਬਿਮਾਰੀ ਦੇ ਵਿੱਚ ਧਾਰ ਲੈਂਦਾ ਕਿ ਮੈਂ ਮਰਨਾ ਹੀ ਮਰਨਾ, ਮੈਂ ਆਪਣੀ ਬਿਮਾਰੀ ਆਪਦੇ ਮੁੰਡੇ ਨੂੰ ਨਹੀਂ ਦੇਣ ਦੇਣੀ, ਮੇਰਾ ਮੁੰਡਾ ਬਾਰ-ਬਾਰ ਬਿਮਾਰ ਹੋਈ ਜਾਂਦਾ, ਮੈਂ ਮੁੰਡੇ ਨੂੰ ਰਾਜਾ ਬਣਾਉਣਾ। ਤਾਂ ਅਸਲ 'ਚ ਉਹ ਕਹਿੰਦਾ ਵੀ ਮੈਂ ਰਾਜਾ ਬਣ ਕੇ ਅੱਕ ਗਿਆ, ਨਿੱਤ ਦੀਆਂ ਲੜਾਈਆਂ ਤੋਂ ਮੈਂ ਅੱਕ ਗਿਆ, ਨਿੱਤ ਦੀਆਂ ਮਹਿਮਾਂ ਤੋਂ ਮੈਂ ਅੱਕ ਗਿਆ। ਉਹ ਕਹਿੰਦਾ ਜੇ ਮੈਂ ਕਿਸੇ ਤੇ ਚੜਾਈ ਨਹੀਂ ਕਰਦਾ ਤਾਂ ਕੱਲ ਨੂੰ ਮੇਰੇ ਤੇ ਚੜਾਈ ਕਰਕੇ ਆ ਜਾਊਗਾ। ਜਿਹੜੀ ਰਾਜਿਆਂ ਨੂੰ ਲੜਨਾ ਹੀ ਪੈਂਦਾ ਸੀ। ਹੁਣ ਕੀ ਹੈ, ਹੁਣ 20,000 ਰਾਜੇ ਨਹੀਂ ਹੈਗੇ ਦੁਨੀਆ 'ਚ, ਹੁਣ ਲਗਭਗ 192, 93, 95 ਦੇਸ਼ ਨੇ ਦੁਨੀਆ ਦੇ ਵਿੱਚ। ਆਪਾਂ 200 ਮੰਨ ਲਈਏ ਮੋਟੇ ਤੌਰ ਤੇ। ਦੁਨੀਆ ਦੇ ਵਿੱਚ 200 ਦੇਸ਼ ਹੈ, ਉਹਦੇ ਵਿੱਚ ਲੜਾਈ ਕਿੰਨੀ ਥਾਵਾਂ ਤੇ ਹੋ ਰਹੀ ਹੈ, ਗੋਲੀ ਕਿਤੇ ਕਿਤੇ ਚੱਲ ਰਹੀ ਹੈ। ਭਾਰਤ 'ਚ 1-2 ਥਾਵਾਂ ਨੇ, ਕਸ਼ਮੀਰ ਵਗੈਰਾ, ਅਫਗਾਨਿਸਤਾਨ ਦੇ ਵਿੱਚ, ਸੁਡਾਨ ਦੇ ਵਿੱਚ, ਇਰਾਕ ਦੇ ਵਿੱਚ। ਦੁਨੀਆ ਦੇ ਵਿੱਚ 4, 5, 6, 10 ਤੋਂ ਵੱਧ ਹੈ ਨਹੀਂ, 10 ਤੋਂ ਵੱਧ ਥਾਵਾਂ ਨਹੀਂ ਹੈਗੀਆਂ ਜਿੱਥੇ ਲੜਾਈ ਝਗੜਾ ਗੋਲੀਆਂ ਚੱਲਦੀਆਂ ਨੇ। ਇਹਦਾ ਮਤਲਬ 190 ਥਾਵਾਂ ਤੇ 185 ਥਾਵਾਂ ਤੇ ਸ਼ਾਂਤੀ ਹੈ। ਇਹਦਾ ਦੁਨੀਆ 'ਚ ਪਹਿਲਾਂ ਨਾਲੋਂ ਸ਼ਾਂਤੀ ਵੱਧ ਹੋਈ ਹੈ, ਪਹਿਲਾਂ ਨਾਲੋਂ ਦੁਨੀਆ ਚੰਗੀ ਹੋਈ ਹੈ। ਮੇਰਾ ਇਹ ਵਿਸ਼ਵਾਸ ਹੈ ਕਿ ਚੰਗਿਆਈ ਦੇ ਰਸਤੇ ਤੇ ਤੁਰਦੀ ਹੋਈ ਦੁਨੀਆ ਚੰਗੇ ਪਾਸੇ ਨੂੰ ਜਾ ਰਹੀ ਹੈ ਤੇ ਹੋਰ ਚੰਗੇ ਪਾਸੇ ਜਾਵੇਗੀ। ਯੁਵਲ ਨੋਹ ਹਰਾਰੀ ਦੀ ਇੱਕ ਕਿਤਾਬ ਹੈ ਫਿਊਚਰ ਬਾਰੇ, ਉਹ ਕਿਤਾਬ ਦਾ ਨਾਮ ਹੀ ਆ ਹੋਮੋ ਡਿਊਸ, ਬਰੀਫ ਹਿਸਟਰੀ ਆਫ ਟੂਮਾਰੋ। ਕਹਿੰਦਾ ਵੀ ਹੋਮੋ ਡਿਊਸ ਦਾ ਮਤਲਬ ਹੈ ਦੇਵਤੇ। ਕਹਿੰਦਾ ਭਵਿੱਖ ਦੇ ਮਨੁੱਖ ਦੇਵਤਿਆਂ ਵਰਗੇ ਹੋਣਗੇ, ਜਿਹੜੇ ਚੰਗੇ ਹੋਣਗੇ। ਹਾਲਾਂਕਿ ਉਹ ਕਹਿੰਦਾ ਮਾੜੇ ਵੀ ਹੋ ਸਕਦੇ ਨੇ, ਪਰ ਉਹਦੀ ਸੰਭਾਵਨਾ ਬਹੁਤ ਘੱਟ ਹੈ, ਮਾੜੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਜੇ ਮਾੜਿਆਂ ਦੇ ਹੱਥ 'ਚ ਰਾਜ ਆ ਗਿਆ ਨਾ ਦੁਨੀਆ ਦਾ, ਤਾਂ ਦੁਨੀਆ ਤਬਾਹ ਹੋ ਜੂਗੀ, ਦੁਨੀਆ ਦੁਬਾਰਾ ਗੁਲਾਮਦਾਰੀ ਦਾ ਯੁੱਗ ਸ਼ੁਰੂ ਹੋ ਜਾਊਗਾ, ਜਾਂ ਫਿਰ ਦੁਨੀਆ ਐਟਮ ਬੰਬਾਂ ਨਾਲ ਤਬਾਹ ਹੋ ਜੂਗੀ। ਇਸ ਲਈ ਦੁਨੀਆ 'ਚ ਇਸ ਵੇਲੇ ਚੰਗਿਆਈ ਤੇ ਬੁਰਾਈ ਦੀ ਲੜਾਈ ਦਾ ਬੜਾ ਫਸਮਾ ਪੇਚਾ ਚੱਲ ਰਿਹਾ, ਚਾਹੇ ਉਹ ਅਮਰੀਕਾ 'ਚ ਇਲੈਕਸ਼ਨ ਹੋ ਰਹੀ ਹੈ, ਚਾਹੇ ਦੁਨੀਆ ਦੇ ਹੋਰ ਥਾਵਾਂ ਤੇ ਉਹ ਪੋਲੀਟੀਕਲ ਪਾਰਟੀਆਂ ਦੀ ਸੰਘਰਸ਼ ਚੱਲ ਰਹੇ ਨੇ, ਕਾਰਪੋਰੇਟ ਵਰਲਡ ਦੇ ਨਾਲ ਲੜਾਈ ਚੱਲ ਰਹੀ ਹੈ ਦੁਨੀਆ ਦੇ ਵਿੱਚ। ਜੋ ਚੰਗਿਆਈ ਤੇ ਬੁਰਾਈ ਦੀ ਲੜਾਈ ਇੱਕ ਨਵੇਂ ਦੌਰ ਦੇ ਵਿੱਚ ਦਾਖਲ ਹੋ ਚੁੱਕੀ ਹੈ, ਪਰ ਮੇਰਾ ਵਿਸ਼ਵਾਸ ਹੈ ਕਿ ਇਹ ਚੰਗੇ ਪਾਸੇ ਹੀ ਜਾਊਗੀ। ਜੀ ਸਰ, ਬਿਲਕੁਲ ਇਸੇ ਆਸ ਦੇ ਨਾਲ ਹੀ ਅਸੀਂ ਅੱਗੇ ਚੱਲ ਰਹੇ ਹਾਂ ਕਿ ਦੁਨੀਆ ਦਾ ਅਗਲਾ ਜਿਹੜਾ ਭਵਿੱਖ ਉਹ ਚੰਗੇਰਾ ਹੀ ਹੋਊਗਾ। ਅਗਲਾ ਸਵਾਲ ਮੈਂ ਚਾਹੂੰਗਾ ਗੁਰਦੀਪ ਜੀ ਰੱਖਣ। ਗੁਰਦੀਪ ਸਿੰਘ ਪੰਜਾਬ ਯੂਨੀਵਰਸਿਟੀ ਤੋਂ ਐਮਫਿਲ ਕਰ ਰਹੇ ਨੇ। ਉਹ ਆਪਣਾ ਸਵਾਲ ਖੁਦ ਰੱਖ ਸਕਦੇ ਆ, ਤੇ ਸਵਾਲ ਰੱਖਣ ਵੇਲੇ ਪਲੀਜ਼ ਆਪਣਾ ਕੈਮਰਾ ਜ਼ਰੂਰ ਔਨ ਕਰ ਲੈਣਾ। ਗੁਰਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਗੁਰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਮੇਰਾ ਸਵਾਲ ਤਾਂ ਪਹਿਲਾਂ ਸੀ, ਜਦੋਂ ਆਪਾਂ ਕੋਈ ਨਾਵਲ ਪੜ੍ਹਦੇ ਹਾਂ
ਤੇ ਜੋ ਨਾਵਲ ਪੜ੍ਹਦੇ ਹੋ ਕਈ ਵਾਰ ਸਮਝ ਨਹੀਂ ਪੈਂਦਾ ਵੀ ਸਾਡੇ ਵੀ ਦਿਮਾਗ ਦੇ ਵਿੱਚ ਜਾਂ ਅਸੀਂ ਨਾਵਲ ਨੂੰ ਸਹੀ ਤਰੀਕੇ ਨਾਲ ਨਹੀਂ ਪੜ੍ਹਦੇ ਕਿ ਜਾਂ ਨਾਵਲਕਾਰ ਜੋ ਕਹਿਣਾ ਚਾਹੁੰਦਾ ਹੈ ਉਹ ਨਹੀਂ ਸਾਡੇ ਸਮਝ ਚ ਆਉਂਦਾ। ਤੇ ਸਰ ਦੂਜਾ ਸਵਾਲ ਇਹ ਮੈਡਮ ਨੇ ਪੁੱਛਿਆ ਸੀ ਮਨਪ੍ਰੀਤ ਨੇ ਕਿ ਜਦੋਂ ਵੀ ਸਾਡੀ ਪਹਿਲਾਂ ਇਹਦਾ ਜਵਾਬ ਦੇ ਲਵਾਂ ਮੈਂ? ਜੀ 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 ਸਰ। ਹਾਂਜੀ ਹਾਂਜੀ, ਪਹਿਲੀ ਗੱਲ, ਜੇ ਨਾਵਲ ਸਮਝ ਨਹੀਂ ਆਉਂਦਾ, ਚੰਗਾ ਨਹੀਂ ਲੱਗ ਰਿਹਾ, ਉਹਦੇ ਕਾਰਨ ਦੋ ਤਿੰਨ ਨੇ। ਇੱਕ ਤਾਂ ਇਹ ਹੈ ਵੀ ਹੋ ਸਕਦਾ ਕਿਤਾਬ ਮਾੜੀ ਹੋਵੇ। ਦੂਜਾ ਕਾਰਨ ਹੋ ਸਕਦਾ ਤੁਹਾਡੇ ਮਨ ਦੀ ਸਥਿਤੀ ਠੀਕ ਨਹੀਂ ਹੈਗੀ, ਤੁਹਾਡਾ ਪੜ੍ਹਨ 'ਚ ਮਨ ਨਹੀਂ ਲੱਗ ਰਿਹਾ, ਤੁਹਾਡਾ ਮਨ 'ਚ ਕੋਈ ਟੈਨਸ਼ਨ ਹੋਰ ਚੱਲ ਰਹੀ ਹੈ। ਸਤਿ ਸ਼੍ਰੀ ਅਕਾਲ। ਤੀਜੀ ਕਾਰਨ ਫਿਰ ਤੁਹਾਡਾ ਆਪਣਾ ਮਾਨਸਿਕ ਪੱਧਰ ਉੱਡਾ ਵੱਡਾ ਨਹੀਂ ਹੈਗਾ ਕਿ ਤੁਸੀਂ ਉਹ ਚੀਜ਼ ਨੂੰ ਨਹੀਂ ਸਮਝ ਸਕੇ ਹੈਗੇ। ਸੋ ਬਿਹਤਰ ਹੈ ਕਿ ਫਿਰ ਪਹਿਲਾਂ ਉਹਨਾਂ ਨਾਵਲਾਂ ਤੋਂ ਸ਼ੁਰੂਆਤ ਕਰੋ ਜਿਹੜੇ ਥੋੜ੍ਹੇ ਸੌਖੇ ਨੇ, ਤੇ ਉਹਨਾਂ ਤੋਂ ਸੌਖਾ ਕਰਕੇ ਫਿਰ ਹੌਲੀ ਹੌਲੀ ਜਿਹੜਾ ਹੈਗਾ ਨਵੀਂ ਤਰ੍ਹਾਂ ਦੇ ਨਾਵਲ ਆਉਣਗੇ। ਮੈਂ BA ਜਾਂ ਤੁਸੀਂ ਪਰ ਮੈਡਮ ਨੂੰ ਫੋਨ ਕਰੋ ਨਾ ਸਰ। ਦੂਜਾ ਸਵਾਲ ਇਹ ਸੀ, ਮੰਨ ਲਓ ਕਿ ਜਦੋਂ ਮੈਂ ਗਵਰਨਮੈਂਟ ਰਜਿੰਦਰਾ ਕਾਲਜ 'ਚ MA ਕੀਤੀ, ਸਾਡੇ ਨਾਲ ਕੁਝ ਕੁੜੀਆਂ ਆਈਆਂ ਸੀ ਗਰਲਸ, ਉਹ ਗਰਲਸ ਕਾਲਜ 'ਚ ਪੜ੍ਹ ਕੇ ਆਈਆਂ, ਤੇ ਉਹਨਾਂ ਦਾ ਮੁੰਡਿਆਂ ਪ੍ਰਤੀ ਦਾ ਰਵੱਈਆ ਸੀ ਉਹ ਕਿਤੇ ਏਦਾਂ ਹੁੰਦਾ ਕਿ ਵੀ ਮੁੰਡੇ ਤਾਂ ਗਲਤ ਹੀ ਹੁੰਦੇ ਆ। ਕਿ ਉੱਥੇ ਸਾਡੀ ਸਿੱਖਿਆ ਜ਼ਿੰਮੇਵਾਰ ਆ ਕਿ ਜਾਂ ਸਾਡਾ ਸਮਾਜ ਜ਼ਿੰਮੇਵਾਰ ਹੈ ਕਿ ਹਰ ਵੀ ਸਾਨੂੰ ਕੁੜੀਆਂ ਦੇ ਮਨ ਵਿੱਚ ਏਦਾਂ ਦਾ ਡਰ ਪੈਦਾ ਕੀਤਾ ਜਾਂਦਾ ਕਿ ਸਮਾਜ ਦੇ ਵਿੱਚ ਤਾਂ ਮੁੰਡੇ ਵੀ ਸਾਰੇ ਗਲਤ ਹੀ ਆ। ਉਹ ਸਾਨੂੰ ਬੁਲਾਉਂਦੇ ਨਹੀਂ ਸੀ ਕਿ ਮੁੰਡਿਆਂ ਨੂੰ ਤਾਂ ਬੁਲਾਉਣਾ ਹੀ ਨਹੀਂ ਜਮਾਂ ਹੀ, ਜਾਣੀ ਕਿ ਜੋ ਅਸੀਂ ਪੋਸਟ ਗ੍ਰੈਜੂਏਟ ਕਰ ਰਹੇ ਹਾਂ ਸਾਡੇ ਦਿਮਾਗ ਦੇ ਵਿੱਚ ਤਾਂ ਅਸੀਂ ਮੈਚੋਰਡ ਹੋ ਗਏ, ਮੈਚੋਰ ਹਾਂ ਕਿ ਹਾਂ ਯਾਰ ਸਾਨੂੰ ਐਜੂਕੇਸ਼ਨ ਬਾਰੇ ਪਤਾ। ਪਰ ਫਿਰ ਉੱਥੇ ਉਹਨਾਂ ਦਾ ਡਰ ਵੀ ਪੈਦਾ ਸੀ ਕਿ ਮੁੰਡੇ ਏਦਾਂ ਦੇ ਹੋ ਸਕਦੇ ਆ। ਇੱਥੇ ਵੀ ਸਾਡਾ ਸਮਾਜ ਜ਼ਿੰਮੇਵਾਰ ਹੈ ਕਿ ਸਾਡੀ ਸਿੱਖਿਆ ਨੀਤੀ ਜ਼ਿੰਮੇਵਾਰ ਹੈ? ਇਹ ਸਾਡਾ ਸਮਾਜ ਹੀ ਜ਼ਿੰਮੇਵਾਰ ਹੈ ਜਿਹੜਾ ਔਰਤ ਤੇ ਮਰਦ ਨੂੰ ਦੂਰ ਦੂਰ ਰੱਖਦਾ, ਤੇ ਇਸ ਕਰਕੇ ਅਸੀਂ ਵੱਧ ਤੋਂ ਵੱਧ ਆਪਣੀ ਭੈਣ ਨੂੰ ਜਾਣਦੇ ਹੁੰਦੇ ਹਾਂ, ਆਪਣੀ ਮਾਂ ਨੂੰ ਜਾਣਦੇ ਹੁੰਦੇ ਹਾਂ। ਤੇ ਜਦੋਂ ਸਮਾਜ ਦੇ ਵਿੱਚ ਇੰਟਰੈਕਸ਼ਨ ਹੋਣਾ ਚਾਹੀਦਾ ਹੁੰਦਾ, ਗੱਲਬਾਤ ਹੋਣੀ ਚਾਹੀਦੀ ਆ। ਕੋਈ ਗੱਲ ਨਹੀਂ, ਆਉਣ ਵਾਲਾ ਸਮਾਂ ਬਿਹਤਰ ਹੈ, ਵੱਧ ਆਜ਼ਾਦੀ ਆ ਰਹੀ ਹੈ, ਵੱਧ ਲੋਕਾਂ 'ਚ ਡਾਇਲਾਗ ਵੱਧ ਰਿਹਾ, ਇਹੋ ਜਿਹੇ ਬਹੁਤ ਸਾਰੇ ਸਾਧਨ ਆ ਗਏ ਜਿਨ੍ਹਾਂ ਤੇ ਤੁਸੀਂ ਗੱਲਾਂ ਕਰ ਸਕਦੇ ਹੋ। ਤੁਹਾਡਾ ਦੋਸਤੀ ਦਾ ਦਾਇਰਾ ਇਕੱਲੇ ਮੁੰਡਿਆਂ ਤੱਕ ਨਹੀਂ ਸੀਮਿਤ ਰਹੇਗਾ, ਕੁੜੀਆਂ ਤੱਕ ਵੀ ਵੱਧ ਰਿਹਾ। ਸੋ ਸਾਡੇ ਨਾਲੋਂ ਤੁਸੀਂ ਖੁਸ਼ਕਿਸਮਤ ਹੋ ਇਸ ਮਾਮਲੇ 'ਚ, ਤੁਹਾਨੂੰ ਵੱਧ ਮੌਕੇ ਮਿਲਣਗੇ ਗੱਲਾਂ ਕਰਨ ਦੇ, ਇੱਕ ਦੂਜੇ ਨੂੰ ਸਮਝਣ ਦੇ, ਇੱਕ ਦੂਜੇ ਨੂੰ ਜਾਣਨ ਦੇ। ਹਾਂਜੀ, ਆਪਣਾ ਕੈਮਰਾ ਜ਼ਰੂਰ ਔਨ ਕਰ ਲੈਣਾ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਜਸ਼ਨ, ਸਤਿ ਸ਼੍ਰੀ ਅਕਾਲ ਜੀ ਜਸ਼ਨ ਜੀ। ਹਾਂਜੀ ਸਰ, ਮੈਂ ਨਿਊਲੀ ਪ੍ਰਗਟ ਸਰ ਦੀ ਸਟੂਡੈਂਟ ਹਾਂ। ਪ੍ਰਗਟ ਸਰ, ਅੱਛਾ ਠੀਕ ਹੈ ਜੀ। ਮੇ ਵੀ ਸਰ ਨਾ ਜਾਣਦੇ ਹੋ ਬਿਕੋਜ਼ ਲੋਕਡਾਊਨ ਦਾ ਕਰਕੇ ਆਨਲਾਈਨ ਕਲਾਸਿਸ ਦੇ ਵਿੱਚ ਇੰਨਾ ਨਹੀਂ ਪਤਾ ਲੱਗਦਾ। ਹਾਂਜੀ 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 ਸਰ, ਜਿੱਦਾਂ ਮੇਰਾ ਕੁਐਸਚਨ ਸੀ ਤੁਹਾਨੂੰ ਕਿ ਜਿੱਦਾਂ ਮਤਲਬ ਤੁਸੀਂ ਲਿਖਣਾ ਸਟਾਰਟ ਕੀਤਾ ਜਾਂ ਪੜ੍ਹਨਾ ਸਟਾਰਟ ਕੀਤਾ, ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਮੋਟੀਵੇਟ ਵੀ ਕੀਤਾ ਹੋਊਗਾ ਕਿ ਹਾਂ ਵੀ ਤੁਸੀਂ ਬਹੁਤ ਸਹੀ ਕਰ ਰਹੇ ਹੋ ਨਾ, ਤੁਹਾਨੂੰ ਪੜ੍ਹਨਾ ਚਾਹੀਦਾ। ਬਟ ਕਿਤੇ ਨਾ ਕਿਤੇ ਤੁਹਾਨੂੰ ਕੋਈ ਏਦਾਂ ਦੇ ਪਰਸਨ ਵੀ ਮਿਲੇ ਆ ਜਿਨ੍ਹਾਂ ਨੇ ਤੁਹਾਨੂੰ ਡੀਮੋਟੀਵੇਟ ਕੀਤਾ ਹੋਵੇ, ਜਾਂ ਮਤਲਬ ਵੀ ਤੁਹਾਨੂੰ ਕਦੇ ਕੋਈ ਏਦਾਂ ਪਰਸਨ ਹੀ ਨਹੀਂ ਮਿਲਿਆ ਜੋ ਤੁਹਾਡੇ ਨਾਲ ਦੀ ਸੋਚ ਰੱਖਦਾ ਹੋਵੇ, ਤੁਹਾਡੇ ਵਾਂਗੂ ਪੜ੍ਹਨਾ ਪਸੰਦ ਕਰਦਾ ਹੋਵੇ। ਤਾਂ ਸਰ ਤੁਹਾਨੂੰ ਏਦਾਂ ਮੁਸ਼ਕਿਲ ਆਈ ਹੈ ਕਦੇ ਏਦਾਂ? ਹਾਂਜੀ ਜਸ਼ਨ, ਪਹਿਲੀ ਗੱਲ ਤਾਂ ਆਪਾਂ ਇਹ ਸਮਝਾਂਗੇ ਪੜ੍ਹਦੇ ਕੌਣ ਹੁੰਦੇ ਨੇ, ਪੜ੍ਹਦਾ ਕੌਣ ਹੁੰਦਾ ਹੈ। ਅਸਲ 'ਚ ਕੀ ਹੈ ਵੀ ਬੰਦੇ ਦਾ ਤੇ ਪਸ਼ੂ ਦਾ ਇੱਕ ਬਹੁਤ ਵੱਡਾ ਫਰਕ ਹੈ। ਬੰਦੇ ਦੇ ਕੋਲ ਸਵਾਲ ਹੁੰਦੇ ਨੇ, ਬੰਦੇ ਦੇ ਵਿੱਚ ਹੈਰਾਨ ਹੋਣ ਦੀ ਸਮਰੱਥਾ ਹੈ, ਬੰਦੇ ਵਿੱਚ ਪ੍ਰਸ਼ਨ ਕਰਨ ਦੀ, ਕੁਐਸਚਨ ਕਰਨ ਦੀ ਸਮਰੱਥਾ ਹੈ, ਜਿਹੜੀ ਕਿ ਜਾਨਵਰਾਂ ਦੇ ਵਿੱਚ ਅਜੇ ਤੱਕ ਤਾਂ ਨਹੀਂ ਲੱਭੀ ਹੈਗੀ। ਕੱਲ੍ਹ ਨੂੰ ਬੰਦਾ ਲੱਭ ਲਵੇ ਵੱਖਰੀ ਗੱਲ ਹੈ, ਪਰ ਇਹ ਮੰਨਿਆ ਜਾਂਦਾ ਹੈ, ਜੀਵ ਵਿਗਿਆਨੀ ਹੁਣ ਤੱਕ ਮੰਨਦੇ ਨੇ ਕਿ ਜਾਨਵਰਾਂ ਦੇ ਵਿੱਚ ਕਿਉਰਿਓਸਿਟੀ ਨਹੀਂ ਹੁੰਦੀ ਹੈਗੀ। ਉਹ ਬਹੁਤਾ ਜਾਣਨਾ ਨਹੀਂ ਚਾਹੁੰਦੇ ਹੁੰਦੇ, ਉਹਨਾਂ ਦਾ ਮਕਸਦ ਇੱਕੋ ਹੀ ਹੁੰਦਾ ਕਿ ਭੋਜਨ ਮਿਲ ਜਾਵੇ, ਪਾਣੀ ਮਿਲ ਜਾਵੇ, ਸੁਰੱਖਿਅਤ ਟਿਕਾਣਾ ਮਿਲ ਜਾਵੇ, ਆਲਣਾ ਮਿਲ ਜਾਵੇ। ਪਰ ਬੰਦਾ ਇਸ ਤੋਂ ਵੱਧ ਸੋਚਦਾ, ਬੰਦਾ ਸੋਚਦਾ ਰੋਟੀ ਤਾਂ ਠੀਕ ਹੈ, ਪਾਣੀ ਵੀ ਠੀਕ ਹੈ, ਘਰ ਵੀ ਠੀਕ ਹੈ, ਮਿਲ ਗਿਆ, ਪਰ ਯਾਰ ਜ਼ਿੰਦਗੀ ਹੈ ਕੀ, ਜੀਵਨ ਦਾ ਉਦੇਸ਼ ਕੀ ਆ, ਮੈਂ ਜੰਮਿਆ ਕਿਉਂ ਆ, ਮੈਂ ਆਇਆ ਕਿਉਂ ਆ, ਕਿੱਥੋਂ ਆਇਆ, ਮੈਂ ਮਰਨ ਤੋਂ ਬਾਅਦ ਕਿੱਥੇ ਜਾਣਾ। ਬੰਦੇ ਦੇ ਮਨ 'ਚ ਅਨੇਕਾਂ ਕੁਐਸਚਨ ਨੇ, ਇਹ ਸਾਰੇ ਫਿਲਾਸਫੀਕਲ ਕੁਐਸਚਨ ਨੇ, ਇਹ ਲੱਖਾਂ ਸਾਲ ਪਹਿਲਾਂ ਤੋਂ ਬੰਦਾ ਕਰਦਾ ਆ ਰਿਹਾ, ਤੇ ਉਹਦੇ ਜਵਾਬ ਬੜੇ ਲੇਟ ਲੱਭੇ ਨੇ। ਇਹਨਾਂ ਸਵਾਲਾਂ ਦੇ ਜਵਾਬ ਲਗਭਗ 2500-2600 ਸਾਲ ਪਹਿਲਾਂ, ਅੱਜ ਤੋਂ 26ਵੀਂ ਸਦੀ ਪਹਿਲਾਂ, ਜਦੋਂ ਸੁਕਰਾਤ ਜਾਂ ਫਿਰ ਪਲੇਟੋ ਜਾਂ ਫਿਰ ਅਫਲਾਤੂਨ, ਉਸ ਤੋਂ ਬਾਅਦ ਮਹਾਤਮਾ ਬੁੱਧ, ਇਹ ਵੱਡੇ ਬੰਦੇ ਪੈਦਾ ਹੋਏ ਨੇ। ਤਾਂ ਅੱਜ ਤੋਂ 26ਵੀਂ ਸਦੀ ਪਹਿਲੀ ਸਦੀ ਮੰਨੀ ਜਾਂਦੀ ਆ, ਜਿਹਦੇ ਵਿੱਚ ਵੱਡੇ ਥਿੰਕਰ ਪੈਦਾ ਹੋਏ ਤੇ ਉਹਨਾਂ ਨੇ ਵੱਡੇ ਵੱਡੇ ਸਵਾਲਾਂ ਦੇ ਜਵਾਬ ਦੇਣ ਦਾ ਯਤਨ ਕੀਤਾ ਕਿ ਜ਼ਿੰਦਗੀ ਨੂੰ ਕੌਣ ਚਲਾ ਰਿਹਾ, ਰੱਬ ਚਲਾ ਰਿਹਾ ਕਿ ਜਾਂ ਰੱਬ ਤੋਂ ਬਿਨਾਂ ਹੀ ਚੱਲ ਰਹੀ ਆ, ਦੁਨੀਆ ਆਪਣੇ ਆਪ ਬਣੀ ਆ ਜਾਂ ਕਿਸੇ ਨੇ ਬਣਾਈ ਹੈ। ਕਿਸੇ ਫਿਲਾਸਫਰ ਨੇ ਕਿਹਾ ਕਿ ਨਹੀਂ, ਦੁਨੀਆ ਆਪਣੇ ਆਪ ਹੀ ਚੱਲ ਰਹੀ ਆ। ਤੁਸੀਂ ਇਸ ਤਰ੍ਹਾਂ ਕਿ ਸੋਚਦੇ ਹੋ ਕਿ ਇਹਨੂੰ ਬਣਾਉਣ ਵਾਲਾ ਕੋਈ ਹੈਗਾ? ਉਹ ਕਹਿੰਦੇ ਨਹੀਂ, ਇਹ ਤਾਂ ਆਪਣੇ ਆਪ ਹੀ ਬਣੀ ਹੋਈ ਆ, ਇਹ ਤਾਂ ਆਪਣੇ ਆਪ ਹੀ ਚੱਲ ਰਹੀ ਆ, ਇਹ ਬਣਦੀ ਆ, ਵਿਕਸਦੀ ਆ, ਟੁੱਟ ਜਾਂਦੀ ਹੈ, ਫਿਰ ਜੁੜ ਜਾਂਦੀ ਹੈ, ਚੱਲਦੀ ਰਹਿੰਦੀ ਆ।
ਤੇ ਕੋਈ ਕਹਿੰਦੇ ਨੇ ਨਹੀਂ ਇਹਨੂੰ ਰੱਬ ਨੇ ਬਣਾਇਆ, ਇਹਨੂੰ ਅੱਲਾ ਨੇ ਬਣਾਇਆ, ਇਹਨੂੰ ਭਗਵਾਨ ਨੇ ਬਣਾਇਆ। ਤਾਂ ਇਹ ਅਲੱਗ-ਅਲੱਗ ਜਵਾਬ ਨੇ ਜਿਹੜੇ ਵਿਦਵਾਨਾਂ ਨੇ ਦਿੱਤੇ ਖੋਜ ਕੇ। ਤਾਂ ਵੱਡੀ ਗੱਲ ਕੀ ਹੈ ਕਿ ਬੰਦੇ ਦੇ ਵਿੱਚ ਸਵਾਲ ਕਰਨ ਦੀ ਸਮਰੱਥਾ ਹੈ, ਇਹਦੇ ਵਿੱਚੋਂ ਹੀ ਬੰਦੇ ਨੇ ਵਿਕਾਸ ਕੀਤਾ, ਇਹਦੇ ਵਿੱਚ ਬੰਦੇ ਨੇ ਘਰ ਬਣਾਏ, ਇਹਦੇ ਵਿੱਚ ਬੰਦੇ ਨੇ ਜਹਾਜ਼ ਬਣਾਏ। ਸਫ਼ਰ ਕਰਨਾ ਚਾਹੁੰਦਾ ਸੀ ਉਹ ਸੌਖੀ ਤਰ੍ਹਾਂ ਇੱਕ ਥਾਂ ਤੋਂ ਦੂਜੀ ਥਾਂ ਉੱਡਣਾ ਚਾਹੁੰਦਾ ਸੀ, ਖੰਭ ਨਹੀਂ ਸੀ ਹੈਗੇ, ਤਾਂ ਉਹਨੇ ਮਤਲਬ ਜਹਾਜ਼ ਬਣਾ ਲਏ। ਤਾਂ ਬੰਦੇ ਨੇ ਜਿਹੜੀ ਇੰਨੀ ਤਰੱਕੀ ਕੀਤੀ ਆ ਹੋਰ ਜਾਨਵਰਾਂ ਦੇ ਮੁਕਾਬਲੇ, ਇੰਨਾ ਕੁਝ ਬਣਾਇਆ, ਤਾਂ ਉਹਦਾ ਇੱਕੋ ਇੱਕ ਕਾਰਨ ਹੈ ਕਿ ਸਾਡੇ 'ਚ ਹੈਰਾਨ ਹੋਣ ਦੀ ਸਮਰੱਥਾ ਹੈ, ਸਾਡੇ 'ਚ ਸਵਾਲ ਕਰਨ ਦੀ ਸਮਰੱਥਾ ਹੈ। ਉਹਦੇ ਵਿੱਚੋਂ ਅਸੀਂ ਜਵਾਬ ਲੱਭਦੇ ਹਾਂ। ਜਵਾਬ ਲੱਭਣ ਲਈ ਪੜ੍ਹਨਾ ਪੈਂਦਾ। ਹੈਰਾਨ ਹੋਣ ਦੀ ਸਮਰੱਥਾ ਸਾਰੀ ਦੁਨੀਆ ਦੇ ਬੰਦਿਆਂ 'ਚ, ਪਰ ਇਹ ਖਤਮ ਕਰ ਦਿੱਤੀ ਜਾਂਦੀ ਹੈ ਸਮਾਜ ਵੱਲੋਂ, ਮਾਂ-ਬਾਪ ਵੱਲੋਂ, ਅਧਿਆਪਕਾਂ ਵੱਲੋਂ, ਦੋਸਤਾਂ ਵੱਲੋਂ, ਸਮਾਜ ਵੱਲੋਂ। ਸਿਰਫ 20% ਲੋਕ ਨੇ ਜਿਹੜੇ ਚੁੱਪਚਾਪ ਆਪਣੀ ਸਮਰੱਥਾ ਨੂੰ ਜਿਉਂਦਾ ਰੱਖਦੇ ਨੇ, ਆਪਣੇ ਆਪ ਨੂੰ, ਆਪਣੇ ਸਵਾਲਾਂ ਨੂੰ ਜਿਉਂਦੇ ਰੱਖਦੇ ਨੇ, ਤੇ ਫਿਰ ਆਪਣੇ ਤੌਰ ਤੇ ਕਿਤਾਬਾਂ ਪੜ੍ਹ ਕੇ, ਵੱਡੇ ਭਾਸ਼ਣਾਂ ਨੂੰ ਸੁਣ ਕੇ, ਚੰਗੇ ਟੀਚਰਾਂ ਨੂੰ ਸੁਣ ਕੇ, ਚੰਗੀਆਂ ਕਿਤਾਬਾਂ ਪੜ੍ਹ ਕੇ, ਚੰਗੇ ਅਖਬਾਰ ਪੜ੍ਹ ਕੇ ਉਹ ਸਵਾਲਾਂ ਦੇ ਜਵਾਬ ਲੱਭਣ ਦਾ ਯਤਨ ਕਰਦੇ ਨੇ। ਇਹਨਾਂ 20% ਲੋਕਾਂ ਦੇ ਵਿੱਚੋਂ ਹੀ ਵੱਡੇ ਰਾਈਟਰ ਪੈਦਾ ਹੁੰਦੇ ਨੇ, ਵੱਡੇ ਫਿਲਾਸਫਰ ਪੈਦਾ ਹੁੰਦੇ ਨੇ, ਵੱਡੇ ਸਾਇੰਟਿਸਟ ਪੈਦਾ ਹੁੰਦੇ ਨੇ, ਵੱਡੇ ਅਧਿਆਪਕ ਪੈਦਾ ਹੁੰਦੇ ਨੇ, ਤੇ ਵੱਡੇ ਕਹਾਣੀਕਾਰ, ਨਾਵਲਕਾਰ, ਕਵੀ ਪੈਦਾ ਹੁੰਦੇ ਨੇ। ਓਨਲੀ ਜਿਹੜੇ ਪਿਛਲੇ 20% ਲੋਕ ਨੇ, ਮੈਂ ਮੋਟੇ ਤੌਰ ਤੇ 20% ਕਿਹਾ, ਕਿਸੇ ਸਮਾਜ 'ਚ 30% ਵੀ ਹੋ ਸਕਦੇ ਨੇ, ਕਿਸੇ ਸਮਾਜ 'ਚ 10% ਵੀ ਹੋ ਸਕਦੇ ਨੇ। ਔਸਤਨ ਜਿਹੜਾ ਹੈਗਾ ਮੈਂ 20% ਲੋਕ ਕਿਹਾ ਜਿਹੜੇ ਆਪਣੇ ਸਵਾਲਾਂ ਨੂੰ ਜਿਉਂਦੇ ਰੱਖਦੇ ਨੇ, ਮਰਨ ਨਹੀਂ ਦਿੰਦੇ ਤੇ ਉਹਨਾਂ ਦੇ ਜਵਾਬ ਲੱਭਦੇ ਰਹਿੰਦੇ ਨੇ। ਤੁਸੀਂ ਹੈਰਾਨ ਹੋਵੋਗੇ, ਮੈਂ ਦੁਨੀਆ ਦੀ ਇੱਕ ਬਿਹਤਰੀਨ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਿਹਾ, ਬਿਹਤਰੀਨ ਮੇਰੇ ਵਿਦਿਆਰਥੀ ਨੇ, ਬਿਹਤਰੀਨ ਮੇਰੇ ਸਾਥੀ ਅਧਿਆਪਕ ਨੇ, ਬਿਹਤਰੀਨ ਅਧਿਆਪਕਾਂ ਕੋਲ ਮੈਂ ਪੜ੍ਹਿਆ ਹੋਇਆ, ਬਿਹਤਰੀਨ ਕਿਤਾਬਾਂ ਮੈਂ ਪੜ੍ਹੀਆਂ, ਪਰ ਇਹਦੇ ਬਾਵਜੂਦ ਬਹੁਤ ਸਾਰੇ ਸਵਾਲਾਂ ਦੇ ਜਵਾਬ ਮੈਨੂੰ ਕਿਤੋਂ ਨਹੀਂ ਮਿਲੇ। ਉਹ ਮੈਂ ਹੌਲੀ-ਹੌਲੀ ਕਰਕੇ ਇਸ ਉਮਰ ਦੇ ਵਿੱਚ ਆ ਕੇ ਹੁਣ ਲੱਭੇ ਨੇ। ਕਈ ਸਵਾਲਾਂ ਦੇ ਜਵਾਬ ਤਾਂ 2-3 ਸਾਲਾਂ ਦੇ ਵਿੱਚ ਹੀ ਲੱਭੇ ਨੇ ਕਿ ਅੱਛਾ ਇਹ ਗੱਲ ਹੈ, ਅੱਛਾ ਇਹ ਮਤਲਬ ਹੈ। ਮੰਨ ਲਓ ਮੇਰੇ ਮਨ 'ਚ ਤਾਰਾ ਵਿਗਿਆਨ ਬਾਰੇ ਜਾਣਨਾ ਚਾਹੁੰਦਾ ਸੀ, ਮੈਂ ਬ੍ਰਹਿਮੰਡ ਬਾਰੇ ਜਾਣਨਾ ਚਾਹੁੰਦਾ ਸੀ, ਤਾਂ ਮੈਂ ਸਟੀਫਨ ਹਾਕਿੰਗ ਦੀ ਕਿਤਾਬ ਪੜ੍ਹੀਆਂ, 2 ਕਿਤਾਬਾਂ ਪੜ੍ਹੀਆਂ ਉਹਦੀਆਂ ਮੈਂ, ਹਿਸਟਰੀ ਆਫ ਟਾਈਮ, ਇੱਕ ਉਹਦੀ ਕਿਤਾਬ ਪੜ੍ਹੀ ਸ਼ਾਰਟ ਆਨਸਰ ਟੂ ਦਾ ਬਿਗ ਕੁਐਸਚਨਸ। ਵੱਡਾ ਸਾਇੰਟਿਸਟ ਹੈ, ਬ੍ਰਹਿਮੰਡ ਬਾਰੇ ਸਭ ਤੋਂ ਵੱਧ ਜਾਣਦਾ, ਤਾਰੇ ਕੀ ਨੇ, ਕਿਵੇਂ ਨੇ, ਬਲੈਕ ਹਾਊਸ ਜਿਹੜੇ ਹੋਲ ਨੇ ਕੀ ਨੇ, ਧਰਤੀ ਕਿਵੇਂ ਬਣਦੀ ਹੈ, ਸਪੇਸ ਕਿਵੇਂ ਜਨਮ ਲੈਂਦਾ, ਟਾਈਮ ਕਿਵੇਂ ਜਨਮ ਲੈਂਦਾ। ਇਹ ਸਵਾਲਾਂ ਦੇ ਜਵਾਬ ਮੈਂ ਪਿਛਲੇ 1-2 ਸਾਲਾਂ ਦੇ ਵਿੱਚ ਲੱਭ ਸਕਿਆ। ਹੋ ਸਕਦਾ ਸਾਇੰਸ ਵਾਲੇ ਮੇਰੇ ਤੋਂ ਪਹਿਲਾਂ ਜਾਣਦੇ ਹੋਣ, ਪਰ ਮੇਰਾ ਫੀਲਡ ਲਿਟਰੇਚਰ ਹੈ। ਪਰ ਲਿਟਰੇਚਰ 'ਚ ਰਹਿ ਕੇ ਵੀ ਮੈਨੂੰ ਉਹ ਕੁਐਸਚਨ ਤੰਗ ਕਰਦੇ ਸੀ ਜਿਹੜੇ ਮਨੁੱਖ ਦੇ ਮੂਲ ਕੁਐਸਚਨ ਨੇ, ਜਿਨ੍ਹਾਂ ਦੇ ਜਵਾਬ ਉਹ ਸਦੀਆਂ ਤੋਂ ਲੱਭਦਾ ਆ ਰਿਹਾ। ਸੋ ਕਹਿਣ ਦਾ ਭਾਵ ਇਹ ਆ ਕਿ ਆਪਣੀ ਕਿਉਰਿਓਸਿਟੀ ਨੂੰ ਮਰਨ ਨਾ ਦੇਵੋ, ਸਵਾਲਾਂ ਦੇ ਜਵਾਬ ਲੱਭੋ, ਲੱਭ ਜਾਣਗੇ ਤੁਹਾਨੂੰ। ਲਗਾਤਾਰ ਲੱਗੇ ਰਹੋ, ਚੰਗੀਆਂ ਕਿਤਾਬਾਂ ਦੀ ਭਾਲ ਕਰੋ, ਚੰਗੇ ਬੁਲਾਰਿਆਂ ਨੂੰ ਸੁਣੋ, ਉਹਨਾਂ ਤੋਂ ਫਿਰ ਕੁਛ ਨਾ ਕੁਛ ਅੱਗੇ ਤੁਹਾਨੂੰ ਹੋਰ ਰਸਤਾ ਮਿਲ ਜਾਂਦਾ, ਅੱਗੇ ਦੀ ਅੱਗੇ ਤੁਰਦੇ ਜਾਓ। ਜੀ ਸਰ, ਬਿਲਕੁਲ ਜਸ਼ਨ, ਕੋਈ ਗੱਲ ਨਹੀਂ, ਬਿਲਕੁਲ। ਜਿਹੜੇ ਡੀਮੋਟੀਵੇਟ ਕਰਨ ਵਾਲੇ ਉਹਨਾਂ ਨੂੰ ਛੱਡਦੇ ਜਾਣਾ ਚਾਹੀਦਾ, ਜੋ ਮੋਟੀਵੇਟ ਕਰਦੇ ਹਾਂ, ਤੁਹਾਡੀ ਗੱਲ, ਜਿਹੜੀ ਗੱਲ ਬੇਸਿਕ ਗੱਲ ਸੀ, ਮੈਨੂੰ ਵੀ ਇਸ ਤਰ੍ਹਾਂ ਹੋਇਆ, ਮੇਰੀ ਜ਼ਿੰਦਗੀ 'ਚ ਵੀ ਇਸ ਤਰ੍ਹਾਂ ਹੋਇਆ। ਮੈਂ ਥੋੜਾ ਪਾਣੀ ਪੀ ਲਵਾਂ, ਗੱਲ ਦਾ ਜਵਾਬ ਦਿੰਦਾ ਮੈਂ। ਮੇਰੇ ਇੱਕ ਰਿਸ਼ਤੇਦਾਰ ਸੀ, ਰਿਸ਼ਤੇਦਾਰ ਦੂਰ ਦਾ ਸੀ, ਪਰ ਮੇਰਾ ਉਹਦੇ ਨਾਲ ਮੋਹ ਬੜਾ ਸੀ ਤੇ ਮੈਨੂੰ ਬੜਾ ਬੰਦਾ ਚੰਗਾ ਲੱਗਦਾ ਹੁੰਦਾ ਸੀ, ਬੜਾ ਮੇਰੇ ਲਈ ਆਦਰਸ਼ਵਾਦੀ ਬੰਦਾ ਸੀ ਉਹ, ਬੜਾ ਉਹ ਨਾ ਧੀ ਭੈਣ ਦਾ ਸਾਂਝੀਦਾਰ, ਪਰਿਵਾਰਕ ਬੰਦਾ, ਬੜਾ ਚੰਗਾ ਬੰਦਾ, ਹਰ ਇੱਕ ਨਾਲ ਕੋਆਪਰੇਟ ਕਰਨ ਵਾਲਾ। ਤੇ ਅਸੀਂ ਦੋਨੇ, ਮੈਂ ਵੀ ਕਾਲਜ ਪੜ੍ਹਦਾ ਸੀ, ਉਹ ਵੀ ਥੋੜ੍ਹੀ ਪੜ੍ਹਿਆ ਹੋਇਆ ਸੀ, ਪਰ ਉਹਦੀ ਅੰਗਰੇਜ਼ੀ ਅੱਛੀ ਸੀ। ਉਹਨੇ ਮੈਨੂੰ ਅੰਗਰੇਜ਼ੀ ਚਿੱਠੀ ਲਿਖਣੀ, ਮੈਂ ਉਹਨੂੰ ਅੰਗਰੇਜ਼ੀ ਵਿੱਚ ਜਵਾਬ ਦੇਣਾ, ਅਸੀਂ ਇੱਕ ਦੂਜੇ ਦੀ ਅੰਗਰੇਜ਼ੀ ਇੰਪਰੂਵ ਕਰਦੇ ਰਹਿੰਦੇ ਸੀ ਇਸ ਤਰੀਕੇ ਨਾਲ। ਤਾਂ ਸਾਡੀ, ਮੇਰੀ ਆਵਾਜ਼ ਆ ਰਹੀ ਹੈ ਜਸ਼ਨ? ਹਾਂਜੀ 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 ਸਰ। ਤਾਂ ਸਾਡੀ ਦੋਸਤੀ ਸੀ ਇਸ ਤਰੀਕੇ ਦੀ। ਤੇ ਪਰ ਜਦੋਂ ਮੇਰੀ ਪਹਿਲੀ ਕਿਤਾਬ ਪਬਲਿਸ਼ ਹੋਈ, ਮੈਂ ਕਿਤਾਬ ਲੈ ਕੇ ਉਹਦੇ ਕੋਲ ਗਿਆ ਤੇ ਮੈਂ ਬੜੇ ਚਾਅ ਦੇ ਨਾਲ ਉਹਨੂੰ ਕਿਤਾਬ ਦਿੱਤੀ, ਬੜੀ ਪਿਆਰ ਨਾਲ ਦਿੱਤੀ ਕਿਤਾਬ, ਮੈਂ ਕਿਤਾਬ ਲਿਖੀ ਹੈ। ਤੇ ਉਹ ਮੈਨੂੰ ਅਗਲੇ ਦਿਨ ਕਹਿੰਦਾ, ਜਦੋਂ ਮੈਨੂੰ ਬੱਸ ਚੜਾਉਣ ਲਈ ਆਇਆ, ਕਹਿੰਦਾ ਤੂੰ ਕਿਤਾਬਾਂ ਲਿਖਣ ਦੇ ਰਸਤੇ 'ਤੇ ਪੈ ਗਿਆ, ਤੂੰ ਗਲਤ ਰਸਤੇ 'ਤੇ ਪੈ ਗਿਆ। ਮੈਂ ਸਮਝ ਗਿਆ ਵੀ ਇਹ ਬੰਦੇ ਤੋਂ ਨਾ ਮੇਰਾ ਅੱਗੇ ਵਧਣਾ ਬਰਦਾਸ਼ਤ ਨਹੀਂ ਹੋ ਰਿਹਾ। ਤਾਂ ਮੈਂ ਉਸ ਤੋਂ ਬਾਅਦ ਮੈਂ ਮਨ 'ਚ ਧਾਰ ਲਿਆ ਕਿ ਇਹ ਮੇਰੀ ਲਾਸਟ ਮਿਲਣੀ ਹੋਏਗੀ। ਫਿਰ ਨਹੀਂ ਮੈਨੂੰ ਮਤਲਬ ਉਸ ਤਰੀਕੇ ਨਾਲ ਮਿਲਿਆ ਕਦੇ, ਅਸੀਂ ਮਿਲਦੇ ਰਹੇ ਮਾੜਾ ਮੋਟਾ, ਥੋੜ੍ਹੀ ਬਹੁਤੀ ਦੇਰ ਲਈ ਕਦੇ ਕਦੇ, ਪਰ ਉਚੇਚੇ ਤੌਰ ਤੇ ਮੈਂ ਮਿਲਣ ਨਹੀਂ ਗਿਆ ਕਦੇ ਉਹਨੂੰ। ਸੋ ਸਾਡੇ ਉਹ ਸੰਬੰਧ ਖਤਮ ਹੋ ਗਏ। ਇਸ ਤਰ੍ਹਾਂ ਤੁਹਾਨੂੰ ਉਹਨਾਂ ਲੋਕਾਂ ਨੂੰ ਛੱਡ ਦੇਣਾ ਚਾਹੀਦਾ ਜਿਹੜੇ ਤੁਹਾਨੂੰ ਨਿਰ ਉਤਸ਼ਾਹਿਤ ਕਰਦੇ ਨੇ, ਜਿਹੜੇ ਚੰਗੇ ਪਾਸੇ ਜਾਣ ਤੋਂ ਰੋਕਦੇ ਨੇ, ਉਹਨਾਂ ਨੂੰ ਛੱਡ ਦਿਓ।